ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਤੁਮਰੀ ਕਥਾ ਕਹੀ ਨਾ ਜਾਏ। ਅਧਿਆਇ 22ਵਾਂ। ਅਜੀਤ ਦੇ ਪੈਦਾ ਹੋ ਜਾਣ ਮਗਰੋਂ ਜੀਤਾਂ ਨੂੰ ਦੁਨੀਆ ਹੀ ਹੋਰ ਤਰ੍ਹਾਂ ਦੀ ਲੱਗਣ ਲੱਗ ਪਈ ਸੀ। ਜਿਵੇਂ ਧਰਤੀ ਅੱਗੇ ਨਾਲੋਂ ਵੱਧ ਹਰਿਆਲੀ ਹੋ ਗਈ ਹੋਵੇ, ਜਿਵੇਂ ਅਸਮਾਨ ਅੱਗੇ ਨਾਲੋਂ ਵਧੇਰੇ ਸਾਫ਼ ਤੇ ਸ਼ਫਾਫ ਦਿਸਣ ਲੱਗ ਪਿਆ ਸੀ। ਲੋਕ ਜਿਵੇਂ ਅੱਗੇ ਨਾਲੋਂ ਵਧੇਰੇ ਪਰਮੇਸ਼ਰ ਦੇ ਜੀਵ ਲੱਗਣ ਲੱਗ ਪਏ ਸਨ। ਅਜੀਤ ਨੂੰ ਚੁੱਕ ਕੇ ਜਦੋਂ ਮਾਤਾ ਗੁਜਰੀ ਦੇ ਮਹਿਲ ਵਿੱਚ ਆਉਂਦੀ ਤਾਂ ਉਹਨੂੰ ਅਜੀਬ ਕਿਸਮ ਦਾ ਸੁੱਖ ਮਹਿਸੂਸ ਹੁੰਦਾ। ਉਹਨੂੰ ਸੁੰਦਰੀ ਵੀ ਅੱਗੇ ਨਾਲੋਂ ਵਧੇਰੇ ਪਿਆਰੀ ਲੱਗਣ ਲੱਗ ਪਈ ਸੀ। ਉਹਦਾ ਕਿੰਨੀ ਵਾਰ ਸਾਹਿਬ ਨੂੰ ਆਖਣ ਦਾ ਮਨ ਕਰਦਾ, ਦੇਖੋ ਸਾਡਾ ਅਜੀਤ। ਅੱਗੋਂ ਜਦੋਂ ਪਾਠ ਕਰਦੀ, ਸਿਮਰਨ ਕਰਦੀ, ਕੀਰਤਨ ਸੁਣਦੀ ਬੜੀ ਇਕਾਗਰ ਚਿੱਤ ਹੁੰਦੀ ਸੀ, ਪਰ ਹੁਣ ਕਦੇ ਕਦੇ ਅਜੀਤ ਦਾ ਮਿੱਠਾ ਮਿੱਠਾ ਮੂੰਹ ਉਹਦੇ ਚੇਤੇ 'ਚ ਉਗੜ ਆਉਂਦਾ ਸੀ। ਉਹ ਪਰਮਾਤਮਾ ਤੋਂ ਖਿਮਾ ਮੰਗਦੀ ਤੇ ਆਪਣੇ ਭਜਨ ਪਾਠ 'ਚ ਵੱਧ ਸਮਾਂ ਲਾਉਣ ਦੀ ਕੋਸ਼ਿਸ਼ ਕਰਦੀ। ਇੱਕ ਦਿਨ ਅਜੀਤ ਨੂੰ ਹਲਕਾ ਜਿਹਾ ਬੁਖਾਰ ਹੋ ਗਿਆ। ਸ਼ਾਇਦ ਉਹਨੂੰ ਚੁੱਕ ਕੇ ਮੀਂਹ 'ਚ ਫਿਰਦੀ ਰਹੀ ਸੀ। ਆਪਣੇ ਜਾਣੇ ਉਹ ਅਜੀਤ ਨੂੰ ਦੱਸਣਾ ਚਾਹੁੰਦੀ ਸੀ ਕਿ ਮੇਰੀ ਦਾਦੀ ਇੱਕ ਬਾਤ ਪਾਉਂਦੀ ਹੁੰਦੀ ਸੀ, ਰੜੇ ਮੈਦਾਨ ਦੋ ਢਾਂਗੇ ਗੱਡੇ, ਉੱਪਰ ਨੀਲੇ ਧਾਗੇ, ਰਾਮ ਜੀ ਨੇ ਸੁਨੇਹੇ ਭੇਜੇ ਸੁੱਤੇ ਲੋਕ ਜਾਗੇ। ਮਤਲਬ ਸੀ ਮੀਂਹ ਦੀਆਂ ਕਣੀਆਂ ਰੱਬ ਦੇ ਸੁਨੇਹੇ ਲੈ ਕੇ ਆਉਂਦੀਆਂ ਨੇ। ਇਹ ਹਵਾਵਾਂ ਕਣੀਆਂ ਨੂੰ ਆਪਣੇ ਨਾਲ ਲਈ ਫਿਰਦੀਆਂ ਨੇ। ਪਰ ਉਹਦੇ ਪਿੰਡੇ ਦੀ ਮਾੜੀ ਜੀ ਭਖ ਨੇ ਜੀਤਾਂ ਨੂੰ ਬੜੀ ਬੇਆਰਾਮ ਕਰ ਦਿੱਤਾ ਸੀ। ਹਕੀਮ ਜੀ ਵੀ ਬੁਲਾ ਲਏ ਸਨ ਤੇ ਉਹਨੂੰ ਪਰਮਾਤਮਾ ਮੂਹਰੇ ਅਰਦਾਸ ਵੀ ਕੀਤੀ ਸੀ ਕਿ ਮੇਰੇ ਅਜੀਤ ਨੂੰ ਛੇਤੀ ਠੀਕ ਕਰ ਦਿਓ। ਫਿਰ ਵੀ ਡਾਢੀ ਕਲਵਲ ਹੋ ਕੇ ਉਹ ਸਾਹਿਬ ਕੋਲ ਗਈ ਤੇ ਬੋਲੀ, ਸਾਹਿਬ, ਅਜੀਤ ਨੂੰ ਤਾਪ ਚੜ ਗਿਆ। ਉਸ ਵੱਲ ਧਿਆਨ ਨਾਲ ਵੇਖ ਕੇ ਸਾਹਿਬ ਬੋਲੇ, ਇਸੇ ਲਈ ਤਾਂ ਮੋਹ ਨੂੰ ਮਾਇਆ ਆਖਿਆ ਤੇ ਇਹਨੂੰ ਵਕਾਰਾਂ 'ਚ ਸ਼ਾਮਲ ਕੀਤਾ। ਉਹਨਾਂ ਦੀ ਗੱਲ ਸੁਣ ਤਾਂ ਲਈ, ਪਰ ਫਿਰ ਜੀਤਾਂ ਬੋਲੀ, ਸਾਹਿਬ, ਅਜੀਤ ਨੂੰ ਤਾਪ ਚੜ ਗਿਆ। ਸਾਹਿਬ ਮੁਸਕਰਾਏ ਤੇ ਆਖਣ ਲੱਗੇ, ਜੇ ਤਾਪ ਚੜ ਗਿਆ ਤਾਂ ਤਾਪ ਲੈ ਜਾਏਗਾ। ਤੇ ਸੁਣ ਕੇ ਜੀਤਾਂ ਦਾ ਤੌਖਲਾ ਘਟ ਗਿਆ। ਉਹਨੂੰ ਲੱਗਿਆ ਸਾਹਿਬ ਨੇ ਜੋ ਆਖ ਦਿੱਤਾ, ਤਾਪ ਲੈ ਜਾਏਗਾ, ਤਾਪ ਜ਼ਰੂਰ ਲੈ ਜਾਊਗਾ। ਜੀਤਾਂ ਨੇ ਅਜੀਤ ਦੇ ਤਾਪ ਬਾਰੇ ਮਾਤਾ ਗੁਜਰੀ ਜੀ ਨੂੰ ਵੀ ਦੱਸਿਆ। ਮਾਤਾ ਜੀ ਉਸਦੇ ਚਿੰਤਾਤੁਰ ਮੂੰਹ ਵੱਲ ਵੇਖ ਕੇ ਆਖਣ ਲੱਗੇ, ਜੀਤਾਂ ਧੀਏ, ਦੁੱਖ ਸੁੱਖ ਤਾਂ ਸਰੀਰਾਂ ਦੇ ਨਾਲ ਬਣੇ ਹੋਏ ਨੇ। ਪਰਮਾਤਮਾ ਨੂੰ ਸਭ ਦਾ ਫਿਕਰ ਹੈ, ਸਾਡੇ ਫਿਕਰ ਕਰਨ ਨਾਲ ਕੁਝ ਨਹੀਂ ਬਣਦਾ। ਫਿਰ ਵੀ ਜੀਤਾਂ ਨੇ ਹਕੀਮ ਨੂੰ ਬੁਲਾ ਕੇ ਦਵਾ ਦਾਰੂ ਕੀਤਾ। ਦੂਸਰੇ ਦਿਨ ਅਜੀਤ ਦਾ ਤਾਪ ਉਤਰ ਵੀ ਗਿਆ। ਜੀਤਾਂ ਨੂੰ ਲੱਗਿਆ ਗਲਤ ਨੇ ਉਹ ਲੋਕ ਜਿਹੜੇ ਆਖਦੇ ਨੇ ਰੱਬ ਦੂਰ ਕਿਧਰੇ ਸਵਰਗਾਂ 'ਚ ਰਹਿੰਦਾ ਹੈ। ਹੇਠਾਂ ਦੁਨੀਆ 'ਚ ਲੋਕ ਇੰਨੇ ਦੁੱਖ ਭੋਗ ਰਹੇ ਨੇ। ਇਹ ਦੁੱਖ ਸੁੱਖ ਤਾਂ ਸਾਡੇ ਕਰਮਾਂ ਦੀਆਂ ਗੱਲਾਂ ਨੇ। ਰੱਬ ਤਾਂ ਸਾਡੇ ਨੇੜੇ ਹੀ ਕਿਧਰੇ ਹੁੰਦਾ ਹੈ। ਅਜੀਤ ਦੇ ਪੈਦਾ ਹੋਣ ਮਗਰੋਂ ਸੁੰਦਰੀ ਹੋਰ ਨਿਖਰ ਆਈ ਸੀ, ਪਰ ਜੀਤਾਂ ਜਿਵੇਂ ਔਰਤ ਦੀ ਕੋਈ ਹੋਰ ਬਣ ਗਈ ਸੀ। ਧਰਤੀ ਤੇ ਤੁਰਨ ਦੀ ਥਾਂ ਹੁਣ ਜਿਵੇਂ ਉੱਡੀ ਫਿਰਦੀ ਸੀ। ਇੱਕ ਨੂਰ, ਇੱਕ ਖੇੜਾ ਉਹਦੇ ਚਿਹਰੇ ਤੇ ਬਿਖਰਿਆ ਰਹਿੰਦਾ। ਸੁੰਦਰੀ ਦੇ ਪੇਕਿਆਂ ਵੱਲੋਂ ਮੇਵਿਆਂ ਵਾਲੀ ਪੰਜੀਰੀ, ਮਾਤਾ ਗੁਜਰੀ ਜੀ ਲਈ ਜੀਤਾਂ ਜੀ ਤੇ ਸੁੰਦਰੀ ਲਈ ਰੇਸ਼ਮੀ ਲੀੜੇ, ਸਾਹਿਬਜ਼ਾਦੇ ਲਈ ਕੱਪੜੇ, ਰੂੰ ਭਰੇ ਖਿਡੌਣੇ ਤੇ ਕੰਗਣਾਂ ਦੀ ਜੋੜੀ ਆ ਚੁੱਕੇ ਸਨ। ਨਾਲ ਕੰਮ ਧੰਦੇ ਕਰਨ ਵਾਲਿਆਂ ਲਈ ਲਾਗ ਵੀ ਸਨ। ਕੁਝ ਚਿਰ ਮਗਰੋਂ ਸੁੰਦਰੀ ਦੇ ਪਿਤਾ ਜੀ ਉਹਨੂੰ ਪੇਕੇ ਲਿਜਾਣ ਲਈ ਆ ਗਏ। ਮਾਤਾ ਜੀ ਨੇ ਕੁਝ ਦਿਨ ਲਈ ਪੇਕੇ ਜਾਣ ਦੀ ਇਜਾਜ਼ਤ ਦੇ ਦਿੱਤੀ। ਸਾਹਿਬ ਨੇ ਵੀ ਜਾਣ ਲਈ ਆਖ ਦਿੱਤਾ, ਪਰ ਜੀਤਾਂ ਦਾ ਮਨ ਨਹੀਂ ਸੀ ਕਰਦਾ ਕਿ ਸੁੰਦਰੀ ਅਜੀਤ ਨੂੰ ਇੰਨੇ ਦਿਨਾਂ ਲਈ ਪੇਕੇ ਲੈ ਜਾਏ। ਪਰ ਨਾ ਵੀ ਕਿਵੇਂ ਕਰਦੀ। ਸੁੰਦਰੀ ਦੇ ਪੇਕੇ ਜਾਣ ਮਗਰੋਂ ਜੀਤਾਂ ਨੂੰ ਅਜੀਬ ਜਿਹੀ ਬੇਚੈਨੀ ਮਹਿਸੂਸ ਹੋ ਰਹੀ ਸੀ। ਮਨ ਹੀ ਮਨ ਉਹ ਅਜੀਤ ਨਾਲ ਗੱਲਾਂ ਕਰਦੀ ਰਹਿੰਦੀ ਸੀ। ਬੜਾ ਜ਼ੋਰ ਦਾ ਮੀਂਹ ਉਤਰ ਆਇਆ। ਉਹ ਡਿਊਟੀ 'ਚ ਖੜੀ ਬੱਦਲਾਂ ਨੂੰ ਵੇਖ ਰਹੀ ਸੀ। ਕਣੀਆਂ ਉਸ ਉੱਪਰ ਵੀ ਪੈ ਰਹੀਆਂ ਸਨ। ਫਿਰ ਉਹ ਆਪਣੀ ਜੁੱਤੀ ਲਾ ਕੇ ਨੰਗੇ ਪੈਰੀਂ ਬਗੀਚੇ 'ਚ ਤੁਰੀ ਫਿਰ ਰਹੀ ਸੀ, ਜਿਵੇਂ ਬੂਟਿਆਂ ਦਾ ਹਾਲ ਪੁੱਛ ਰਹੀ ਹੋਵੇ। ਉਹਨੂੰ ਸਮਝ ਨਹੀਂ ਸੀ ਲੱਗ ਰਹੀ ਉਹ ਏਡੀ ਉਖੜੀ ਕਿਉਂ ਹੈ। ਉਹਦੇ ਅੰਦਰਲੀ ਮਮਤਾ ਨੇ ਉਹਦੀ ਪਿਆਸ ਬੁੱਝ ਲਈ ਸੀ। ਪੂਰੇ ਮਹੀਨੇ ਮਗਰੋਂ ਜਦੋਂ ਸੁੰਦਰੀ ਪਰਤੀ ਤਾਂ ਉਹਨੇ ਦੇਖਿਆ ਜੀਤਾਂ ਥੋੜ੍ਹੇ ਹੀ ਸਮੇਂ ਵਿੱਚ ਹੋਰ ਦੀ ਹੋਰ ਹੋ ਗਈ ਸੀ। ਹੁਣ ਜੀਤਾਂ ਦੇ ਅੰਦਰ ਜਿਵੇਂ ਕੋਈ ਕਾਇਨਾਤੀ ਸੰਗੀਤ ਜਾਗ ਪਿਆ ਸੀ। ਪਹਿਲੀ ਵਾਰੀ ਉਹਨੂੰ ਗੁਰੂ ਨਾਨਕ ਦੀ ਆਰਤੀ ਦੀ ਸੱਚੀ ਸਮਝ ਲੱਗੀ, ਜਿਸ ਵਿੱਚ ਸਾਰੀ ਕਾਇਨਾਤ ਹੀ ਪ੍ਰਭੂ ਦੀ ਆਰਤੀ ਉਤਾਰਨ ਲੱਗੀ ਹੋਈ ਸੀ। ਉਹਨੂੰ ਲੱਗਿਆ ਇਹ ਹਵਾਵਾਂ ਸੰਗੀਤ ਨਾਲ ਬੋਰੀਆਂ ਹੋਈਆਂ ਘੁੰਮ ਰਹੀਆਂ ਸਨ ਤੇ ਪੱਤਿਆਂ ਦੀ ਸਰਸਰਾਹਟ ਇੱਕ ਵੱਖਰੀ ਕਿਸਮ ਦਾ ਸੰਗੀਤ ਪੈਦਾ ਕਰ ਰਹੀ ਸੀ, ਜੋ ਤੁਹਾਡੀ ਧੁਰ ਅੰਦਰ ਆਤਮਾ ਤੱਕ ਪਹੁੰਚ ਰਿਹਾ ਸੀ। ਪੰਛੀਆਂ ਦਾ ਚਹਿਚਹਾਉਣਾ, ਠੰਡੇ ਦਿਨਾਂ ਵਿੱਚ ਕੋਸੀ ਧੁੱਪ ਦਾ ਆ ਕੇ ਬਨੇਰਿਆਂ ਤੇ ਬੈਠ ਜਾਣਾ, ਤਪਦੇ ਦਿਨਾਂ ਵਿੱਚ ਬੱਦਲਾਂ ਦਾ ਘੁੰਮ ਕੇ ਆਉਣਾ, ਇਹਨਾਂ ਸਭਨਾਂ ਵਿੱਚ ਜਿਵੇਂ ਕੁਦਰਤ ਗਾ ਰਹੀ ਸੀ ਤੇ ਇਹ ਸੰਗੀਤ ਉਹਦੀਆਂ ਨਾੜਾਂ ਵਿੱਚ ਦੀ ਹੁੰਦਾ ਹੋਇਆ ਉਹਦੀ ਆਤਮਾ ਨੂੰ ਛੋਹ ਰਿਹਾ ਸੀ। ਅਚਾਨਕ ਉਹਦੀ ਸਿਰਜਣ ਸ਼ਕਤੀ ਨੇ ਹੰਬਲਾ ਮਾਰਿਆ। ਉਹਦੇ ਅੰਦਰਲੇ ਪਾਣੀਆਂ 'ਚ ਇੱਕ ਕਮਲ ਖਿਲ ਪਿਆ, ਜਿਹਦੀ ਮਹਿਕ ਨਾਲ ਉਹਦਾ ਅੰਦਰ ਬਾਹਰ ਭਰ ਗਿਆ।
ਪਤਾ ਲੱਗਣ ਤੇ ਉਸ ਫੁੱਲ ਲਈ ਅਰਜ਼ੋਈਆਂ ਵੀ ਕਰਦੀ, ਉਸ ਨਾਲ ਗੱਲਾਂ ਵੀ ਕਰਦੀ ਤੇ ਉਹਨੂੰ ਉਡੀਕਦੀ ਵੀ। ਉਸੇ ਵਰੇ 9 ਮਹੀਨਿਆਂ ਮਗਰੋਂ ਜੀਤਾਂ ਦੇ ਪੁੱਤਰ ਪੈਦਾ ਹੋ ਗਿਆ। ਇਹਦਾ ਨਾਂ ਸੁੰਦਰੀ ਨੇ ਆਖ ਕੇ ਰੱਖ ਦਿੱਤਾ, ਇਹ ਅਜੀਤ ਦਾ ਛੋਟਾ ਭਾਈ ਜੁਝਾਰ ਹੈ। ਜੀਤਾਂ ਨੇ ਖੁਸ਼ ਹੋ ਕੇ ਆਖਿਆ, ਚੱਲ ਭੈਣ, ਤੇਰੇ ਘਰ ਪੁੱਤਰਾਂ ਦੀ ਜੋੜੀ ਹੋ ਗਈ। ਪਹਿਲਾਂ ਜਿਵੇਂ ਉਹਨੂੰ ਲੱਗਦਾ ਸੀ ਕਿ ਸੁੰਦਰੀ ਨੇ ਮੇਰੇ ਪੁੱਤਰ ਨੂੰ ਜਨਮ ਦਿੱਤਾ, ਹੁਣ ਉਹਨੂੰ ਲੱਗਿਆ ਜਿਵੇਂ ਉਹਨੇ ਸੁੰਦਰੀ ਦੇ ਪੁੱਤਰ ਨੂੰ ਜਨਮ ਦਿੱਤਾ ਤੇ ਮੁੜ ਆਪਣੇ ਜਪ ਤਪ, ਸੰਗਤਾਂ ਦੀ ਸੇਵਾ, ਸਾਹਿਬ ਦੇ ਹਰ ਕੰਮ ਦਾ ਧਿਆਨ ਰੱਖਣ ਲੱਗ ਪਈ ਸੀ। ਕਈ ਵਾਰੀ ਉਹ ਸੰਗਤ 'ਚ ਬੈਠੀ ਸਾਹਿਬ ਦੀਆਂ ਗੱਲਾਂ ਸੁਣਦੀ ਕਿ ਭਾਈ, ਇਸ ਦੇਹ ਨੇ ਤਾਂ ਅਖੀਰ ਨੂੰ ਮਿੱਟੀ ਹੋ ਜਾਣਾ, ਇਸ ਲਈ ਜਿੰਨਾ ਚਿਰ ਸਾਹ ਵਗਦੇ ਨੇ ਇਹਨੂੰ ਕਿਸੇ ਚੰਗੇ ਅਰਥ ਲਾਉਣਾ ਚਾਹੀਦਾ। ਅਕਾਲ ਪੁਰਖ ਨੇ ਮਾਨਸ ਤੋਂ ਦੇਵਤੇ ਬਣ ਸਕਣ ਦੀ ਸ਼ਕਤੀ ਸਾਡੇ ਅੰਦਰ ਦੇ ਕੇ ਭੇਜੀ ਹੈ। ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਦਾਤ ਨੂੰ ਵਰਤਦੇ ਹਾਂ ਕਿ ਨਹੀਂ। ਇਹ ਧਰਤੀ ਤਾਂ ਇੱਕ ਸਰਾਂ ਵਾਂਗ ਹੈ, ਸਦਾ ਇੱਥੇ ਕਿਸੇ ਨੇ ਬੈਠੇ ਨਹੀਂ ਰਹਿਣਾ। ਜਾਣ ਤੋਂ ਪਹਿਲਾਂ ਕੀ ਪੱਲੇ ਬੰਨ ਕੇ ਲਿਜਾਂਦੇ ਹੋ, ਨਾਮ ਸਿਮਰਨ, ਨੇਕੀ ਜਾਂ ਦੁਸ਼ਟ ਕਰਮ, ਇਹ ਅਕਾਲ ਪੁਰਖ ਨੇ ਤੁਹਾਡੇ ਤੇ ਛੱਡ ਦਿੱਤਾ ਹੈ। ਭਲੇ ਲੋਕੋ, ਅਸੀਂ ਸਭ ਰੱਬ ਦੀ ਖੇਤੀ ਹਾਂ। ਜੇ ਖੇਤ 'ਚ ਕਣਕ ਦੀ ਥਾਂ ਕਾਂਗਿਆਰੀ ਉੱਗ ਜਾਏ ਤਾਂ ਜ਼ਿਮੀਂਦਾਰਾਂ ਨੂੰ ਮਾੜਾ ਤਾਂ ਲੱਗਦਾ ਹੀ ਹੈ। ਉਹਨੇ ਤਾਂ ਉਹੀ ਬੀਜ ਪਾਇਆ ਹੁੰਦਾ, ਉਹੀ ਰਿਉ ਪਾਉਣੀ ਹੁੰਦੀ ਹੈ, ਉਹੀ ਗੁੱਡ ਗੁਡਾਈ, ਫਲ ਮਿਲਿਆ ਨਿਕੰਮਾ। ਇਸ ਤਰ੍ਹਾਂ ਤੇ ਅਕਾਲ ਪੁਰਖ ਸਾਨੂੰ ਇਸ ਦੁਨੀਆ 'ਚ ਚੰਗੇ ਕੰਮਾਂ ਲਈ ਭੇਜਦਾ ਹੈ। ਦੁਨੀਆ ਤੇ ਆ ਕੇ ਲੋਕ ਅਕਾਲ ਪੁਰਖ ਨੂੰ ਵੀ ਭੁੱਲ ਜਾਂਦੇ ਨੇ ਤੇ ਇਹ ਵੀ ਭੁੱਲ ਜਾਂਦੇ ਨੇ ਕਿ ਦੁਨੀਆ ਤੇ ਕਾਹਦੇ ਲਈ ਆਏ ਹੋ। ਇੱਥੇ ਹੀ ਉਹ ਖੁੰਝ ਜਾਂਦੇ ਨੇ। ਉਹਨੂੰ ਯਾਦ ਰੱਖੋਗੇ ਤਾਂ ਆਪੇ ਰਾਹ ਦਿਖਾਉਂਦਾ ਜਾਏਗਾ। ਸਾਹਿਬ ਦੀਆਂ ਗੱਲਾਂ ਸੁਣਦੀ ਜੀ ਤਾਂ ਕਿਧਰੇ ਦੀ ਕਿਧਰੇ ਪਹੁੰਚ ਜਾਂਦੀ। ਕਦੇ ਆਪਣੇ ਕਰਮਾਂ ਦਾ ਹਿਸਾਬ ਕਰਦੀ, ਕਦੇ ਜਨਮਾਂ ਦੇ ਚੱਕਰਾਂ ਬਾਰੇ ਸੋਚਦੀ ਤੇ ਕਦੇ ਸਾਹਿਬ ਵੱਲ ਦੇਖਦੀ। ਉਹਦਾ ਪੁੱਛਣ ਨੂੰ ਮਨ ਕਰਦਾ, ਸਾਹਿਬ ਤੁਸੀਂ ਕੌਣ ਹੋ? ਇੱਕੋ ਵੇਲੇ ਇੰਨੇ ਕੰਮ ਜੋ ਛੋਹ ਲਏ ਨੇ, ਇਹ ਤਾਂ ਪਹਾੜ ਜਿੱਡੇ ਜਿੱਡੇ ਕੰਮ ਨੇ। ਉੱਪਰੋਂ ਜ਼ਾਲਮਾਂ ਧਾੜਵੀਆਂ ਦੀਆਂ ਹਕੂਮਤਾਂ, ਜ਼ੁਲਮ ਚਾਰੇ ਪਾਸੇ ਪੈਰ ਪਸਾਰ ਰਿਹਾ। ਇਹ ਆਨੰਦਪੁਰ ਦਾ ਕਿਲ੍ਹਾ ਤਾਂ ਜਿਵੇਂ ਜ਼ਹਿਰੀਲੇ ਸਮੁੰਦਰ ਵਿੱਚੋਂ ਬਾਹਰ ਉੱਭਰਿਆ ਇੱਕ ਛੋਟਾ ਜਿਹਾ ਟਾਪੂ ਹੋਵੇ, ਜਿੱਥੇ ਵੱਖਰੀ ਕਿਸਮ ਦੇ ਲੋਕ ਵਸਦੇ ਨੇ, ਵੱਖਰੇ ਹੀ ਕੰਮ ਕਰਦੇ ਨੇ, ਵੱਖਰੀ ਤਰ੍ਹਾਂ ਸੋਚਦੇ ਨੇ ਤੇ ਵੱਖਰੀ ਤਰ੍ਹਾਂ ਹੀ ਜਿਉਂਦੇ ਨੇ। ਇਹ ਸਭ ਮੇਰੇ ਸਾਹਿਬ ਕਰਕੇ ਹੀ ਤਾਂ ਹੈ। ਉਹਨਾਂ ਦੇ ਚਿਹਰੇ ਤੇ ਜਿਵੇਂ ਕਿਸੇ ਹੋਰ ਦੁਨੀਆ ਦੀ ਆਭਾ ਹੋਵੇ। ਇਹਨਾਂ ਦੀ ਅੱਖਾਂ 'ਚ ਚਮਕ ਵੀ ਤਾਂ ਨਿਰਾਲੀ ਹੈ। ਪਤਾ ਨਹੀਂ ਕਿਹੜੇ ਪੁੰਨ ਕਰਮਾਂ ਦੇ ਫਲ ਸਦਕਾ ਇਹ ਮੇਰੇ ਪਤੀ ਪਰਮੇਸ਼ਰ ਨੇ। ਵਕਤ ਲੰਘਦਾ ਜਾ ਰਿਹਾ ਸੀ। ਨਿੱਕੇ ਨਿੱਕੇ ਅਜੀਤ ਤੇ ਜੁਝਾਰ ਵੱਡੇ ਹੋ ਰਹੇ ਸਨ। ਉਹ ਅੱਖਾਂ ਉਘੇੜ ਕੇ ਆਲੇ ਦੁਆਲੇ ਆਪਣੇ ਪਿਤਾ ਦੇ ਸੰਸਾਰ ਨੂੰ ਦੇਖਦੇ, ਕੀਰਤਨ ਦੀਆਂ ਇਲਾਹੀ ਧੁਨਾਂ ਨੂੰ ਆਪਣੇ ਸਾਹਾਂ ਨਾਲ ਅੰਦਰ ਭਰਦੇ, ਸਵੱਛ ਪਾਉਣ ਉਹਨਾਂ ਦੇ ਆਲੇ ਦੁਆਲੇ ਘੁੰਮਦੀ। ਫੁੱਲਾਂ ਵਾਂਗੂ ਖਿੜੇ ਬੱਚੇ ਇਸ ਧਰਤੀ ਉੱਪਰ ਰੱਬ ਦਾ ਜਿਵੇਂ ਇੱਕ ਵੱਖਰਾ ਹੀ ਕਰਿਸ਼ਮਾ ਹੋਵੇ। ਪਰ ਜੀਤਾਂ ਨੂੰ ਲੱਗਦਾ ਜਿਵੇਂ ਦੋਵੇਂ ਪੁੱਤਰ ਤਾਂ ਸੁੰਦਰੀ ਦੇ ਸਨ ਤੇ ਉਹਦੇ ਮੋਹ ਨੇ ਫਿਰ ਉਛਾਲਾ ਖਾਧਾ ਤੇ ਅੰਦਰ ਇੱਕ ਹੋਰ ਕਮਲ ਖਿੜਿਆ ਤੇ ਉਹਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਹਦਾ ਨਾਂ ਜੀਤਾਂ ਨੇ ਆਪ ਜ਼ੋਰਾਵਰ ਰੱਖਿਆ, ਜਿਵੇਂ ਆਪਣੇ ਜ਼ੋਰ ਨਾਲ ਉਹਨੇ ਸੱਦ ਲਿਆ ਹੋਵੇ। ਜ਼ੋਰਾਵਰ ਨੂੰ ਆਪ ਦੁੱਧ ਪਿਲਾਉਂਦੀ, ਨਹਾਉਂਦੀ ਤੇ ਆਪ ਉਹਦੇ ਕੱਪੜੇ ਬਦਲਦੀ। ਉਹ ਸਾਹਿਬ ਨੂੰ ਦੱਸਦੀ, ਜ਼ੋਰਾਵਰ ਦੀ ਸ਼ਕਲ ਬਿਲਕੁਲ ਤੁਹਾਡੇ ਵਰਗੀ ਹੈ। ਅਜੀਤ ਤੇ ਜੁਝਾਰ ਤੁਹਾਡੇ ਪੁੱਤਰ ਤਾਂ ਹਨ ਹੀ, ਨਾਲ ਸੁੰਦਰੀ ਦੇ ਪੁੱਤਰ ਵੀ ਲੱਗਦੇ ਨੇ। ਜ਼ੋਰਾਵਰ ਤਾਂ ਜਿਵੇਂ ਬਿਲਕੁਲ ਹੀ ਤੁਹਾਡਾ ਛੋਟਾ ਰੂਪ ਹੋਵੇ। ਸਾਹਿਬ ਉਹਦੀਆਂ ਗੱਲਾਂ ਸੁਣ ਕੇ ਮੁਸਕਰਾ ਛੱਡਦੇ ਤੇ ਮਗਰੋਂ ਉਹਨੂੰ ਲੱਗਿਆ ਵੱਡੇ ਦੋਵੇਂ ਪੁੱਤਰ ਸੁੰਦਰੀ ਦੇ ਹੀ ਨੇ ਤੇ ਮੇਰਾ ਜ਼ੋਰਾਵਰ ਕੱਲਾ ਹੈ। ਤੇ ਫਿਰ ਕੁਝ ਚਿਰ ਮਗਰੋਂ ਜ਼ੋਰਾਵਰ ਦਾ ਛੋਟਾ ਭਾਈ ਵੀ ਆ ਗਿਆ, ਜਿਹਦਾ ਨਾਂ ਜੀਤਾਂ ਨੇ ਫਤਿਹ ਰੱਖਿਆ। ਗੁਰਬਾਣੀ ਤਾਂ ਜੀਤਾਂ ਬਚਪਨ ਤੋਂ ਹੀ ਪੜ੍ਹਦੀ ਆ ਰਹੀ ਸੀ, ਪਰ ਹੁਣ ਸਾਹਿਬ ਦੇ ਨੇੜੇ ਰਹਿੰਦਿਆਂ ਗੁਰਬਾਣੀ ਹੋਰ ਹੀ ਤਰ੍ਹਾਂ ਦੇ ਰੂਪਾਂ 'ਚ ਉਹਦੇ ਸਾਹਮਣੇ ਖੁੱਲ੍ਹਦੀ। ਕਈ ਨਵੇਂ ਅਰਥਾਂ ਦਾ ਸੰਚਾਰ ਹੁੰਦਾ ਤੇ ਕਦੇ ਕਦੇ ਉਹ ਸਾਹਿਬ ਕੋਲੋਂ ਪੁੱਛਣ ਲੱਗਦੀ ਕਿ ਜਦੋਂ ਬਾਬਾ ਨਾਨਕ ਜੀ ਉਦਾਸੀਆਂ ਤੇ ਚਲੇ ਜਾਂਦੇ ਸਨ, ਉਦੋਂ ਮਾਤਾ ਸੁਲੱਖਣੀ ਤਾਂ ਬੜੀ ਔਖੀ ਹੁੰਦੀ ਹੋਏਗੀ। ਸਾਹਿਬ ਉਹਦੀ ਮਨੋਭਾਵਨਾ ਸਮਝਦੇ ਸੀ। ਮਤਲਬ ਸੀ, ਤੁਸੀਂ ਨਾ ਮੈਨੂੰ ਕਦੀ ਇਉਂ ਛੱਡ ਕੇ ਜਾਇਓ। ਜੀਤਾਂ ਵੇਖ ਰਹੀ ਸੀ ਗੁਰੂ ਘਰ ਦਾ ਜਸ ਦੂਰ ਦੂਰ ਤੱਕ ਫੈਲ ਰਿਹਾ ਸੀ। ਦੂਰ ਦੂਰ ਤੋਂ ਸੰਗਤਾਂ ਆ ਰਹੀਆਂ ਸਨ। ਬੇਸ਼ੁਮਾਰ ਕੀਮਤੀ ਵਸਤਾਂ, ਇੱਥੋਂ ਤੱਕ ਕਿ ਹੀਰੇ ਮੋਤੀ ਵੀ ਅਰਪਣ ਕੀਤੇ ਜਾ ਰਹੇ ਸਨ। ਵੱਡੇ ਵੱਡੇ ਪੰਡਾਲ ਸਜਦੇ, ਗੁਰੂ ਦਾ ਦਰਬਾਰ ਲੱਗਦਾ। ਰੂਹਾਨੀ ਚਿਹਰੇ ਵਾਲਾ ਦੈਵੀ ਸੁੰਦਰ ਸ਼ਾਹਾਨਾ ਲਿਬਾਸ ਵਿੱਚ ਕਲਗੀ ਸਜਾਏ ਗੁਰੂ ਤਖਤ ਤੇ ਬਿਰਾਜਮਾਨ ਹੁੰਦਾ। ਅਲੌਕਿਕ ਬਚਨ ਸ਼ਬਦ ਲੋਕ ਬਲਿਹਾਰੀ ਜਾਂਦੇ, ਚਰਨ ਧੂੜ ਮਸਤਕ ਨੂੰ ਲਾਉਂਦੇ। ਵੱਡੇ ਵੱਡੇ ਸ਼ਾਮਿਆਨੇ ਲੱਗੇ ਹੁੰਦੇ, ਵੱਡੀਆਂ ਵੱਡੀਆਂ ਦੇਗਾਂ ਤੇ ਕੜਾਹਿਆਂ 'ਚ ਅੰਨ ਪਾਣੀ ਤਿਆਰ ਹੁੰਦਾ। ਲੋਹਾਂ ਉੱਪਰ ਪ੍ਰਸ਼ਾਦੇ ਲਾਏ ਜਾਂਦੇ। ਲੋਕਾਂ ਦਾ ਹੜ ਆਨੰਦਪੁਰ ਦੀ ਧਰਤੀ ਨੂੰ ਸ੍ਰਿਸ਼ਟੀ ਦਾ ਕੋਈ ਵੱਖਰਾ ਹੀ ਟੁਕੜਾ ਲੱਗਣ ਲਾ ਦਿੰਦਾ। ਹਰੇ ਕਚੂਰ ਝੂਮਦੇ ਰੁੱਖਾਂ ਬੂਟਿਆਂ ਕੋਲ ਵਗਦਾ ਦਰਿਆ ਜਿਵੇਂ ਇੱਕ ਸੁਪਨਾ ਸਾਕਾਰ ਹੋ ਗਿਆ ਹੋਵੇ। ਸੁਖੀ ਵਸਦਾ ਪਰਿਵਾਰ ਦੇਖ ਜੀਤਾਂ ਅਕਾਲ ਪੁਰਖ ਦੇ ਸ਼ੁਕਰਾਨੇ 'ਚ ਭਿੱਜ ਜਾਂਦੀ। ਪਰ ਉਹਨੂੰ ਅਜੀਬ ਲੱਗਦਾ ਸੀ
ਕਿ ਸਾਹਿਬ ਦੀਆਂ ਅੱਖਾਂ ਵਿੱਚ ਕਦੇ-ਕਦੇ ਡੂੰਘੀਆਂ ਸੋਚਾਂ ਆ ਬੈਠਦੀਆਂ ਸਨ ਤੇ ਉਹ ਕਿੰਨਾ ਚਿਰ ਆਪਣੇ ਧਿਆਨ ਕੁਝ ਸੋਚਦੇ ਰਹਿੰਦੇ ਸਨ। ਜੀਤਾ ਨੇ ਦੇਖਿਆ ਕਈ ਵਾਰ ਉਹ ਅੱਧੀ ਰਾਤੀ ਉੱਠ ਕੇ ਬਗੀਚੇ 'ਚ ਟਹਿਲਣ ਲੱਗ ਜਾਂਦੇ ਸਨ। ਕਦੇ ਉਹ ਕਿੰਨਾ ਚਿਰ ਸਮਾਧੀ 'ਚ ਬੈਠੇ ਰਹਿੰਦੇ। ਇੱਕ ਦਿਨ ਜੀਤਾ ਨੇ ਆਖਰ ਪੁੱਛ ਹੀ ਲਿਆ, ਸਾਹਿਬ ਕਿਸ ਗੱਲ ਦੀ ਚਿੰਤਾ ਹੈ? ਤਾਂ ਸਾਹਿਬ ਨੇ ਜ਼ਰਾ ਕੁ ਮੁਸਕਰਾ ਕੇ ਆਖਿਆ, चिंता ताकि कीजिए जे जो अनहोनी होई, ये मार्ग संसार को नानक थिर नहीं कोई। ये सुन के जीता दा मन तरबक गया। फिर भी अपने आप ਨੂੰ ਸਹਿਜ ਕਰਦੀ ਹੋਈ ਪੁੱਛਣ ਲੱਗੀ, ਕਿੰਨੀ ਵਾਰੀ ਤੁਸੀਂ ਕੋਲ ਬੈਠੇ ਜਿਵੇਂ ਕਿਧਰੇ ਬਹੁਤ ਦੂਰ ਲੰਘ ਜਾਂਦੇ ਹੋ, ਪਰ ਬਹੁਤ ਜਨਮ ਕੇ ਵਿਛੜੇ ਮਿਲੇ हैं ਸਾਹਿਬ, ਹੁਣ ਨਹੀਂ ਦੂਰ ਜਾਣਾ। ਜੀਤਾ ਨੇ ਜਦੋਂ ਆਖਿਆ, ਸਾਹਿਬ ਫਿਰ ਮੁਸਕਰਾ ਪਏ। ਜੀਤਾ ਮਾਰੇ ਰੱਖਿਆ ਇੱਕੋ ਆਪ, ਮਾਨੂ ਕੇ ਕਿਛ ਨਾਹੀ ਹਾਥ। ਇਹ ਸੁਣ ਕੇ ਜੀਤਾ ਆਖਣ ਲੱਗੀ, ਸਾਹਿਬ ਤੁਸੀਂ ਉਹ ਮਾਨਸ ਨਹੀਂ ਜਿਹਦੇ ਕੁਝ ਵੀ ਹੱਥ ਵੱਸ ਨਹੀਂ। ਤੁਹਾਨੂੰ ਤਾਂ ਅਕਾਲ ਪੁਰਖ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਦੇ ਕੇ ਭੇਜਿਆ, ਕੁਝ ਵੀ ਤੁਹਾਡੇ ਵੱਸ ਤੋਂ ਬਾਹਰ ਨਹੀਂ। ਜੀਤਾ ਦੀ ਇਹ ਗੱਲ ਸੁਣ ਕੇ ਸਾਹਿਬ ਪਲ ਦੇ ਪਲ ਚੁੱਪ ਹੋ ਗਏ। ਫਿਰ ਆਖਣ ਲੱਗੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਸਾਹਿਬ ਇਹ ਤੁਹਾਡੀ ਆਪਣੀ ਇੱਛਾ ਹੈ ਕਿ ਤੁਸੀਂ ਸ੍ਰਿਸ਼ਟੀ ਦੀ ਲੀਲਾ ਵਿੱਚ ਭਾਗੀਦਾਰ ਬਣਨਾ ਹੈ ਕਿ ਨਹੀਂ? ਸਾਹਿਬ ਜੀਤਾ ਵੱਲ ਧਿਆਨ ਨਾਲ ਦੇਖਦੇ ਰਹੇ ਤੇ ਫਿਰ ਆਖਣ ਲੱਗੇ, ਕਲਯੁਗ ਆਪਣਾ ਪ੍ਰਭਾਵ ਸਦਕਾ ਹਾਕਮਾਂ ਨੂੰ ਬੁੱਧੀਹੀਨ ਤੇ ਜ਼ਾਲਮ ਬਣਾ ਰਿਹਾ। ਭਗਤ ਜਨ ਪਹਾੜੀ ਜਾ ਬੈਠੇ ਨੇ, ਲੋਕ ਹਨੇਰੇ 'ਚ ਹੱਥ ਪੈਰ ਮਾਰ ਰਹੇ ਨੇ। ਬਾਬੇ ਨਾਨਕ ਜੀ ਨੇ ਐਵੇਂ ਨਹੀਂ ਸੀ ਰੱਬ ਨੂੰ ਉਲਾਂਭਾ ਦਿੱਤਾ। ਉਹਨਾਂ ਵੱਲ ਤੱਕਦੀ ਜੀਤਾ ਵਿਆਕੁਲ ਜੀ ਹੋ ਗਈ। ਫਿਰ ਹੱਥ ਜੋੜ ਕੇ ਆਖਣ ਲੱਗੀ, ਕੁਝ ਕਰੋ ਸਾਹਿਬ, ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ। ਕੁਝ ਸੋਚਵਾਨ ਜੇ ਹੋ ਕੇ ਸਾਹਿਬ ਆਖਣ ਲੱਗੇ, ਕਬੀਰ ਜੀ ਦੀ ਪੰਕਤੀ ਹੈ, ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵਾ ਨੂਰ। ਗੁਰਬਾਣੀ ਆਖਦੀ ਤਾਂ ਹੈ, ਪਰ ਧਰਤੀ ਵਾਂਗ ਜਨਨੀ ਵੀ ਬੇਵਸ ਹੋ ਗਈ ਹੈ ਤੇ ਬੇਵਸ ਜੀ ਔਲਾਦ ਨੂੰ ਹੀ ਜਨਮ ਦੇ ਰਹੀ ਹੈ। ਸਾਹਿਬ ਨੇ ਡੂੰਘੀ ਸੋਚ ਵਿੱਚੋਂ ਜਦੋਂ ਦੱਸਿਆ ਤਾਂ ਜੀਤਾ ਨੇ ਪਰੇਸ਼ਾਨੀ ਜਿਹੀ 'ਚੋਂ ਆਖਿਆ, ਸਾਹਿਬ ਦੀ ਲੋਕ ਵਿੱਚੋਂ ਅੰਮ੍ਰਿਤ ਲਿਆ ਕੇ ਲੋਕਾਂ 'ਚ ਵੰਡੋ ਤਾਂ ਜੋ ਉਹਨਾਂ ਦੀ ਕਾਇਆ ਕਲਪ ਹੋ ਜਾਏ। ਜੀਤਾ ਨੇ ਜਦੋਂ ਆਖਿਆ ਤਾਂ ਸਾਹਿਬ ਨਿੰਮਾ ਜਿਹਾ ਫਿਰ ਮੁਸਕਰਾਏ ਤੇ ਬੋਲੇ, ਦੇਵਤੇ ਆਪਣਾ ਅੰਮ੍ਰਿਤ ਮਾਤ ਲੋਕ 'ਚ ਨਹੀਂ ਭੇਜਦੇ। ਤਾਂ ਜੀਤਾ ਉਤੇਜਿਤ ਹੋ ਕੇ ਬੋਲੀ, ਅਸੀਂ ਦੇਵਤਿਆਂ ਤੋਂ ਅੰਮ੍ਰਿਤ ਮੰਗਣਾ ਕਾਹਦੇ ਲਈ ਹੈ? ਤੁਸੀਂ ਅੰਮ੍ਰਿਤ ਆਪ ਤਿਆਰ ਕਰ ਲਓ, ਤੁਸੀਂ ਸਭ ਕੁਝ ਕਰਨ ਦੇ ਸਮਰੱਥ ਹੋ। ਜੀਤਾ ਨੇ ਜਦੋਂ ਆਖਿਆ, ਸਾਹਿਬ ਪ੍ਰਸੰਨ ਚਿਤ ਉਸ ਵੱਲ ਵੇਖਦੇ ਰਹੇ। ਆਖਣ ਲੱਗੇ, ਕੱਲ ਵਿਸਾਖੀ ਦੇ ਦਿਹਾੜੇ ਅਕਾਲ ਪੁਰਖ ਨੂੰ ਅਰਦਾਸ ਕਰਾਂਗੇ ਕਿ ਉਹ ਗਰੀਬਾਂ ਮਜ਼ਲੂਮਾਂ ਦੀ ਮਦਦ ਲਈ ਆਪ ਬੜੇ। ਸਾਹਿਬ ਇਹ ਆਖ ਹਮੇਸ਼ਾ ਵਾਂਗ ਇਕੱਲੇ ਹੀ ਲੰਮੀ ਸੈਰ ਲਈ ਚਲੇ ਗਏ। ਜੀਤਾ ਮਨ ਹੀ ਮਨ ਸੋਚਦੀ ਰਹੀ, ਅਕਾਲ ਪੁਰਖ ਗਰੀਬਾਂ ਮਜ਼ਲੂਮਾਂ ਦੀ ਮਦਦ ਲਈ ਕਿਵੇਂ ਬੋੜੇਗਾ? ਤੇ ਫਿਰ ਉਹ ਸੁੰਦਰੀ ਦੇ ਨਿਵਾਸ ਸਥਾਨ ਵਿੱਚ ਚਲੀ ਗਈ, ਜਿੱਥੇ ਬੱਚੇ ਮੌਲਵੀ ਜੀ ਤੋਂ ਫਾਰਸੀ ਪੜ੍ਹ ਰਹੇ ਸਨ। ਉਹ ਸੁੰਦਰੀ ਦੇ ਕੋਲ ਜਾ ਕੇ ਬੈਠੀ। ਸੁੰਦਰੀ ਦੇ ਕੋਲ ਪਏ ਫਤਿਹ ਨੂੰ ਗੋਦੀ ਵਿੱਚ ਚੁੱਕ ਕੇ ਉਹਦੇ ਨਾਲ ਗੱਲਾਂ ਕਰਨ ਲੱਗੀ। ਫਤਿਹ, ਤੇਰੀ ਛੋਟੀ ਮਾਂ ਦੇਖ ਤੇਰਾ ਕਿੰਨਾ ਖਿਆਲ ਰੱਖਦੀ ਹੈ, ਤੂੰ ਵੀ ਵੱਡਾ ਹੋ ਕੇ ਛੋਟੀ ਮਾਂ ਦਾ ਇੰਨਾ ਹੀ ਖਿਆਲ ਰੱਖਿਆ ਕਰੇਗਾ ਨਾ? ਤੇ ਫਿਰ ਉਹ ਫਤਿਹ ਦੇ ਸਿਰ ਤੇ ਹੱਥ ਫੇਰ ਕੇ ਪੰਘੂੜੇ ਤੇ ਪਾਉਂਦੀ ਸੁੰਦਰੀ ਨੂੰ ਆਖਣ ਲੱਗੀ, ਸੁੰਦਰੀ ਭੈਣ, ਪਹਿਲੇ ਮੈਨੂੰ ਲੱਗਦਾ ਸੀ ਅਜੀਤ ਦੀ ਤੂੰ ਜਨਮਦਾਤੀ ਹੈ ਤੇ ਮੈਂ ਮਾਂ ਹਾਂ। ਹੁਣ ਮੈਨੂੰ ਲੱਗਦਾ ਤੂੰ ਹੀ ਸਾਰਿਆਂ ਦੀ ਮਾਂ ਹੈ। ਕੱਲ ਦੇ ਦੀਵਾਨ 'ਚ ਆਪਾਂ ਦੋਵੇਂ ਚੱਲਾਂਗੇ, ਬੱਚਿਆਂ ਨੂੰ ਸਵੇਰੇ ਮਾਤਾ ਜੀ ਕੋਲ ਭੇਜ ਦਿਆਂਗੇ। ਸੁੰਦਰੀ ਨੇ ਇਉਂ ਠੀਕ ਹੈ ਆਖਿਆ ਜਿਵੇਂ ਕਹਿੰਦੀ ਹੋਵੇ, ਸੱਤ ਬਚਨ ਭੈਣ। ਰਾਤ ਲੰਘੀ। ਸਵੇਰੇ ਸ਼ਰਧਾਲੂ ਦਰਿਆ ਤੇ ਇਸ਼ਨਾਨ ਕਰਕੇ ਪੰਡਾਲ 'ਚ ਪਰਤ ਰਹੇ ਸਨ। ਕੀਰਤਨੀਏ ਕੀਰਤਨ ਲਈ ਸਾਜ਼ਾਂ ਨੂੰ ਸੁਰ ਕਰ ਰਹੇ ਸਨ। ਲੋਕਾਂ ਦਾ ਠਾਠਾ ਮਾਰਦਾ ਹੜ ਗੁਰੂ ਨੂੰ ਅੱਖਾਂ ਵਿਛਾ ਕੇ ਉਡੀਕ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਸ਼ਬਦ ਕੀਰਤਨ ਆਰੰਭ ਹੋਇਆ। ਕੁਝ ਚਿਰ ਮਗਰੋਂ ਗੁਰੂ ਜੀ ਆ ਪਹੁੰਚੇ। ਪਹਿਲੇ ਬੈਠ ਕੇ ਫਿਰ ਖੜੇ ਹੋ ਕੇ ਸਾਰੀ ਸੰਗਤ ਨੂੰ ਨਿਹਾਰਿਆ। ਫਿਰ ਉਹਨਾਂ ਨੇ ਤਲਵਾਰ ਸੂਤ ਕੇ ਆਖਿਆ, ਮੈਨੂੰ ਇੱਕ ਸੀਸ ਚਾਹੀਦਾ ਹੈ। ਸਾਰੀ ਸੰਗਤ ਹੈਰਾਨ ਜਿਹੀ ਹੋ ਕੇ ਝਾਕਣ ਲੱਗੀ, ਪਰ ਇੱਕ ਬੰਦਾ ਖੜਾ ਹੋ ਕੇ ਹੱਥ ਜੋੜ ਕੇ ਆਖਣ ਲੱਗਾ, ਮੈਂ ਹਾਜ਼ਰ ਹਾਂ ਮਹਾਰਾਜ। ਗੁਰੂ ਜੀ ਉਹਨੂੰ ਤੰਬੂ 'ਚ ਲੈ ਗਏ ਤੇ ਲਹੂ ਭਿੱਜੀ ਤਲਵਾਰ ਬਾਹਰ ਲਿਆ ਕੇ ਉਹਨਾਂ ਨੇ ਲਲਕਾਰ ਕੇ ਆਖਿਆ, ਮੈਨੂੰ ਇੱਕ ਹੋਰ ਸੀਸ ਚਾਹੀਦਾ ਹੈ। ਸੰਗਤ 'ਚ ਹੈਰਾਨੀ ਫੈਲ ਗਈ, ਪਰ ਇਹਨਾਂ ਨੂੰ ਇੱਕ ਸੇਵਕ ਹੋਰ ਹੱਥ ਜੋੜ ਕੇ ਖੜਾ ਹੋ ਗਿਆ ਤੇ ਬੋਲਿਆ, ਮੈਂ ਹਾਜ਼ਰ ਹਾਂ ਮਹਾਰਾਜ। ਉਹਨੂੰ ਵੀ ਗੁਰੂ ਜੀ ਤੰਬੂ 'ਚ ਲੈ ਗਏ ਤੇ ਪਹਿਲਾਂ ਵਾਂਗ ਹੀ ਕੁਝ ਵੱਡੇ ਜਾਣ ਦਾ ਖੜਾਕ ਬਾਹਰ ਸੁਣਿਆ ਤੇ ਲਹੂ ਭਿੱਜੀ ਤਲਵਾਰ ਲੈ ਕੇ ਉੱਚੀ ਕਰਕੇ ਉਹਨਾਂ ਨੇ ਫੇਰ ਕਿਹਾ, ਮੈਨੂੰ ਇੱਕ ਹੋਰ ਸੀਸ ਚਾਹੀਦਾ ਹੈ। ਸੰਗਤ 'ਚ ਹੈਰਾਨੀ ਫੈਲ ਗਈ। ਇਸੇ ਵੇਲੇ ਇੱਕ ਹੋਰ ਸੇਵਕ ਹੱਥ ਜੋੜ ਕੇ ਖੜਾ ਹੋ ਗਿਆ। ਉਹਨੂੰ ਵੀ ਗੁਰੂ ਜੀ ਤੰਬੂ 'ਚ ਲੈ ਗਏ। ਲੋਕਾਂ ਨੇ ਕੁਝ ਵੱਡੇ ਜਾਣ ਦਾ ਖੜਾਕ ਸੁਣਿਆ। ਗੁਰੂ ਜੀ ਫੇਰ ਬਾਹਰ ਆਏ ਤੇ ਉਹੀ ਚੌਥੀ ਤੇ ਪੰਜਵੀਂ ਵਾਰ ਉਹਨਾਂ ਨੇ ਸੀਸ ਮੰਗੇ। ਹਰ ਵਾਰੀ ਇੱਕ ਸਿੱਖ ਹੱਥ ਜੋੜ ਕੇ ਖੜਾ ਹੋ ਜਾਂਦਾ ਰਿਹਾ। ਇਸ ਤਰ੍ਹਾਂ ਉਹਨਾਂ ਪੰਜਾਂ ਨੂੰ ਸਿੰਘ ਸਜਾ ਕੇ ਕੇਸਰੀ ਚੋਲੇ ਤੇ ਨੀਲੀਆਂ ਦਸਤਾਰਾਂ ਨਾਲ ਬਾਹਰ ਲਿਆਏ ਤੇ ਪਾਰ ਕਰਦਿਆਂ ਲੋਹੇ ਦੇ ਬਾਟੇ 'ਚ ਅੰਮ੍ਰਿਤ ਤਿਆਰ ਕੀਤਾ ਤੇ ਜੀਤਾ ਨੇ ਉੱਠ ਕੇ ਵਿੱਚ ਪਤਾਸੇ ਪਾ ਕੇ ਮਿੱਠਤ ਘੋਲੀ। ਉਹ ਅੰਮ੍ਰਿਤ ਸਭ ਤੋਂ ਪਹਿਲਾਂ ਉਹਨਾਂ ਪੰਜਾਂ ਪਿਆਰਿਆਂ ਨੂੰ ਛਕਾਇਆ ਤੇ ਮਗਰੋਂ ਆਪ ਵੀ ਉਹਨਾਂ ਤੋਂ ਅੰਮ੍ਰਿਤ ਛਕਿਆ।
ਤੇ ਨਾਲ ਹੀ ਆਖਿਆ, ਅੱਜ ਤੋਂ ਤੁਹਾਡਾ ਪਿਛਲਾ ਜਨਮ ਨਾਸ, ਧਰਮ ਨਾਸ, ਕਰਮ ਨਾਸ। ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ। ਅੱਜ ਤੋਂ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਹੋ। ਅੱਜ ਤੋਂ ਤੁਹਾਡਾ ਪਿਤਾ ਅੱਜ ਤੋਂ ਤੁਹਾਡਾ ਪਿਤਾ ਗੋਬਿੰਦ ਸਿੰਘ ਹੋਏਗਾ। ਇਉਂ ਜੀਤਾ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਇੱਕ ਕੌਤਕ ਵਰਤਦਾ ਵੇਖਿਆ, ਕਿਵੇਂ ਨਿਮਾਣੇ ਨਤਾਣੇ ਲੋਕਾਂ 'ਚੋਂ ਉੱਠ ਕੇ ਮਰਨ ਜੰਮਣ ਦੇ ਭੈ ਤੋਂ ਮੁਕਤ ਹੋ ਕੇ ਉਹ ਜਿਹੜੇ 5 ਜਣੇ ਸਭ ਤੋਂ ਪਹਿਲਾਂ ਗੁਰੂ ਨੂੰ ਅਰਪਣ ਹੋਏ, ਉਹਨਾਂ ਦੀ ਗੁਰੂ ਦੀ ਛੋਹ ਨਾਲ ਅਜਿਹੀ ਕਾਇਆ ਕਲਪ ਹੋਈ ਕਿ ਅੰਮ੍ਰਿਤ ਛਕ ਕੇ ਜਾਤ ਪਾਤ, ਊਚ ਨੀਚ, ਅਮੀਰ ਗਰੀਬ ਤੇ ਅਖੌਤੀ ਧਰਮਾਂ ਦੀਆਂ ਹੱਦਾਂ ਪਾਰ ਕਰਕੇ ਸਿੰਘ ਸਜ ਗਏ ਤੇ ਗੁਰੂ ਬਰਾਬਰ ਦੇ ਹੋ ਗਏ। ਲੋਕੀ ਹੈਰਾਨ ਹੋ ਕੇ ਦੇਖ ਰਹੇ ਸਨ ਕਿ ਉਹ ਗਵਾਹ ਸਨ। ਉਹਨਾਂ ਦੇ ਸਾਹਮਣੇ ਇੱਕ ਕਰਾਮਾਤ ਵਾਪਰੀ ਸੀ। ਬਹੁਤ ਸਧਾਰਨ ਬੰਦੇ ਉਹਨਾਂ ਦੇ ਸਾਹਮਣੇ ਮਹਾਨ ਸੰਤ ਸਿਪਾਹੀ ਬਣ ਕੇ ਗੁਰੂ ਨੂੰ ਦੀਕਸ਼ਾ ਦੇ ਰਹੇ ਸਨ। ਗੁਰੂ ਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਰਹੇ ਸਨ। ਇਹ ਇੱਕ ਕਲਯੁਗ ਵਿੱਚ ਵਾਪਰਿਆ ਨਵਾਂ ਕੌਤਕ ਸੀ। ਗੁਰੂ ਨੇ ਅੰਮ੍ਰਿਤ ਤਿਆਰ ਕਰਕੇ ਦੈਵੀ ਕਰਮ ਦੁਹਰਾ ਦਿੱਤਾ ਸੀ। ਕਲਯੁਗੀ ਤਾਕਤਾਂ ਹੈਰਾਨ ਪਰੇਸ਼ਾਨ ਖੜੀਆਂ ਝਾਕ ਰਹੀਆਂ ਸਨ। ਉਸ ਦਿਨ ਜੀਤਾ ਨੇ ਵੀ ਸੰਗਤ ਦੇ ਨਾਲ ਸਾਹਿਬ ਦੇ ਪੈਰ ਛੂਹੇ ਤੇ ਚਰਨ ਧੂੜ ਮਸਤਕ ਨੂੰ ਲਾ ਕੇ ਮਨ ਹੀ ਮਨ ਜਿਵੇਂ ਆਖ ਰਹੀ ਸੀ, ਸਾਹਿਬ ਜੀ ਸ਼ੁਕਰ ਹੈ ਕਿ ਇਹ ਜਨਮ ਤੁਮਹਾਰੇ ਲੇਖੇ। ਗੁਰੂ ਦੀ ਸ਼ੋਭਾ ਸੁਣ ਕੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ, ਮਾਇਆ ਤੇ ਸ਼ਸਤਰ ਭੇਟਾ ਕਰਦੀਆਂ ਤੇ ਅੰਮ੍ਰਿਤ ਛਕ ਕੇ ਬੇਅੰਤ ਲੋਕ ਸਿੰਘ ਸਜਣ ਲੱਗ ਪਏ। ਕੁਝ ਲੋਕਾਂ ਦੇ ਮਨ 'ਚ ਦੁਬਦਾ ਵੀ ਉੱਠਦੀ ਕਿ ਇਸ ਤਰ੍ਹਾਂ ਨਾਲ ਭੇਸ ਬਦਲਣ ਦਾ ਕੀ ਮਤਲਬ। ਤਾਂ ਇੱਕ ਦਿਨ ਜਦੋਂ ਮਹਾਂ ਸਿੰਘ ਸ਼ੇਰ ਮਾਰ ਕੇ ਲਿਆਇਆ ਤਾਂ ਗੁਰੂ ਨੇ ਇੱਕ ਗਧਾ ਮੰਗਵਾ ਕੇ ਸ਼ੇਰ ਦੀ ਖਲ ਗਧੇ ਤੇ ਚੜਵਾਤੀ। ਗਧਾ ਆਰਾਮ ਨਾਲ ਖੇਤਾਂ 'ਚ ਚਰਦਾ। ਲੋਕ ਉਸ ਤੋਂ ਡਰਨ ਲੱਗੇ। ਕੁਝ ਦਿਨਾਂ ਮਗਰੋਂ ਫਿਰਦਾ ਤੁਰਦਾ ਗਧਾ ਆਪਣੇ ਮਾਲਕ ਦੇ ਘਰ ਅੱਗੇ ਜਾ ਖਲੋਤਾ। ਅੰਦਰ ਗਧਿਆਂ ਨੂੰ ਹਿਣਕਦੇ ਵੇਖ ਉਹ ਵੀ ਹਿਣਕਣ ਲੱਗ ਪਿਆ। ਕੁਮਾਰ ਨੇ ਬਾਹਰ ਆ ਕੇ ਦੇਖਿਆ ਕਿ ਸ਼ੇਰ ਦੀ ਖਲ ਅੰਦਰ ਉਹਦਾ ਗੁਆਚਿਆ ਗਧਾ ਸੀ। ਉਹਨੇ ਸ਼ੇਰ ਦੀ ਖਲ ਲਾ ਕੇ ਗਧੇ ਨੂੰ ਦੂਜੇ ਗਧਿਆਂ ਨਾਲ ਜਾ ਬੰਨਿਆ। ਇਸ ਦ੍ਰਿਸ਼ਟਾਂਤ ਨਾਲ ਸਿੱਖ ਸਮਝ ਗਏ ਕਿ ਗੁਰੂ ਜੀ ਆਖਦਾ ਹੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਇਸੇ ਗੱਲ ਦਾ ਹੀ ਪ੍ਰਮਾਣ ਹੈ। ਇਸ ਤੋਂ ਮਗਰੋਂ ਗੁਰੂ ਦੇ ਬਚਨ ਸੁਣ ਕੇ ਸਿੰਘ ਸਜੇ ਹੋਏ ਯੋਧਿਆਂ ਨੂੰ ਦੇਖ ਕੇ ਹਿੰਦੂ ਤੇ ਮੁਸਲਮਾਨ ਹੈਰਾਨ ਹੋ ਕੇ ਈਰਖਾ ਕਰਨ ਲੱਗੇ ਕਿ ਇਹ ਕਿਵੇਂ ਬਿਨਾਂ ਰਾਜ ਤੋਂ ਹੀ ਸਦਾ ਰਾਜਿਆਂ ਵਾਂਗ ਰਹਿੰਦੇ ਹਨ। ਵੀਰ ਰਸ ਨਾਲ ਭਰੇ ਹੋਏ, ਵੱਡੇ, ਨਿਡਰ, ਆਪਣੇ ਆਪ 'ਚ ਮਸਤ ਰਹਿੰਦੇ ਹਨ, ਕਿਸੇ ਦੀ ਪਰਵਾਹ ਨਹੀਂ ਕਰਦੇ, ਜ਼ਮੀਨ ਦੀ ਮਾਲਕੀ ਬਿਨਾਂ ਹੀ ਭੌਂ ਪੱਤੀ ਵਾਂਗੂ ਰਹਿੰਦੇ ਹਨ। ਅਨੇਕ ਪ੍ਰਕਾਰ ਦੇ ਸਰੀਰ ਉੱਤੇ ਸ਼ਸਤਰ ਧਾਰਨ ਕਰਦੇ ਹਨ। ਦਾੜੀ ਤੇ ਸਿਰ ਤੇ ਕੇਸਾਂ ਨਾਲ ਸੁੰਦਰ ਮੁੱਛਾਂ ਵਾਲੇ ਬਲੀ ਸੂਰਮੇ ਜਵਾਨ ਬੜੇ ਸ਼ੋਭਦੇ ਹਨ। ਘੋੜੇ ਦੀ ਸਵਾਰੀ ਕਰਕੇ ਇਉਂ ਸਜਦੇ ਹਨ ਕਿ ਕੋਈ ਹੋਰ ਇਸ ਤਰ੍ਹਾਂ ਨਹੀਂ ਸੀ ਲੱਗਿਆ। ਸੰਗਤਾਂ ਹੁਮਾ ਕੇ ਦਰਸ਼ਨਾਂ ਨੂੰ ਆਉਂਦੀਆਂ। ਗੁਰੂ ਜੀ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਨਿਮਾਣਿਆਂ ਨਤਾਣਿਆਂ ਤੇ ਗਰੀਬਾਂ ਦੀ ਕਾਇਆ ਕਲਪ ਕਰਕੇ ਨਾਮ ਦੀ ਸ਼ਕਤੀ ਨਾਲ ਸ਼ਸਤਰ ਵਿੱਦਿਆ ਦੇ ਸਹਾਰੇ ਯੋਧੇ ਸੂਰਮੇ ਬਣਾ ਰਹੇ ਸਨ। ਜਿਨ੍ਹਾਂ ਤੋਂ ਡਰਦਿਆਂ ਪਹਾੜੀ ਰਾਜਿਆਂ ਨੇ ਆਪਣੇ ਰਾਜਾਂ ਵਿੱਚ ਥਾਂ ਥਾਂ ਚੌਂਕੀਆਂ ਬਿਠਾ ਦਿੱਤੀਆਂ ਸਨ ਤੇ ਨਾਲ ਹੀ ਫੌਜੀ ਤਿਆਰੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਸਨ। ਉਹਨਾਂ ਨੂੰ ਡਰ ਸੀ ਕਿ ਗੁਰੂ ਸ਼ਕਤੀਸ਼ਾਲੀ ਹੋ ਕੇ ਕਿਤੇ ਸਾਡੇ ਰਾਜ ਭਾਗ ਹੀ ਨਾ ਖੋਹ ਲਏ। ਇੱਧਰ ਗੁਰੂ ਵੱਲੋਂ ਵੀ ਨੇਜੇ, ਭਾਲੇ, ਬੰਦੂਕਾਂ, ਤਲਵਾਰਾਂ ਬਣਵਾਉਣ ਦਾ ਤੇ ਸਿਖਲਾਈ ਦਾ ਕੰਮ ਬੜੀ ਗੰਭੀਰਤਾ ਨਾਲ ਹੋ ਰਿਹਾ ਸੀ। ਪਹਿਲੇ ਤੇ ਜੀਤਾ ਨੂੰ ਇਹ ਸਭ ਕੁਝ ਮੇਲੇ ਵਾਂਗ ਪ੍ਰਤੀਤ ਹੁੰਦਾ ਸੀ। ਫਿਰ ਜਦੋਂ ਅਨੰਦਪੁਰ ਦੇ ਕਿਲੇ ਤੋਂ ਬਾਹਰ ਰਸਦ ਪਾਣੀ ਲਈ ਜਾਂਦੇ ਸਿੱਖਾਂ ਦੀਆਂ ਪਹਾੜੀ ਰਾਜਿਆਂ ਦੇ ਸੈਨਿਕਾਂ ਨਾਲ ਨਿੱਕੀਆਂ ਮੋਟੀਆਂ ਝੜਪਾਂ ਤੇ ਕਈ ਵਾਰ ਲੜਾਈ 'ਚ ਮੌਤਾਂ ਦੀਆਂ ਖਬਰਾਂ ਆਉਣ ਲੱਗੀਆਂ ਤਾਂ ਜੀਤਾ ਬੜੀ ਭੈਭੀਤ ਹੋ ਜਾਂਦੀ। ਇੱਕ ਦਿਨ ਉਹਨੇ ਗੰਗਾ ਭੂਆ ਨੂੰ ਪੁੱਛਿਆ, ਗੰਗਾ ਭੂਆ, ਮੈਨੂੰ ਸਮਝ ਨਹੀਂ ਲੱਗਦੀ ਇਹ ਸਭ ਕੁਝ ਸਾਹਿਬ ਕਾਹਦੇ ਲਈ ਕਰ ਰਹੇ ਨੇ? ਸਾਡੇ ਕੋਲ ਤਾਂ ਕਿਸੇ ਚੀਜ਼ ਦਾ ਘਾਟਾ ਨਹੀਂ। ਕੁਝ ਚਿਰ ਚੁੱਪ ਰਹਿਣ ਮਗਰੋਂ ਗੰਗਾ ਭੂਆ ਬੋਲੀ, ਸੰਸਾਰ 'ਚ ਜਦੋਂ ਜ਼ੁਲਮ ਤੇ ਪਾਪ ਵੱਧ ਜਾਂਦਾ ਹੈ ਤੇ ਰੱਬ ਆਪਣੀ ਸ਼ਕਤੀ ਦੇ ਕੇ ਕਿਸੇ ਮਹਾਮਾਨਵ ਨੂੰ ਭੇਜਦਾ ਹੈ ਕਿ ਦੇਹਧਾਰੀ ਲੋਕਾਂ ਨੂੰ ਦੱਸ ਸਕੇ ਕਿ 84 ਲੱਖ ਜੂਨਾਂ ਭੁਗਤਣ ਤੋਂ ਮਗਰੋਂ ਇਹ ਮਨੁੱਖਾ ਜਨਮ ਮਿਲਦਾ ਹੈ। ਇਹਨੂੰ ਖਾਣ ਤੇ ਸੌਣ 'ਚ ਹੀ ਨਹੀਂ ਗੁਆ ਦੇਣਾ ਚਾਹੀਦਾ। ਏਡੇ ਦੁਰਲੱਭ ਜੀਵਨ ਨੂੰ ਕਿਸੇ ਅਰਥ ਲਾਉਣ ਦਾ ਵੱਲ ਦੱਸਣ ਲਈ ਉਹ ਮਹਾਮਾਨਵ ਦੇਹਧਾਰੀ ਬਣ ਕੇ ਆਉਂਦਾ ਹੈ, ਪਰ ਉਸ ਅੰਦਰ ਸਾਰੀਆਂ ਰੱਬੀ ਸ਼ਕਤੀਆਂ ਹੁੰਦੀਆਂ ਨਹੀਂ। ਕੋਈ ਇੱਕ ਬੰਦਾ ਇੰਨਾ ਕੁਝ ਭਲਾ ਕਿਵੇਂ ਕਰ ਸਕਦਾ ਹੈ? ਇੱਕ ਪਾਸੇ ਜੰਗਾਂ ਯੁੱਧਾਂ ਦੀ ਸਿਖਲਾਈ, ਦੂਜੇ ਪਾਸੇ ਗ੍ਰੰਥਾਂ ਦਾ ਉਲਥਾ, ਤੀਜੇ ਪਾਸੇ ਲੋਕਾਂ ਦੀ ਕਾਇਆ ਕਲਪ ਤੇ ਫਿਰ ਉਹਨਾਂ ਵਰਗਾ ਗ੍ਰਸਤੀ ਬਣ ਕੇ ਜੀਣਾ। ਮੈਂ ਤਾਂ ਉਹਦੇ ਮੂੰਹ ਵੱਲ ਵੇਖ ਕੇ ਹੈਰਾਨ ਹੁੰਦੀ ਹਾਂ, ਇੰਨਾ ਤੇਜ਼ ਪ੍ਰਤਾਪ। ਭੂਆ ਦੀਆਂ ਗੱਲਾਂ ਸੁਣ ਕੇ ਜੀਤਾ ਆਖਣ ਲੱਗੀ, ਗੰਗਾ ਭੂਆ, ਸਾਹਿਬ ਤਾਂ ਭਲਾ ਏਡੇ ਵੱਡੇ ਵੱਡੇ ਕੰਮ ਕਰਦੇ ਨੇ, ਬਾਕੀ ਇੰਨੇ ਸਾਰੇ ਲੋਕਾਂ ਨੂੰ ਰੱਬ ਉਹੀ ਕਿਉਂ ਦੁਨੀਆ ਤੇ ਸੁੱਟੀ ਜਾਂਦਾ? ਜੀਤਾ ਦੀ ਗੱਲ ਤੇ ਗੰਗਾ ਭੂਆ ਹੱਸ ਪਈ ਤੇ ਆਖਣ ਲੱਗੀ, ਮੈਂ ਵੀ ਤੇਰੇ ਵਾਂਗ ਸੋਚਦੀ ਹੁੰਦੀ ਸੀ ਵੀ ਮੈਂ ਕਾਹਦੇ ਲਈ ਜੱਗ ਤੇ ਆਈ ਹਾਂ। ਮੇਰੇ ਕੰਨੀਓਂ ਕੀ ਥੁੜਿਆ ਪਿਆ ਸੀ ਬਈ ਜੇ ਰੱਬ ਨੇ ਸੰਸਾਰਕ ਜੰਜਾਲਾਂ 'ਚ ਮੈਨੂੰ ਨਹੀਂ ਪਾਇਆ ਤਾਂ ਇੱਕ ਤਰ੍ਹਾਂ ਨਾਲ ਉਹਨੇ ਮੈਨੂੰ ਭਜਨ ਪਾਠ ਕਰਕੇ ਮਰਨ ਜੰਮਣ ਤੋਂ ਪਾਰ ਲੰਘ ਸਕਣ ਦਾ ਮੌਕਾ ਦਿੱਤਾ ਹੈ।
ਨਹੀਂ ਤਾਂ ਮੈਂ ਵੀ ਹੋਰ ਲੋਕਾਂ ਵਾਂਗ ਧੰਦ ਪਿੱਟਦੀ ਜੱਗ ਤੋਂ ਤੁਰ ਜਾਂਦੀ। ਗੰਗਾ ਭੂਆ ਦੀਆਂ ਗੱਲਾਂ ਸੁਣ ਕੇ ਜੀਤਾ ਹੈਰਾਨ ਹੋ ਕੇ ਆਖਣ ਲੱਗੀ, ਗੰਗਾ ਭੂਆ, ਮਰਨ ਜੰਮਣ ਦੇ ਗੇਟ ਤੋਂ ਪਾਰ ਲੰਘਣਾ ਚੰਗਾ ਹੁੰਦਾ, ਜੀਵਨ ਤੈਨੂੰ ਚੰਗਾ ਨਹੀਂ ਲੱਗਦਾ? ਜੀਤਾਂ ਧੀਏ, ਸੰਸਾਰ ਤਾਂ ਦੁੱਖਾਂ ਦਾ ਘਰ ਹੈ। ਮੋਹ ਦੇ ਸਹਾਰੇ ਬੰਦਾ ਜਿਉਂ ਹੀ ਜਾਂਦਾ ਹੈ। ਧੀਆਂ ਪੁੱਤਰਾਂ ਦਾ ਮੋਹ, ਸਕੇ ਸੰਬੰਧੀਆਂ ਦਾ ਮੋਹ, ਧਨ ਦੌਲਤ ਦਾ ਮੋਹ, ਜ਼ਮੀਨਾਂ ਜਾਇਦਾਦਾਂ ਦਾ ਮੋਹ, ਫਿਰ ਗਰੀਬ ਲੋਕਾਂ ਨੂੰ ਆਪਣੇ ਕਸਬ ਨਾਲ ਵੀ ਮੋਹ ਹੋ ਜਾਂਦਾ ਹੈ। ਮੋਹ ਤੋਂ ਛੁਟਕਾਰਾ ਪਾਉਂਦਿਆਂ ਪਾਉਂਦਿਆਂ ਜ਼ਿੰਦਗੀ ਲੰਘ ਜਾਂਦੀ ਹੈ ਤੇ ਅਖੀਰ ਨੂੰ ਬੰਦਾ ਖਾਲੀ ਹੱਥੀਂ ਤੁਰ ਜਾਂਦਾ ਹੈ। ਫਿਰ ਤਾਂ ਗੰਗਾ ਭੂਆ ਵਧੀਆ, ਆਪੇ ਬੰਦਾ ਮਰ ਜਾਵੇ। ਆਪੇ ਮਰਨ ਵਾਲਾ ਸਿਰਫ ਦੇਹ ਨੂੰ ਮਾਰਦਾ ਹੈ, ਇਸ ਲਈ ਆਤਮਘਾਤੀ ਮਹਾਪਾਪੀ ਆਖਿਆ ਗਿਆ। ਆਤਮਾ ਫਿਰ ਹੋਰ ਸਰੀਰ ਲਈ ਭਟਕਦੀ ਹੈ, ਜਦੋਂ ਤਾਈਂ ਉਹ ਆਪਣੇ ਚੰਗੇ ਕਰਮਾਂ ਰਾਹੀਂ ਮੁਕਤੀ ਨੂੰ ਪ੍ਰਾਪਤ ਨਹੀਂ ਹੁੰਦਾ। ਗੰਗਾ ਭੂਆ, ਇਹ ਬੜੀ ਅਜੀਬ ਗੱਲ ਹੈ। ਮਰ ਜਾਣਾ ਫਿਰ ਜੰਮ ਜਾਣਾ। ਪਹਿਲਾਂ ਕਿੱਥੇ ਜੰਮੇ ਸੀ, ਕਿੱਥੇ ਮਰੇ ਸੀ, ਚੇਤਾ ਹੀ ਨਹੀਂ ਰਹਿੰਦਾ। ਫਿਰ ਕਿੱਥੇ ਜੰਮ ਪਏ, ਕਿਉਂ ਜੰਮ ਪਏ, ਇਹ ਰੱਬ ਨੇ ਕੀ ਤਮਾਸ਼ਾ ਬਣਾ ਛੱਡਿਆ। ਸਿਆਣੇ ਲੋਕ ਇਹਨੂੰ ਤਮਾਸ਼ਾ ਸਮਝ ਕੇ ਜਿਉਂਦੇ ਨੇ। ਇਸੇ ਲਈ ਤਾਂ ਗ੍ਰੰਥਾਂ 'ਚ ਇਸ ਜੱਗ ਨੂੰ ਮਿੱਥਿਆ, ਮਾਇਆ, ਲੀਲਾ ਆਖਿਆ ਗਿਆ। ਅਸੀਂ ਸੰਸਾਰੀ ਜੀਵ ਇਸੇ ਨੂੰ ਸੱਚ ਸਮਝ ਕੇ ਭੁਲੇਖਿਆਂ 'ਚ ਸਾਰੀ ਜ਼ਿੰਦਗੀ ਕੱਟ ਦਿੰਦੇ ਹਾਂ। ਕਿੱਥੋਂ ਆਏ ਸੀ, ਕਿੱਥੇ ਜਾਣਾ, ਕਿਸੇ ਨੂੰ ਕੋਈ ਖਬਰ ਨਹੀਂ। ਇਹਨਾਂ ਆਖ ਕੇ ਗੰਗਾ ਭੂਆ ਚੁੱਪ ਕਰ ਗਈ ਤੇ ਜੀਤਾਂ ਵੀ ਜਿਵੇਂ ਕੁਝ ਸੋਚਣ ਲੱਗ ਪਈ। ਅਧਿਆਇ 23ਵਾਂ। ਜੀਤਾਂ ਦੇ ਪਿਤਾ ਜੀ ਨੇ ਕਈ ਵਾਰ ਗੰਗਾ ਭੂਆ ਨੂੰ ਵਾਪਸ ਲਾਹੌਰ ਚੱਲਣ ਲਈ ਆਖਿਆ, ਪਰ ਹਰ ਵਾਰੀ ਜ਼ਿੱਦ ਕਰਕੇ ਜੀਤਾਂ ਗੰਗਾ ਭੂਆ ਨੂੰ ਰੱਖ ਲੈਂਦੀ। ਪਰ ਇਸ ਵਾਰ ਉਹ ਛੇਤੀ ਮੁੜ ਆਉਣ ਦਾ ਆਖ ਕੇ ਹਰਜਸ ਨਾਲ ਲਾਹੌਰ ਚਲੀ ਗਈ। ਪਿੱਛੋਂ ਜੀਤਾਂ ਨੂੰ ਬੜਾ ਅਜੀਬ ਲੱਗਦਾ ਰਿਹਾ। ਲਾਹੌਰੋਂ ਆਏ ਗਏ ਹਰੇਕ ਯਾਤਰੀ ਕੋਲ ਗੰਗਾ ਭੂਆ ਨੂੰ ਪਰਤ ਆਉਣ ਦੇ ਸੁਨੇਹੇ ਭੇਜਦੀ ਰਹੀ। 2 ਮਹੀਨੇ ਲੰਘ ਜਾਣ ਮਗਰੋਂ ਇੱਕ ਦਿਨ ਆਥਣੇ ਜੇ ਜ਼ੋਰਾਵਰ ਨੂੰ ਸਾਹਮਣੇ ਬਿਠਾ ਕੇ ਜੀਤਾ ਨਿੱਕੇ ਜਿਹੇ ਜ਼ੋਰਾਵਰ ਨਾਲ ਹੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਸੀ। ਆਖਣ ਲੱਗੀ, ਬੇਟਾ ਜੀ, ਮੇਰੇ ਦੁੱਧ ਦੀ ਲਾਜ ਰੱਖਣਾ। ਸੁੰਦਰੀ ਜੀ ਦੇ ਪੁੱਤਰਾਂ ਵਾਂਗ ਤੂੰ ਵੀ ਸਾਬਤ ਕਰ ਦੇਈਂ ਕਿ ਤੇਰੇ ਵਰਗਾ ਵੀ ਕੋਈ ਹੋਰ ਨਹੀਂ। ਤੂੰ ਇਹ ਕਦੀ ਨਾ ਭੁੱਲੀ ਕਿ ਤੂੰ ਕਿਸ ਕੁਲ ਵਿੱਚੋਂ ਹੈ ਤੇ ਤੇਰੇ ਪਿਤਾ ਦਾ ਸਾਨੀ ਕੋਈ ਹੋਰ ਨਹੀਂ। ਨਿੱਕਾ ਜਿਹਾ ਜ਼ੋਰਾਵਰ ਬਾਹਾਂ ਉਲਾਰ ਕੇ ਹੱਸ ਕੇ ਉਹਦੀਆਂ ਗੱਲਾਂ ਸੁਣ ਰਿਹਾ ਸੀ। ਭਾਵੇਂ ਉਹਨੂੰ ਸਮਝ ਕੁਝ ਨਹੀਂ ਸੀ ਲੱਗ ਰਿਹਾ, ਪਰ ਮਾਂ ਦਾ ਪਿਆਰਾ ਜਿਹਾ ਮੂੰਹ, ਮਿੱਠੇ ਮਿੱਠੇ ਬੋਲ ਤੇ ਮੁਸਕਰਾਉਂਦੀਆਂ ਅੱਖਾਂ ਉਹਨੂੰ ਬਹੁਤ ਹੀ ਭਾ ਰਹੀਆਂ ਸਨ। ਇੰਨੇ ਨੂੰ ਇੱਕ ਸੇਵਕ ਨੇ ਆ ਕੇ ਦੱਸਿਆ, ਮਾਤਾ ਜੀ, ਤੁਹਾਡੇ ਪੇਕੇ ਲਾਹੌਰ ਤੋਂ ਸੰਗਤ ਦੇ ਨਾਲ ਗੰਗਾ ਭੂਆ ਵੀ ਆ ਗਈ ਹੈ। ਸੁਣ ਕੇ ਜੀਤਾਂ ਨੂੰ ਜਿਵੇਂ ਚਾਅ ਚੜ ਗਿਆ। ਆਉਂਦਿਆਂ ਹੀ ਉਹਨੇ ਗੰਗਾ ਭੂਆ ਨੂੰ ਜੱਫੀ ਪਾ ਲਈ। ਗੰਗਾ ਭੂਆ ਨੇ ਉਹਨੂੰ ਗਲ ਨਾਲ ਲਾਇਆ ਤੇ ਫਿਰ ਸਿਰ ਪਲੋਸਿਆ। ਮਗਰੋਂ ਉਹਦੇ ਪੁੱਤਰ ਦਾ ਵੀ ਸਿਰ ਪਲੋਸਿਆ। ਚਿੱਟੀ ਚੁੰਨੀ ਦੇ ਲੜ ਨਾਲੋਂ ਖੋਲ ਕੇ ਚਾਂਦੀ ਦਾ ਰੁਪਈਆ ਉਹਦੇ ਪੁੱਤਰ ਨੂੰ ਸ਼ਗਨ ਵਜੋਂ ਦਿੱਤਾ। ਇਹ ਤੂੰ ਰਹਿਣ ਦੇ ਗੰਗਾ ਭੂਆ, ਉਹ ਕਹਿਣਾ ਚਾਹੁੰਦੀ ਸੀ, ਇੱਥੇ ਬਥੇਰਾ ਕੁਝ ਹੈ। ਪਰ ਗੰਗਾ ਭੂਆ ਦੇ ਸਾਹਮਣੇ ਉਹਨੂੰ ਇਹ ਕਹਿਣਾ ਚੰਗਾ ਨਾ ਲੱਗਿਆ। ਗੰਗਾ ਭੂਆ ਨੂੰ ਬੈਠਣ ਲਈ ਪੀੜ੍ਹੀ ਦਿੱਤੀ। ਸੇਵਕ ਨੂੰ ਗੰਗਾ ਭੂਆ ਲਈ ਦੁੱਧ ਲਿਆਉਣ ਲਈ ਆਖਿਆ। ਮੈਂ ਬਸ ਪਾਣੀ ਪੀਆਂਗੀ। ਦੁੱਧ ਕਿਉਂ ਨਹੀਂ? ਜੀਤਾ ਨੇ ਹੱਸ ਕੇ ਪੁੱਛਿਆ। ਬਾਹਰ ਸੰਗਤ 'ਚ ਜਦੋਂ ਵਰਤਾਇਆ ਗਿਆ ਸੀ, ਮੈਂ ਉਦੋਂ ਲੈ ਲਿਆ ਸੀ, ਗੰਗਾ ਭੂਆ ਬੋਲੀ। ਗੰਗਾ ਭੂਆ, ਭਗਤ ਜੀ ਦਾ ਕੀ ਹਾਲ ਹੈ? ਉਹ ਤੇ ਫੇਰ ਆਪਣੇ ਰਾਹ ਤੁਰ ਗਿਆ। ਜਿਹਨੂੰ ਰੱਬ ਘਰ ਦੀ ਲਗਨ ਲੱਗ ਜੇ, ਉਹ ਨਹੀਂ ਸੰਸਾਰ ਦੇ ਕਿਸੇ ਵੀ ਜਾਲ ਚੁਲਝਦੇ। ਇੱਕ ਦਿਨ ਆਖਣ ਲੱਗਿਆ, ਗੰਗਾ ਭੈਣ, ਨਿੱਤ ਦਿਨ ਚੜ੍ਹਦਾ, ਛਿਪ ਜਾਂਦਾ, ਨਿੱਤ ਅੰਨ ਪਾਣੀ ਖਾਂਦੇ ਹਾਂ, ਸੌਂ ਰਹਿੰਦੇ ਹਾਂ। ਇਸ ਤਰ੍ਹਾਂ ਤਾਂ ਨਿਰੇ ਅਸੀਂ ਅੰਨ ਦੇ ਕੀੜੇ ਹੋ ਗਏ ਹਾਂ। ਭਗਵਾਨ ਨੇ ਸਾਨੂੰ ਸਿਰਫ ਅੰਨ ਖਾਣ ਲਈ ਤਾਂ ਨਹੀਂ ਭੇਜਿਆ। ਮੈਂ ਆਖਿਆ, ਤੂੰ ਭਜਨ ਕਰਨਾ, ਇੱਥੇ ਕਰੀ ਜਾ। ਤਾਂ ਬੋਲਿਆ, ਸਾਧਾਂ ਦੀ ਸੰਗਤ ਵਿੱਚ ਨਿਰਮਲ ਵਿਚਾਰਾਂ ਦੇ ਚਿੰਤਨ ਮੰਥਨ ਨਾਲ ਸਾਰੀ ਫਿਜ਼ਾ ਹੀ ਨਿਰਮਲ ਹੋ ਜਾਂਦੀ ਹੈ। ਇੱਥੇ ਤਾਂ ਦੁਨੀਆਦਾਰਾਂ ਦੀਆਂ ਲਾਲਸਾਵਾਂ ਹੀ ਚੁਫੇਰੇ ਘੁੰਮਦੀਆਂ ਰਹਿੰਦੀਆਂ ਨੇ। ਬੰਦੇ ਨੂੰ ਸਾਹ ਲੈਣਾ ਹੀ ਔਖਾ ਹੋ ਜਾਂਦਾ ਹੈ। ਤੇ ਜੀਤਾ, ਮੈਨੂੰ ਨਹੀਂ ਸੀ ਪਤਾ ਉਹਨੇ ਚਲੇ ਜਾਣਾ ਹੈ ਤੇ ਇਸੇ ਲਈ ਸਭ ਗੱਲਾਂ ਕਰ ਰਿਹਾ ਸੀ। ਅਸਲ 'ਚ ਨਾ ਉਹਦੀ ਘਰ ਗ੍ਰਸਤੀ ਹੈ ਤੇ ਨਾ ਹੀ ਉਹਨੂੰ ਕੋਈ ਹੋਰ ਚਿੰਤਾ। ਆਖਦੀ ਗੰਗਾ ਭੂਆ ਚੁੱਪ ਕਰ ਗਈ। ਉਹਨੂੰ ਲੱਗਿਆ ਜੀਤਾਂ ਦਾ ਰਾਜ ਭਾਗ ਦੇਖ ਕੇ, ਉਹਦਾ ਸ਼ਾਹੀ ਠਾਠ, ਉਹਦਾ ਸਵਰਗੀ ਮਾਹੌਲ, ਮੈਂ ਕਿੱਥੇ ਹੋਰ ਗੱਲਾਂ 'ਚ ਹੋ ਬੈਠੀ। ਤੇ ਉਹਨੇ ਜੀਤਾਂ ਵੱਲ ਧਿਆਨ ਨਾਲ ਦੇਖਦਿਆਂ ਪੁੱਛਿਆ, ਹੋਰ ਤੇਰਾ ਕੀ ਹਾਲ ਹੈ? ਗੰਗਾ ਭੂਆ, ਹੋਰ ਤਾਂ ਸਭ ਠੀਕ ਹੈ। ਤੇਰੇ ਵਾਂਗ ਨਿੱਕੀਆਂ ਨਿੱਕੀਆਂ ਗੱਲਾਂ ਕਰਨ, ਨਿੱਕੀਆਂ ਨਿੱਕੀਆਂ ਮੱਤਾਂ ਦੇਣ ਵਾਲਾ ਕੋਈ ਨਹੀਂ। ਇੱਥੇ ਤਾਂ ਸਾਰੇ ਜਿਵੇਂ ਮਹਾਮਾਨਵ ਹੋਣ। ਮੈਂ ਤਾਂ ਹੈਰਾਨ ਹੋ ਸਾਰਿਆਂ ਦੇ ਮੂੰਹ ਵੱਲ ਵੇਖਦੀ ਰਹਿੰਦੀ ਹਾਂ। ਪਤੀ ਤਾਂ ਤੇਰਾ ਪਰਮੇਸ਼ਰ ਰੂਪ ਹੈ। ਪਿਛਲੇ ਜਨਮਾਂ ਦੇ ਤੇਰੇ ਕੋਈ ਚੰਗੇ ਕਰਮ ਕੀਤੇ ਹੋਏ ਸੀ। ਮੈਂ ਤਾਂ ਆਖਦੀ ਹਾਂ, ਪਿਛਲੇ ਜਨਮਾਂ 'ਚ ਤੂੰ ਸੁੱਚੇ ਮੋਤੀ ਦਾਨ ਕੀਤੇ ਹੋਣਗੇ। ਗੰਗਾ ਭੂਆ, ਭੈਣ ਸੁੰਦਰੀ ਵੱਲ ਜਦੋਂ ਮੈਂ ਦੇਖਦੀ ਹਾਂ, ਮੈਨੂੰ ਲੱਗਦਾ ਜਿਵੇਂ ਉਹ ਕੋਈ ਅਸਮਾਨੀ ਪਰੀ ਹੋਵੇ, ਜਿਵੇਂ ਰੱਬ ਨੇ ਉਹਨੂੰ ਵਿਹਲੇ ਬੈਠ ਕੇ ਘੜਿਆ ਹੋਵੇ। ਇੰਨੀ ਮਿੱਠੀ, ਏਡੀ ਸਹਿਜ, ਜਿਵੇਂ ਨਿਰਾ ਕੋਈ ਗੀਤ ਹੋਵੇ, ਜਾਂ ਫਿਰ ਹੌਲੀ ਹੌਲੀ ਵਗਦੀ ਸਾਫ਼ ਸ਼ਫਾਫ ਪਾਣੀ ਦੀ ਵੱਡੀ ਸਾਰੀ ਨਦੀ, ਜਾਂ ਫਿਰ ਕੇਸੂ ਦੇ ਫੁੱਲਾਂ ਦਾ ਇੱਕ ਹਰਿਆ ਭਰਿਆ ਰੁੱਖ। ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਵੇਂ ਦੱਸਾਂ ਕਿ ਸੁੰਦਰੀ ਭੈਣ ਮੈਨੂੰ ਕਿਹੋ ਜਿਹੀ ਲੱਗਦੀ ਹੈ। ਗੰਗਾ ਭੂਆ, ਚੰਗਾ ਹੋਇਆ ਤੂੰ ਆ ਗਈ। ਆਪਣੀਆਂ ਕਮਲੀਆਂ ਰਮਲੀਆਂ ਗੱਲਾਂ ਮੈਂ ਤੇਰੇ ਨਾਲ ਹੀ ਕਰ ਸਕਦੀ ਹਾਂ। ਜਦੋਂ ਤੱਕ ਮੈਂ ਸੁੰਦਰੀ ਭੈਣ ਦਾ ਬੱਚਾ ਨਹੀਂ ਸੀ ਦੇਖਿਆ, ਮੈਨੂੰ ਸ੍ਰਿਸ਼ਟੀ ਦੀ ਸਿਰਜਣਾ ਦਾ ਕਰਮ ਨਹੀਂ ਸੀ ਸਮਝ ਆਇਆ।
ਫਿਰ ਆਪਣੇ ਬੱਚਿਆਂ ਦੇ ਨਿੰਮਣ ਤੇ ਜੰਮਣ ਦੇ ਕਰਮ ਵਿੱਚੋਂ ਦੀ ਲੰਘਦਿਆਂ ਮੈਨੂੰ ਲੱਗਿਆ ਔਰਤ ਦਾ ਕੋਈ ਸਾਨੀ ਨਹੀਂ, ਉਹ ਤਾਂ ਧਰਤੀ ਜਿੱਡੀ ਹੈ, ਬ੍ਰਹਮ ਜਿੱਡੀ ਹੈ। ਕਿੰਨਾ ਸੁਖਦਾਈ ਕਰਮ ਹੈ ਜਦੋਂ ਤੁਸੀਂ ਇੱਕ ਬੀਜ ਨੂੰ ਆਪਣੇ ਖੂਨ ਨਾਲ ਸਿੰਜ ਕੇ ਪੁੰਗਰਦਾ ਮਹਿਸੂਸ ਕਰਦੇ ਹੋ। ਫਿਰ ਹੌਲੀ ਹੌਲੀ ਉਹ ਵਿਕਸਦਾ ਹੈ, ਫਿਰ ਉਹਦੇ ਅੰਗ ਬਣਨੇ ਸ਼ੁਰੂ ਹੋ ਜਾਂਦੇ ਨੇ। ਕਿਸ ਤਰ੍ਹਾਂ ਹੀ ਅੰਗ ਮੌਲਣਾ ਸ਼ੁਰੂ ਕਰ ਦਿੰਦੇ ਨੇ, ਇਹਨਾਂ 'ਚ ਪ੍ਰਾਣ ਧੜਕਦਾ ਹੈ, ਸਾਹ ਚੱਲਦੇ ਨੇ, ਚੇਤਨਾ ਦਿੱਖ ਰੂਪ 'ਚ ਉਹਦੇ ਵਿੱਚ ਤੁਰਦੀ ਹੈ ਤੇ ਉਹ ਸਮੁੱਚੀ ਸ੍ਰਿਸ਼ਟੀ ਉਸ ਜੀਵ 'ਚ ਪ੍ਰਵੇਸ਼ ਕਰ ਜਾਂਦੀ ਹੈ ਤੇ ਔਰਤ ਇਸ ਸਾਰੇ ਕਰਮ ਦੀ ਭਾਈਵਾਲ ਹੁੰਦੀ ਹੈ। ਮੇਰਾ ਤਾਂ ਮਨ ਕਰਦਾ ਮੇਰੇ ਹਜ਼ਾਰਾਂ ਲੱਖਾਂ ਪੁੱਤਰ ਹੋਣ। ਉਹ ਜਿਹੜੇ ਤੂੰ ਗੰਗਾ ਭੂਆ ਕਹਿੰਦੀ ਆ ਨਾ, ਮਹਾਭਾਰਤ ਵਿੱਚ ਧ੍ਰਿਤਰਾਸ਼ਟਰ ਦੇ 100 ਪੁੱਤਰ ਸਨ, ਹੁਣ ਮੈਨੂੰ ਇਹ ਬਹੁਤੇ ਨਹੀਂ ਲੱਗਦੇ। ਗੰਗਾ ਭੂਆ, ਐਵੇਂ ਤਾਂ ਨਹੀਂ ਆਖਿਆ ਜਾਂਦਾ ਕਿ ਇਸ ਜੀਵਨ ਲਈ ਦੇਵਤੇ ਵੀ ਤਾਂਘਦੇ ਨੇ। ਤੈਨੂੰ ਸ਼ਾਇਦ ਇਹ ਕਮਲੀਆਂ ਗੱਲਾਂ ਲੱਗਣ, ਮੇਰਾ ਤਾਂ ਜੀ ਕਰਦਾ ਹੁੰਦਾ ਮੈਂ ਬੱਦਲਾਂ 'ਚ ਉੱਡੀ ਫਿਰਾਂ, ਬੱਦਲਾਂ ਦੇ ਕੱਪੜੇ ਪਾ ਲਵਾਂ, ਬੱਦਲਾਂ ਦੀ ਚੁੰਨੀ ਦੀ ਬੁੱਕਲ ਮਾਰ ਲਵਾਂ। ਕਿੱਡੇ ਪਿਆਰੇ ਲੱਗਦੇ ਨੇ ਬੱਦਲ, ਪਤਾ ਨਹੀਂ ਕਿੱਥੋਂ ਤੁਰਦੇ ਨੇ, ਕਹਿੰਦੇ ਨੇ ਸਮੁੰਦਰ 'ਚੋਂ ਪਾਣੀ ਲੈ ਕੇ ਆਉਂਦੇ ਨੇ। ਕਈ ਵਾਰੀ ਮੇਰਾ ਮਨ ਕਰਦਾ ਮੈਂ ਚੰਨ ਤੇ ਚਲੀ ਜਾਵਾਂ, ਕਹਿੰਦੇ ਨੇ ਉੱਥੇ ਬੁੱਢੀ ਮਾਈ ਬੈਠੀ ਚਰਖਾ ਕੱਤਦੀ ਹੈ, ਉਹਨੂੰ ਪੁੱਛਾਂ ਸੂਤ ਕੱਤ ਕੇ ਤੂੰ ਕਿਹਦੇ ਲਈ ਕੱਪੜਾ ਬੁਣੇਂਗੀ, ਲੈ ਤੂੰ ਸੌਂ ਜਾ, ਮੈਂ ਤੇਰੀ ਥਾਈਂ ਚਰਖਾ ਕੱਤਦੀ। ਜੀਤਾਂ ਦੀਆਂ ਗੱਲਾਂ ਸੁਣਦੀ ਗੰਗਾ ਭੂਆ ਨਿੰਮਾ ਨਿੰਮਾ ਮੁਸਕਰਾ ਰਹੀ ਸੀ ਤੇ ਜੀਤਾ ਆਪਣੇ ਰੌਂ 'ਚ ਬੋਲੀ ਜਾ ਰਹੀ ਸੀ। ਆਖਣ ਲੱਗੀ, ਗੰਗਾ ਭੂਆ ਮੈਨੂੰ ਤਾਂ ਭੋਲੇ ਭਾਲੇ ਕਬੂਤਰ, ਸਾਊ ਜਿਹੀਆਂ ਘੁੱਗੀਆਂ, ਲੜਾਕੇ ਤੋਤੇ ਤੇ ਪਿਆਰੀਆਂ ਪਿਆਰੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਬੇਹੱਦ ਆਪਣੇ ਲੱਗਦੇ ਨੇ, ਜਿਵੇਂ ਸਾਰੇ ਮੇਰੇ ਹੀ ਬੱਚੇ ਹੋਣ। ਕਈ ਵਾਰੀ ਤਾਂ ਮੈਨੂੰ ਲੱਗਦਾ ਜਿਵੇਂ ਬੂਟੇ, ਦਰਖਤ, ਵੇਲਾਂ ਸਭ ਮੈਨੂੰ ਜਾਣਦੇ ਨੇ, ਤਾਂ ਹੀ ਤਾਂ ਸਾਰੇ ਮੇਰੇ ਨਾਲ ਗੱਲਾਂ ਕਰਦੇ ਰਹਿੰਦੇ ਨੇ। ਤੈਨੂੰ ਪਤਾ ਗੰਗਾ ਭੂਆ, ਮੇਰੇ ਬੱਚੇ ਕਿੰਨੇ ਪਿਆਰੇ ਨੇ, ਚੰਨ ਸੂਰਜਾਂ ਵਰਗੇ, ਖਿੜੇ ਮਸਤਕਾਂ ਵਾਲੇ, ਨਿੱਕੀਆਂ ਸੂਰਤਾਂ ਵਾਲੇ। ਮੇਰੇ 4 ਪੁੱਤਰ ਨੇ। ਪਹਿਲੇ ਮੈਨੂੰ ਲੱਗਦਾ ਸੀ 2 ਸੁੰਦਰੀ ਦੇ ਪੁੱਤਰ ਨੇ, 2 ਮੇਰੇ। ਹੁਣ ਮੈਨੂੰ ਲੱਗਦਾ ਜਿਵੇਂ ਸੁੰਦਰੀ ਵੀ ਮੇਰੀ ਬੇਟੀ ਹੈ ਜਾਂ ਫਿਰ ਮੈਂ ਉਹਦੀ ਬੇਟੀ ਹਾਂ। ਇੱਕ ਸਾਡੇ ਮਾਤਾ ਗੁਜਰੀ ਨੇ, ਉਹ ਤਾਂ ਜਿਵੇਂ ਪੁਰਾਣੀਆਂ ਜਿੰਨੀਆਂ ਔਰਤਾਂ ਦੀਆਂ ਤੂੰ ਮੈਨੂੰ ਗੱਲਾਂ ਸੁਣਾਉਂਦੀ ਹੁੰਦੀ ਸੀ ਨਾ, ਪਾਰਵਤੀ, ਰੁਕਮਣੀ, ਸੀਤਾ, ਦ੍ਰੋਪਦੀ ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਸਾਰੀਆਂ, ਉਹ ਰਲ ਕੇ ਜਿਵੇਂ ਸਾਡੀ ਮਾਤਾ ਗੁਜਰੀ ਬਣ ਗਈ ਹੋਵੇ। ਮੈਂ ਤਾਂ ਹੈਰਾਨ ਹਾਂ ਕਿ ਐਡੀ ਵੱਡੀ ਔਰਤ ਕਿਵੇਂ ਹੈ, ਧਰਤੀ ਤੋਂ ਲੈ ਕੇ ਅਸਮਾਨ ਜਿੱਡੀ ਉੱਚੀ। ਇਹਦਾ ਸੁਭਾਅ ਇੰਨਾ ਠੰਡਾ ਜਿਵੇਂ ਪਰਬਤ ਦੀ ਤਾਸੀਰ ਲੈ ਕੇ ਆਈ ਹੋਵੇ। ਮੈਂ ਸੋਚ ਸੋਚ ਕੇ ਹੈਰਾਨ ਹੁੰਦੀ ਹਾਂ, ਇਹਨੇ ਆਪਣੇ ਪਤੀ ਦਾ ਦਿੱਲੀ ਤੋਂ ਲਿਆਂਦਾ ਹੋਇਆ ਸੀਸ ਆਪਣੀ ਝੋਲੀ ਕਿਵੇਂ ਪਵਾਇਆ ਹੋਵੇਗਾ। ਉਦੋਂ ਧਰਤੀ ਹੇਠ ਆਇਆ ਭੁਚਾਲੇ ਨੇ ਆਪਣੇ ਕਦਮਾਂ ਤੇ ਸਹਿਜ ਨਾਲ ਕਿਵੇਂ ਰੋਕਿਆ ਹੋਵੇਗਾ। ਮੇਰੇ ਸਾਹਿਬ ਵਰਗਾ ਪੁੱਤਰ ਅਜਿਹੀ ਮਾਂ ਹੀ ਸੰਸਾਰ ਨੂੰ ਦੇ ਸਕਦੀ ਸੀ। ਪਤੀ ਦੀ ਗੈਰ ਹਾਜ਼ਰੀ 'ਚ ਪੁੱਤਰ ਦੀ ਪਰਵਰਿਸ਼ ਜਿਨ੍ਹਾਂ ਆਤਮ ਉਚਾਈਆਂ ਤੱਕ ਕੀਤੀ ਗਈ, ਮਨੁੱਖੀ ਦਰਦ ਦੀਆਂ ਜਿਨ੍ਹਾਂ ਡੂੰਘਾਈਆਂ ਤੱਕ ਥਾਹ ਪਾਈ ਗਈ, ਭਗਤੀ ਤੇ ਸ਼ਕਤੀ ਨੂੰ ਜਿਸ ਕਰਮ ਯੋਗ 'ਚ ਬੰਨਿਆ ਗਿਆ, ਜਿਸ ਹਕੀਕੀ ਇਸ਼ਕ ਦੀ ਬਾਤ ਪਾਈ ਗਈ ਹੈ, ਜਿਸ ਇਲਾਹੀ ਸੁੰਦਰਤਾ ਨੂੰ ਪਹਿਚਾਣਿਆ ਗਿਆ, ਉਸ ਸਭ ਕਾਸੇ ਦੇ ਪਿੱਛੇ ਸਾਡੀ ਮਾਂ ਗੁਜਰੀ ਖੜੀ ਹੈ। ਇਸੇ ਲਈ ਆਪਣੇ ਪੁੱਤਰ ਇਹਦੇ ਕੋਲ ਛੱਡ ਕੇ ਮੈਨੂੰ ਕੋਈ ਚਿੰਤਾ ਨਹੀਂ ਰਹਿੰਦੀ। ਗੰਗਾ ਭੂਆ, ਅੱਜ ਇਹ ਗੱਲਾਂ ਮੈਂ ਤੇਰੇ ਨਾਲ ਕਰ ਰਹੀ ਹਾਂ। ਅਜਿਹੀਆਂ ਗੱਲਾਂ ਮੇਰੀ ਇਕੱਲੀ ਬੈਠੀ ਦੇ ਮਨ 'ਚ ਵੀ ਬਥੇਰੀ ਵਾਰੀ ਲੰਘਦੀਆਂ ਰਹਿੰਦੀਆਂ ਨੇ, ਤੇ ਜਦੋਂ ਮੈਂ ਆਪਣੇ ਸਾਹਿਬ ਵੱਲ ਵੇਖਦੀ ਹਾਂ ਤਾਂ ਮੈਨੂੰ ਸਮਝ ਨਹੀਂ ਲੱਗਦੀ ਮੈਂ ਤੈਨੂੰ ਕਿਵੇਂ ਦੱਸਾਂ ਕਿ ਮੈਨੂੰ ਉਹ ਕਿਹੋ ਜਿਹੇ ਲੱਗਦੇ ਨੇ। ਮਨ ਕਰਦਾ ਮੈਂ ਦੇਖੀ ਜਾਵਾਂ ਤੇ ਜਦੋਂ ਕੁਝ ਬੋਲਦੇ ਨੇ ਜਿਵੇਂ ਅੰਮ੍ਰਿਤ ਵਰਸਦਾ ਹੋਵੇ, ਜਿਵੇਂ ਮੂੰਹ 'ਚੋਂ ਫੁੱਲ ਕਿਰਦੇ ਹੋਣ, ਜਿਵੇਂ ਅਨੰਦਪੁਰ ਦੀ ਇਹ ਧਰਤੀ ਦੇਵ ਭੂਮੀ ਬਣ ਗਈ ਹੋਵੇ। ਗੰਗਾ ਭੂਆ, ਇਹਨਾਂ ਵੱਲ ਵੇਖਦੀ ਜਦੋਂ ਮੈਂ ਪੈਰਾਂ ਹੇਠਲੇ ਘਾਹ ਵੱਲ ਵੇਖਦੀ ਹਾਂ ਤਾਂ ਮੈਨੂੰ ਉਹ ਵੀ ਬੜਾ ਪਿਆਰਾ ਲੱਗਦਾ। ਮਨ ਕਰਦਾ ਸਭ ਕੁਝ ਇਉਂ ਹੀ ਹਮੇਸ਼ਾ ਲਈ ਤੁਰਦਾ ਰਹੇ। ਗੰਗਾ ਭੂਆ ਉਹਦੀਆਂ ਗੱਲਾਂ ਸੁਣਦੀ ਖੁਸ਼ ਵੀ ਹੋ ਰਹੀ ਸੀ ਤੇ ਹੈਰਾਨ ਵੀ। ਉਹਨੂੰ ਲੱਗ ਰਿਹਾ ਸੀ ਜੀਤਾਂ ਦੀ ਜਿਵੇਂ ਕਾਇਆ ਕਲਪ ਹੋ ਗਈ ਹੈ। ਉਹਨੂੰ ਆਪ ਨੂੰ ਵੀ ਪਤਾ ਲੱਗ ਰਿਹਾ ਸੀ ਕਿ ਉਹ ਹੁਣ ਕੌਣ ਹੈ। ਸ਼ੁਕਰ ਹੈ ਰੱਬ ਦਾ ਕਿ ਉਹ ਹੁਣ ਆਨੰਦ ਦੀ ਅਵਸਥਾ 'ਚ ਜਿਉ ਰਹੀ ਹੈ। ਹਾਂ ਸੱਚ ਭੂਆ, ਇੱਕ ਗੱਲ ਦਾ ਤੈਨੂੰ ਦੱਸਣਾ ਹੀ ਭੁੱਲ ਗਈ। ਸਾਹਿਬ ਦੇ ਦਰਬਾਰ 'ਚ ਜਦੋਂ ਕੀਰਤਨ ਹੁੰਦਾ ਤਾਂ ਸੁਰਾਂ ਲਹਿਲਾਉਂਦੀਆਂ ਜਿਵੇਂ ਮੇਰੇ ਖੂਨ 'ਚ ਤੁਰਨ ਲੱਗ ਜਾਂਦੀਆਂ ਨੇ। ਮੈਂ ਸੁਰਾਂ 'ਚ ਭਿੱਜ ਜਾਂਦੀ ਹਾਂ। ਦਰਬਾਰ ਦੀ ਕੀਰਤਨ ਤੋਂ ਬਿਨਾਂ ਵੀ ਮੈਨੂੰ ਜਿਵੇਂ ਕੋਈ ਕਾਇਨਾਤੀ ਧੁਨਾਂ ਸੁਣਦੀਆਂ ਰਹਿੰਦੀਆਂ ਨੇ, ਜਿਵੇਂ ਦੂਰ ਕਿਧਰੇ ਹੌਲੀ ਹੌਲੀ ਇੱਕ ਸੰਗੀਤ ਲਹਿਰਾ ਰਿਹਾ ਹੋਵੇ, ਜਿਵੇਂ ਸਾਰੀ ਕਾਇਨਾਤ ਵਿੱਚ ਦੀ ਅਗੰਮੀ ਧੁਨਾਂ ਦਾ ਸੰਚਾਰ ਹੋਵੇ। ਉਹ ਤਾਂ ਅਸੀਂ ਆਪਣੇ ਆਪ ਦੇ ਸ਼ੋਰ 'ਚ ਗਵਾ ਦਿੰਦੇ ਹਾਂ, ਨਹੀਂ ਤਾਂ ਪੌਣਾ ਵੀ ਗਾਉਂਦੀਆਂ ਨੇ, ਬਨਸਪਤੀ ਵੀ ਗਾਉਂਦੀ ਹੈ, ਪੰਛੀ ਵੀ ਗਾਉਂਦੇ ਨੇ, ਫੁੱਲ ਬੂਟੇ ਗਾਉਂਦੇ ਨੇ, ਧਰਤੀ ਵੀ ਗਾਉਂਦੀ ਹੈ ਤੇ ਸਾਡੇ ਹਿਰਦੇ ਵੀ ਗਾਉਂਦੇ ਨੇ। ਬਸ ਤੁਹਾਨੂੰ ਅੰਦਰਲੇ ਤੇ ਬਾਹਰਲੇ ਸ਼ੋਰ ਤੋਂ ਮੁਕਤ ਹੋਣਾ ਪੈਂਦਾ ਹੈ, ਫੇਰ ਹੀ ਅਨਹਦ ਨਾਦ ਤੁਹਾਡੇ ਅੰਦਰ ਤੇ ਬਾਹਰ ਗੂੰਜਣ ਲੱਗਦਾ। ਗੰਗਾ ਭੂਆ, ਤੈਨੂੰ ਪਤਾ ਤੂੰ ਇਹ ਸਾਰੀਆਂ ਗੱਲਾਂ ਜਾਣਦੀ ਹੈ, ਐਵੇਂ ਤਾਂ ਨਹੀਂ ਤੂੰ ਜਗਤ ਭੂਆ ਬਣ ਗਈ। ਹੁਣ ਤੱਕ ਤਾਂ ਸਭ ਨੂੰ ਭੁੱਲ ਵੀ ਚੁੱਕਿਆ ਹੋਣਾ ਕਿ ਤੂੰ ਸਿਰਫ ਸਾਡੀ ਭੂਆ ਹੈ। ਮੈਨੂੰ ਤਾਂ ਲੱਗਦਾ ਤੂੰ ਕੋਈ ਦੇਵੀ ਭੇਸ ਬਦਲ ਕੇ ਮਾਤਲੋਕ 'ਚ ਆ ਗਈ ਹੈ। ਇਹ ਸ੍ਰਿਸ਼ਟੀ ਕਿੰਨੀ ਖੂਬਸੂਰਤ ਹੈ ਗੰਗਾ ਭੂਆ, ਤੇ ਜ਼ਿੰਦਗੀ ਵੀ। ਬੋਲਦੀ ਬੋਲਦੀ ਜੀਤਾ ਚੁੱਪ ਕਰ ਗਈ। ਉਹਨੂੰ ਲੱਗਿਆ ਗੰਗਾ ਭੂਆ ਨੂੰ ਇਹ ਸਭ ਗੱਲਾਂ ਪਤਾ ਨਹੀਂ। ਉਹਨੇ ਲਾਡ ਨਾਲ ਆਖਿਆ, ਗੰਗਾ ਭੂਆ
ਕੋਈ ਚੰਗੀ ਜੀ ਗੱਲ ਸੁਣਾ ਜੋ ਤੂੰ ਮੈਨੂੰ ਛੋਟੀ ਹੁੰਦੀ ਨੂੰ ਸੁਣਾਉਂਦੀ ਹੁੰਦੀ ਸੀ। ਪਲ ਦੇ ਪਲ ਲਈ ਗੰਗਾ ਭੂਆ ਉਸ ਵੱਲ ਦੇਖਦੀ ਰਹੀ ਤੇ ਫਿਰ ਆਖਣ ਲੱਗੀ। ਇੱਕ ਵਾਰੀ ਕ੍ਰਿਸ਼ਨ ਦ੍ਰੋਪਦੀ ਦੇ ਘਰ ਆਇਆ ਤੇ ਆਖਣ ਲੱਗਾ, ਮੈਨੂੰ ਬੜੀ ਭੁੱਖ ਲੱਗੀ ਹੋਈ ਹੈ। ਦ੍ਰੋਪਦੀ ਨੇ ਚੌਲਾਂ ਵਾਲੇ ਘੜੇ 'ਚ ਹੱਥ ਮਾਰਿਆ। ਉੱਥੇ ਸਿਰਫ ਇੱਕ ਚੌਲ ਸੀ। ਉਹੀ ਇੱਕੋ ਚੌਲ ਉਬਾਲ ਕੇ ਉਹਨੇ ਕ੍ਰਿਸ਼ਨ ਅੱਗੇ ਪਰੋਸ ਦਿੱਤਾ। ਉਹੀ ਇੱਕ ਚੌਲ ਖਾ ਕੇ ਕ੍ਰਿਸ਼ਨ ਨੇ ਆਖਿਆ, ਤੇਰੇ ਭੋਜਨ ਛਕਾਉਣ ਨਾਲ ਮੈਂ ਬੜਾ ਤ੍ਰਿਪਤ ਹੋ ਗਿਆ। ਇਸੇ ਕਥਾ ਨੂੰ ਸੁਣ ਕੇ ਕਲਯੁਗੀ ਲੋਕ ਹੱਸਣ ਲੱਗ ਜਾਂਦੇ ਨੇ ਕਿ ਕੋਈ ਇੱਕ ਚੌਲ ਕੀ ਪਰੋਸੇਗਾ ਤੇ ਇੱਕ ਚੌਲ ਨਾਲ ਕਿਵੇਂ ਕਿਸੇ ਦੀ ਤ੍ਰਿਪਤੀ ਹੋਏਗੀ। ਉਹ ਨਹੀਂ ਜਾਣਦੇ ਕਿ ਹਰ ਗੱਲ ਦੇ ਯਥਾਰਥ ਨਾਲੋਂ ਉਹ ਸੰਦਰਲਾ ਸੱਚ ਕਿਤੇ ਵੱਡਾ ਹੁੰਦਾ ਹੈ। ਭੁੱਖ ਪੇਟ 'ਚ ਨਹੀਂ ਮਨ 'ਚ ਹੁੰਦੀ ਹੈ ਤੇ ਤ੍ਰਿਪਤੀ ਵੀ ਪੇਟ ਦੀ ਨਹੀਂ ਮਨ ਦੀ ਹੁੰਦੀ ਹੈ। ਮਨ ਦੀ ਤ੍ਰਿਪਤੀ ਲਈ ਪੇਟ ਭਰ ਚੌਲ ਜ਼ਰੂਰੀ ਨਹੀਂ ਹੁੰਦੇ। ਇਹ ਗੱਲ ਅੱਜ ਦੇ ਲੋਕਾਂ ਨੂੰ ਸਮਝ ਨਹੀਂ ਪੈਂਦੀ ਜਾਂਦੀ। ਜੀਤਾ ਹੈਰਾਨ ਹੋ ਕੇ ਗੰਗਾ ਭੂਆ ਵੱਲ ਵੇਖ ਰਹੀ ਸੀ, ਜਿਵੇਂ ਗੰਗਾ ਭੂਆ ਕਮਜ਼ੋਰ ਜਿਹੀ ਚਿੱਟੇ ਵਾਲਾਂ ਵਾਲੀ ਇੱਕ ਬਾਲ ਵਿਧਵਾ ਨਾ ਹੋ ਕੇ ਉਹਦੇ ਸਾਹਮਣੇ ਕੋਈ ਦੈਵੀ ਰੂਹ ਬੈਠੀ ਹੋਈ। ਅਧਿਆਇ 24। ਵੇਲਾ ਆਥਣ ਦਾ, ਨਾ ਗਰਮੀ ਨਾ ਸਰਦੀ, ਸੁਹਾਵਣੀ ਜੀ ਰੁੱਤ ਸੀ। ਸਤਸੰਗ ਵਿੱਚ ਕੀਰਤਨ ਪ੍ਰਵਚਨਾਂ ਤੋਂ ਮਗਰੋਂ ਸਾਹਿਬ ਆਪਣੇ ਨਿਵਾਸ ਸਥਾਨ ਤੇ ਪਰਤੇ ਸਨ। ਬੱਚੇ ਆਲੇ ਦੁਆਲੇ ਆਪਣੇ ਨਿੱਕੇ ਨਿੱਕੇ ਸ਼ਾਸਤਰਾਂ ਤੇ ਉਹਨਾਂ ਦੀ ਸਿਖਲਾਈ ਬਾਰੇ ਗੁਰੂ ਸਾਹਿਬ ਨੂੰ ਦੱਸ ਕੇ ਖੁਸ਼ ਹੋ ਰਹੇ ਸਨ। ਇੱਕਾ ਇੱਕ ਜੀਤਾ ਨੇ ਹਥਲਾ ਕੰਮ ਵਿੱਚ ਹੀ ਛੱਡ ਸਾਹਿਬ ਵੱਲ ਮੂੰਹ ਕਰਕੇ ਪੁੱਛਿਆ, ਸਾਹਿਬ, ਬੱਚਿਆਂ ਦੀ ਸਿਖਲਾਈ ਵੇਲੇ ਮੈਂ ਵੀ ਨਾਲ ਚਲੀ ਜਾਇਆ ਕਰਾਂ। ਮੇਰਾ ਜੀ ਕਰਦਾ ਹੈ ਸਾਰੇ ਹਥਿਆਰ ਮੈਨੂੰ ਵੀ ਚਲਾਉਣੇ ਆਉਂਦੇ ਹੋਣ। ਸਾਹਿਬ ਮੁਸਕਰਾ ਕੇ ਜੀਤਾ ਵੱਲ ਝਾਕੇ ਤੇ ਆਖਣ ਲੱਗੇ, ਔਰਤਾਂ ਦੀ ਘੱਟ ਹੀ ਸ਼ਸਤਰਾਂ, ਲੜਾਈਆਂ ਤੇ ਯੁੱਧਾਂ 'ਚ ਦਿਲਚਸਪੀ ਹੁੰਦੀ ਹੈ। ਸਾਹਿਬ, ਸੱਚ ਜਾਣੋ ਤੁਹਾਡੇ ਨਾਲ ਰਹਿੰਦਿਆਂ ਮੈਨੂੰ ਭੁੱਲ ਹੀ ਗਿਆ ਕਿ ਮੈਂ ਔਰਤ ਵੀ ਹਾਂ। ਮੈਨੂੰ ਤਾਂ ਹਰ ਰੂਪ ਹੀ ਆਪਣਾ ਲੱਗਦਾ, ਜਿਵੇਂ ਤੁਹਾਡੇ ਸਿੱਖਾਂ ਸੇਵਕਾਂ ਅੰਦਰ ਮੈਂ ਹੀ ਜਿਉ ਰਹੀ ਹਾਂ। ਤੁਹਾਡੇ ਬੱਚਿਆਂ ਵਿੱਚ ਵੀ, ਤੁਹਾਡੇ ਰੱਥਾਂ ਘੋੜਿਆਂ ਤੇ ਯੁੱਧ ਦੇ ਸਮਾਨ ਵਿੱਚ ਵੀ ਜਿਵੇਂ ਮੈਂ ਹੀ ਜਿਉ ਰਹੀ ਹਾਂ। ਸੱਚ ਦੱਸਾਂ, ਮੈਨੂੰ ਲੱਗਦਾ ਪਤਾ ਨਹੀਂ ਕਿਹੜੇ ਕਿਹੜੇ ਜਨਮ 'ਚ ਤੇ ਕਿਸ ਕਿਸ ਰੂਪ 'ਚ ਤੁਸੀਂ ਮੈਨੂੰ ਪਿਛਾਂਹ ਛੱਡ ਕੇ ਤੁਰ ਆਉਂਦੇ ਰਹੇ ਹੋ। ਹਿਮਾਲਾ ਪਰਬਤ 'ਤੇ ਜਦੋਂ ਤੁਸੀਂ ਬੱਦਲ ਬਣ ਕੇ ਉੱਡੇ ਸੋ ਤਾਂ ਮੈਂ ਨਦੀ ਬਣ ਕੇ ਮਗਰੀ ਵਹਿ ਤੁਰੀ ਸੀ। ਜਦੋਂ ਤੁਸੀਂ ਕੋਈ ਵੱਟ ਬ੍ਰਿਛ ਬਣ ਕੇ ਉੱਗੇ ਸੋ ਤਾਂ ਮੈਂ ਸਾਹਮਣੇ ਇੱਕ ਝਾੜੀ ਬਣੀ ਖਲੋਤੀ ਤੁਹਾਨੂੰ ਤੱਕਦੀ ਰਹੀ ਸੀ। ਹੇਮਕੁੰਡ ਜਦੋਂ ਤੁਸੀਂ ਤਪ ਸਾਧ ਰਹੇ ਸੋ ਤਾਂ ਮੈਂ ਇੱਕ ਚੋਟੀ ਦੀ ਬਰਫ਼ ਬਣੀ ਤੁਹਾਨੂੰ ਨਿਹਾਰਦੀ ਰਹਿੰਦੀ ਸੀ। ਇਸ ਜਨਮ ਮੈਂ ਤੁਹਾਨੂੰ ਕਿਧਰੇ ਨਹੀਂ ਜਾਣ ਦੇਣਾ। ਇਸੇ ਲਈ ਮੇਰਾ ਮਨ ਕਰਦਾ ਹੈ ਮੇਰੇ ਖੰਭ ਉਗਾਉਣ, ਜਿੱਥੇ ਵੀ ਕਿਧਰੇ ਤੁਸੀਂ ਜਾਓ, ਦੂਰ ਅਸਮਾਨਾਂ ਵਿੱਚ ਉੱਡਦੀ ਮੈਂ ਤੁਹਾਨੂੰ ਨਿਹਾਰਦੀ ਰਹਾਂ। ਸਾਹਿਬ, ਤੁਸੀਂ ਮੇਰੀਆਂ ਕਮਲੀਆਂ ਗੱਲਾਂ ਤੇ ਹੱਸਣਾ ਛੱਡਣਾ। ਪਤਾ ਨਹੀਂ ਕਿਸ ਵਰ ਜਾਂ ਸਰਾਪ ਸਦਕਾ ਤਿੰਨੇ ਕਾਲ ਮੇਰੀਆਂ ਅੱਖਾਂ ਦੇ ਅੱਗੇ ਪਹੁੰਚ ਜਾਂਦੇ ਨੇ। ਇਸ ਘੜੀ ਇੱਕ ਵੇਲ ਬਣ ਕੇ ਮੈਂ ਆਪਣੇ ਪਰਿਵਾਰ ਦੇ ਦੁਆਲੇ ਲਿਪਟ ਜਾਣਾ ਚਾਹੁੰਦੀ ਹਾਂ। ਅਸਮਾਨੀ ਬਿਜਲੀ ਬਣ ਕੇ ਕਾੜ ਦੁਸ਼ਮਣਾਂ ਉੱਪਰ ਬਰਸ ਜਾਣਾ ਚਾਹੁੰਦੀ ਹਾਂ। ਇੱਕ ਪਰਲੋ ਦੇ ਮੂਹਰੇ ਬਾਹਾਂ ਫੈਲਾ ਕੇ ਖਲੋ ਜਾਣਾ ਚਾਹੁੰਦੀ ਹਾਂ ਕਿ ਮੈਨੂੰ ਫਨਾਹ ਕੀਤੇ ਬਿਨਾਂ ਕੋਈ ਨੇਰੀ, ਕੋਈ ਤੂਫਾਨ ਅਗਾਂਹ ਨਾ ਲੰਘ ਸਕੇ। ਸਾਹਿਬ, ਤੁਸੀਂ ਚੁੱਪ ਕਿਉਂ ਬੈਠੇ ਹੋ? ਮੈਨੂੰ ਕਲਯੁਗ ਦੇ ਪੈਰਾਂ ਦੇ ਖੜਾਕ ਸੁਣਾਈ ਦੇ ਰਹੇ ਨੇ। ਸਾਹਿਬ, ਕੁਦਰਤ ਦੀ ਇਸ ਖੇਡ ਨੂੰ ਰੋਕੋ। ਤੁਸੀਂ ਚੁੱਪ ਕਿਉਂ ਹੋ? ਤੁਸੀਂ ਇੰਨਾ ਚਿਰ ਸਮਾਧੀ 'ਚ ਜੋ ਬੈਠਦੇ ਹੋ, ਕੀ ਸੋਚਦੇ ਹੋ? ਕਹੋ ਸਰਵ ਸ਼ਕਤੀਮਾਨ ਨੂੰ, ਕਹੋ ਉਸ ਅਗੰਮੀ ਸੰਚਾਲਕ ਨੂੰ ਦੁਨੀਆ ਤੇ ਰਹਿਮ ਕਰੇ। ਤੇ ਫਿਰ ਜੀਤਾ ਘਬਰਾ ਕੇ ਚੁੱਪ ਕਰ ਗਈ। ਅਡੋਲ ਬੈਠੇ ਸਾਹਿਬ ਵੱਲ ਤੱਕਣ ਲੱਗੀ। ਫਿਰ ਬਹੁਤ ਸਹਿਜ ਨਾਲ ਸਾਹਿਬ ਆਖਣ ਲੱਗੇ, ਜੀਤਾ, ਅੰਤਰ ਆਤਮਾ ਦੀ ਸ਼ੁੱਧੀ ਨਾਲ ਜਦੋਂ ਕੋਈ ਕੁਦਰਤ ਤੇ ਕਾਇਨਾਤ ਦੇ ਉਸ ਸਿਰਜਕ ਤੱਕ ਪਹੁੰਚ ਜਾਂਦਾ ਹੈ ਤਾਂ ਤੁਹਾਡੇ ਵਾਂਗ ਤ੍ਰੈਕਾਲ ਦ੍ਰਿਸ਼ਟਾ ਹੋ ਜਾਂਦਾ ਹੈ। ਪਰ ਉਹਨੇ ਦ੍ਰਿਸ਼ਟਾ ਹੋਣ ਤੇ ਹੀ ਨਹੀਂ ਖਲੋ ਜਾਣਾ ਹੁੰਦਾ। ਤਿੰਨਾਂ ਕਾਲਾਂ ਤੋਂ ਪਾਰ ਜੋ ਹੈ ਉਹਨੂੰ ਨਮਸਕਾਰ ਕਰਕੇ ਉਹਦੀ ਰਜ਼ਾ 'ਚ ਰਾਜ਼ੀ ਰਹਿਣਾ ਹੁੰਦਾ ਹੈ। ਜੋ ਵੀ ਝੱਖੜ, ਹਨੇਰੀ, ਤੂਫਾਨ ਜਾਂ ਪਰਲੋ ਆਉਣਗੇ, ਉਹ ਜਿਸ ਤਰ੍ਹਾਂ ਆਉਣਗੇ ਉਸੇ ਤਰ੍ਹਾਂ ਲੰਘ ਵੀ ਜਾਣਗੇ। ਡੋਲਣਾ, ਥਿੜਕਣਾ ਜਾਂ ਪ੍ਰਭੂ ਦੇ ਕਿਰਦਾਰ ਨੂੰ ਚੰਗਾ ਮਾੜਾ ਆਖਣਾ ਸਾਡਾ ਧਰਮ ਨਹੀਂ। ਜੋ ਕੁਝ ਆਖ ਰਹੇ ਹੋ ਉਹ ਮੈਂ ਸਮਝਦਾ। ਤੁਸੀਂ ਧੁੱਪ ਵਾਂਗ, ਪੌਣ ਵਾਂਗ ਤੇ ਪਾਣੀ ਵਾਂਗ ਆਪਣੇ ਇਸ ਸ਼ੁੱਧ ਰੂਪ 'ਚ ਜਿਵੇਂ ਮਰਜ਼ੀ ਵਿਚਰੋ। ਹਾਂ, ਤੁਸੀਂ ਬੱਚਿਆਂ ਨਾਲ ਯੁੱਧ ਵਿੱਦਿਆ ਸਿੱਖਣ ਬੇਸ਼ੱਕ ਚਲੇ ਜਾਇਆ ਕਰੋ। ਇਹਦੇ ਨਾਲ ਹੀ ਤੁਹਾਨੂੰ ਘੋੜ ਸਵਾਰੀ ਵੀ ਸਿੱਖਣੀ ਪਏਗੀ। ਜੀਤਾ ਸਾਹਿਬ ਦੇ ਮੂੰਹ ਵੱਲ ਵੇਖਦੀ ਰਹੀ। ਕੌਣ ਹੈ ਇਹ ਸਾਹਿਬ? ਇਸ ਧਰਤੀ ਤੇ ਕਿਵੇਂ ਆ ਗਏ? ਕਦੇ ਲੋਕ ਸੋਚਿਆ ਕਰਨਗੇ ਕਿ ਸੱਚਮੁੱਚ ਇਸ ਧਰਤੀ ਤੇ ਤੁਰੇ ਫਿਰਦੇ ਸੀ? ਕਿ ਸੱਚਮੁੱਚ ਉਹ ਇੱਕੋ ਵੇਲੇ ਰਾਜਾ ਵੀ ਸੀ, ਰਿਸ਼ੀ ਵੀ, ਗ੍ਰਸਤੀ ਵੀ, ਤਿਆਗੀ ਵੀ, ਮਹਾਂਪੰਡਿਤ ਵੀ ਤੇ ਇੱਕ ਰਮਤਾ ਫਕੀਰ ਵੀ? ਸਾਹਿਬ, ਇੱਕ ਗੱਲ ਹੋਰ ਦੱਸਾਂ, ਮੈਂ ਜਦੋਂ ਤੁਹਾਡੇ ਬੋਲ ਸੁਣਦੀ ਹਾਂ ਤਾਂ ਉਹ ਜਿਵੇਂ ਮੇਰੀ ਰੂਹ ਨੂੰ ਭਿਉਂ ਦਿੰਦੇ ਨੇ। ਉਹ ਲਹਿ ਲਹਾਉਂਦੇ ਹੋਏ ਮੇਰੇ ਲਹੂ 'ਚ ਠੰਡੀ ਪੌਣ ਵਾਂਗ ਰੁਮਕਣ ਲੱਗਦੇ ਨੇ। ਹਰ ਗੱਲ ਜਿਵੇਂ ਮੇਰੇ ਵਜੂਦ 'ਚ ਵਾਵ ਰੋਲਾ ਬਣ ਕੇ ਘੁੰਮਦੀ ਹੈ ਤੇ ਮੈਂ ਉਹਨਾਂ ਬੋਲਾਂ ਦੇ ਸ਼ਬਦਾਂ, ਅਰਥਾਂ ਤੋਂ ਪਾਰ ਸਹਿਜੇ ਸੰਗੀਤ 'ਚ ਖੋ ਜਾਂਦੀ ਹਾਂ। ਉਹ ਮੇਰੇ ਤੇ ਇੱਕ ਜਾਦੂ ਜਿਹਾ ਕਰਦੇ ਨੇ। ਆਖਦੇ ਨੇ
ਸੂਰਜਮੁਖੀ ਦਾ ਇੱਕ ਫੁੱਲ ਹੁੰਦਾ ਹੈ, ਉਹ ਸੂਰਜ ਦੇ ਨਾਲ ਨਾਲ ਹੀ ਆਪਣੀ ਗਰਦਨ ਘੁਮਾ ਕੇ ਮੂੰਹ ਸੂਰਜ ਵੱਲ ਰੱਖਦਾ ਹੈ ਤੇ ਜਦੋਂ ਸੂਰਜ ਛਿਪ ਜਾਂਦਾ ਹੈ ਤੇ ਉਹ ਆਪਣੇ ਆਪ 'ਚ ਸਿਮਟ ਜਾਂਦਾ ਹੈ। ਅਜਿਹੀ ਹੀ ਦਸ਼ਾ ਕੁਝ ਮੇਰੀ ਹੈ। ਤੂੰ ਮੇਰੇ ਪ੍ਰਾਣ ਆਧਾਰ ਹੋ ਸਾਹਿਬ ਜੀ, ਇਸ ਜਨਮ 'ਚ ਨਾ ਕਿਧਰੇ ਖੋ ਜਾਇਓ। ਸਾਹਿਬ ਜੀਤਾਂ ਦੀਆਂ ਬਾਬਰੀਆਂ ਦੀਆਂ ਗੱਲਾਂ ਸੁਣ ਕੇ ਮੁਸਕਰਾਉਂਦੇ ਰਹੇ ਤੇ ਫਿਰ ਆਖਣ ਲੱਗੇ, ਧਰਤੀ ਵਰਗੀ ਜੀਤਾਂ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ। ਬੱਚਿਆਂ ਦੇ ਨਾਲ ਯੁੱਧ ਵਿੱਦਿਆ ਸਿੱਖਣ ਜਾਇਆ ਕਰੋ, ਅਸੀਂ ਤੁਹਾਨੂੰ ਹਮੇਸ਼ਾ ਆਪਣੇ ਨਾਲ ਰੱਖਾਂਗੇ। ਜੀਤਾਂ ਪ੍ਰਸੰਨ ਚਿੱਤ ਨਮਸਕਾਰ ਕਰਕੇ ਸੁੰਦਰੀ ਦੇ ਨਿਵਾਸ ਸਥਾਨ ਵੱਲ ਚਲੀ ਗਈ, ਜਿੱਥੇ ਉਹ ਨਿੱਕੇ ਨਿੱਕੇ ਬੱਚਿਆਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੀ ਸੀ। ਜੀਤਾਂ ਨੂੰ ਲੱਗਿਆ ਸੁੰਦਰੀ ਭੈਣ ਕਿੰਨੀ ਤਕੜੀ ਹੈ, ਹਰ ਸੋਖ ਸੇ ਨਿਆਰੀ। ਸੁੰਦਰੀ ਨੂੰ ਆਖਣ ਲੱਗੀ, ਇਹ ਆਨੰਦਪੁਰ ਦੀ ਨਗਰੀ ਆਪਣਾ ਛੋਟਾ ਜਿਹਾ ਸੰਸਾਰ ਹੈ। ਮੈਂ ਜਦੋਂ ਮਾਤਾ ਜੀ ਵੱਲ ਵੇਖਦੀ ਹਾਂ ਤਾਂ ਉਹਨਾਂ ਦੇ ਚਰਨ ਛੂਹਣ ਨੂੰ ਜੀ ਕਰਦਾ ਹੈ। ਕਿੰਨੇ ਘੋਰ ਸੰਕਟਾਂ ਦਾ ਸਾਹਮਣਾ ਕੀਤਾ ਹੋਏਗਾ ਉਹਨਾਂ ਨੇ, ਜਦੋਂ ਕਿਸੇ ਨੇ ਦੱਸਿਆ ਹੋਏਗਾ ਗੁਰੂ ਤੇਗ ਬਹਾਦਰ ਨੂੰ ਹਾਕਮਾਂ ਨੇ ਸ਼ਹੀਦ ਕਰ ਦਿੱਤਾ। ਬਾਵਰੀ ਹੋ ਕੇ ਰੂਹੀਏ ਚੜ੍ਹ ਜਾਣ ਦੀ ਥਾਂ ਉਸ ਔਰਤ ਨੇ ਆਪਣੇ ਸਬਰ ਦੀਆਂ ਚਾਰੇ ਕੰਨੀਆਂ ਘੁੱਟ ਕੇ ਫੜ ਲਈਆਂ ਤੇ ਅਰਦਾਸ ਕੀਤੀ, ਮੈਨੂੰ ਬਲ ਦਿਓ ਪਤੀ ਦੇਵ ਕਿ ਮੈਂ ਤੁਹਾਡੇ ਲਾਲ ਨੂੰ ਚੜ੍ਹਦੀ ਕਲਾ 'ਚ ਰੱਖ ਸਕਾਂ। ਇਸ ਆਨੰਦਪੁਰ ਦੀ ਧਰਤੀ ਤੇ ਇੱਕ ਸ਼ੀਣੀ ਵਾਂਗ ਉਹਨੇ ਪਹਿਰਾ ਦਿੱਤਾ, ਕੋਈ ਮਰਿਆਦਾ ਭੰਗ ਨਹੀਂ ਹੋਣ ਦਿੱਤੀ। ਸਿੱਖ ਸੰਗਤਾਂ ਉਸੇ ਤਰ੍ਹਾਂ ਆਉਂਦੀਆਂ ਰਹੀਆਂ, ਮਾਤਾ ਜੀ ਦੇ ਚਰਨ ਛੂੰਹਦੀਆਂ ਰਹੀਆਂ ਤੇ ਉਹਨਾਂ ਕੋਲੋਂ ਹਿੰਮਤ ਲੈ ਕੇ ਗੁਰੂ ਘਰ ਦੇ ਅਸੂਲਾਂ ਨੂੰ ਜਿਉਂਦੇ ਰੱਖਣ ਲਈ ਪਹਿਰਾ ਦਿੰਦੀਆਂ ਰਹੀਆਂ। ਜੀਤਾ ਭੈਣ ਜੀ, ਮੈਨੂੰ ਤਾਂ ਉਹ ਘੜੀ ਬੜੀ ਭਿਆਨਕ ਲੱਗਦੀ ਹੈ ਜਦੋਂ ਮਾਤਾ ਜੀ ਨੇ ਪਤੀ ਦਾ ਕੱਟਿਆ ਹੋਇਆ ਸਿਰ ਝੋਲੀ ਪਵਾਇਆ ਹੋਏਗਾ। ਕੋਈ ਵੀ ਔਰਤ ਅਜਿਹੇ ਵੇਲੇ ਡੋਲ ਸਕਦੀ ਹੈ ਤੇ ਰੱਬ ਤੋਂ ਵੀ ਬੇਮੁਖ ਹੋ ਸਕਦੀ ਹੈ, ਪਰ ਇਸ ਕਮਾਲ ਦੀ ਔਰਤ ਨੇ ਪਤੀ ਦੇ ਆਦਰਸ਼ਾਂ ਤੇ ਆਦੇਸ਼ਾਂ ਉੱਤੇ ਫੁੱਲ ਚੜਾਏ, ਲੰਗਰ ਦੀ ਮਰਿਆਦਾ ਕਾਇਮ ਰੱਖੀ, ਆਪਣੇ ਪੁੱਤਰ ਦੀ ਪਰਵਰਿਸ਼ ਕਮਾਲ ਦੀ ਸਮਝ ਤੇ ਦਨਿਆਈ ਨਾਲ ਕੀਤੀ। ਠੀਕ ਹੈ ਸੁੰਦਰੀ ਭੈਣ, ਆਖਦੇ ਨੇ ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ। ਸਾਡਾ ਸਾਹਿਬ ਕਿਸੇ ਅਜਿਹੀ ਮਾਂ ਦਾ ਪੁੱਤਰ ਹੀ ਹੋ ਸਕਦਾ ਸੀ। ਧਰਤੀ ਵਰਗਾ ਧੀਰਜ, ਪਹਾੜ ਜਿੱਡਾ ਜਿਗਰਾ ਰੱਬ ਨੇ ਜਿਵੇਂ 4 ਯੁੱਗਾਂ 'ਚੋਂ ਕਸ਼ੀਦ ਕਰਕੇ ਅਕਲ ਮਾਤਾ ਜੀ ਦੇ ਪੱਲੇ ਨਾਲ ਬੰਨ੍ਹਤੀ ਹੋਵੇ। ਹਾਂ ਜੀਤਾ ਭੈਣ ਜੀ, ਮਾਤਾ ਜੀ ਵਰਗਾ ਚਿਹਰੇ ਤੇ ਨੂਰ ਹਾਰੀ ਸਾਰੀ ਔਰਤ ਦਾ ਨਸੀਬ ਨਹੀਂ ਹੁੰਦਾ। ਪਤਾ ਨਹੀਂ ਕਿੰਨੇ ਕੁ ਜਨਮ ਭਗਤੀ ਕਰਕੇ ਆਏ ਨੇ। ਮੈਨੂੰ ਤਾਂ ਲੱਗਦਾ ਸੁੰਦਰੀ ਭੈਣ, ਅਸੀਂ ਵੀ ਤਾਂ ਪਤਾ ਨਹੀਂ ਕਿੰਨੇ ਜਨਮ ਭਗਤੀ ਕੀਤੀ ਹੋਏਗੀ ਜੋ ਇਹਦੇ ਘਰ ਪੁੱਤਰ ਵਧੂ ਬਣ ਕੇ ਆਈਆਂ। ਮੇਰਾ ਤਾਂ ਮਨ ਕਰਦਾ ਹੈ ਸੁੰਦਰੀ ਭੈਣ, ਹਰ ਜਨਮ 'ਚ ਸਾਡਾ ਇਹੀ ਪਰਿਵਾਰ ਹੋਵੇ। ਸਾਡੇ ਚਾਹੁਣ ਨਾਲ ਕੁਝ ਨਹੀਂ ਹੁੰਦਾ ਜੀਤਾ ਭੈਣ ਜੀ, ਤਾਂ ਅਕਾਲ ਪੁਰਖ ਦੀ ਰਜ਼ਾ ਹੁੰਦੀ ਹੈ। ਸੁੰਦਰੀ ਦੀ ਇਹ ਗੱਲ ਸੁਣ ਕੇ ਪਹਿਲੇ ਸੁੰਦਰੀ ਵੱਲ ਝਾਕਦੀ ਤੇ ਫਿਰ ਸੁੰਦਰੀ ਤੋਂ ਪਾਰ ਝਾਕਦੀ ਜੀਤਾ ਪਤਾ ਨਹੀਂ ਕੀ ਸੋਚਦੀ ਰਹੀ। ਅਧਿਆਇ 25ਵਾਂ। ਸਾਹਿਬ ਦੇਖਦੇ ਜੀਤਾ ਹਰ ਕੰਮ ਬੜੀ ਕਾਹਲੀ ਕਾਹਲੀ ਕਰ ਰਹੀ ਸੀ। ਜ਼ਿੰਦਗੀ 'ਚ ਜਿਵੇਂ ਤੁਰਨ ਦੀ ਥਾਂ ਉਹ ਦੌੜ ਰਹੀ ਹੋਵੇ। ਪਤਾ ਨਹੀਂ ਉਹਨੂੰ ਕੀ ਦਿਖਾਈ ਦੇ ਰਿਹਾ ਸੀ ਕਿ ਹਰ ਵੇਲੇ ਉਹਦੇ ਜੀਅ 'ਚ ਜਿਵੇਂ ਕਾਹਲ ਪਈ ਰਹਿੰਦੀ, ਜਿਵੇਂ ਉਹਨੇ ਹੁਣ ਕਿਧਰੇ ਜਾਣਾ ਹੋਵੇ। ਇੱਕ ਦਿਨ ਜਦੋਂ ਅੱਖਾਂ ਬੰਦ ਕਰੀ ਕਾਹਲੀ ਕਾਹਲੀ ਮਾਲਾ ਫੇਰ ਰਹੀ ਸੀ ਤਾਂ ਅਚਾਨਕ ਸਾਹਿਬ ਉਹਦੇ ਨਿਵਾਸ ਸਥਾਨ 'ਚ ਆ ਗਏ। ਜੀਤਾ ਨੂੰ ਕੋਈ ਪਤਾ ਨਹੀਂ ਲੱਗਿਆ। 2 ਪਲ ਉਸ ਵੱਲ ਝਾਕਦੇ ਰਹੇ, ਫਿਰ ਆਪ ਹੀ ਤਖਤ ਪੋਸ਼ ਉੱਤੇ ਬੈਠ ਕੇ ਚੁੱਪਚਾਪ ਜੀਤਾ ਵੱਲ ਵੇਖਦੇ ਰਹੇ। ਉਹਨਾਂ ਦੀ ਨਜ਼ਰ ਦੀ ਤਾਬ ਨਾਲ ਝੱਲਦੀ ਹੋਈ ਜੀਤਾ ਦੀ ਦੇਹ 'ਚ ਇੱਕ ਕੰਬਣੀ ਲੈ ਗਈ ਤੇ ਉਹਨੇ ਇੱਕ ਅੱਖਾਂ ਖੋਲ੍ਹ ਲਈਆਂ। ਸਾਹਮਣੇ ਸਾਹਿਬ ਨੂੰ ਦੇਖ ਉਹ ਜ਼ਰਾ ਕੁ ਘਬਰਾਈ, ਜਿਵੇਂ ਸਾਹਿਬ ਨੇ ਆਪਣੀ ਸਮਾਧੀ ਅੰਦਰ ਵਿਚਰਦੀ ਜੀਤਾ ਨੂੰ ਪ੍ਰਤੱਖ ਦੇਖ ਲਿਆ ਹੋਵੇ। ਉੱਠ ਕੇ ਜੀਤਾ ਨੇ ਸਾਹਿਬ ਦੇ ਚਰਨ ਛੂਹੇ ਤੇ ਨਮਸਕਾਰ ਕੀਤੀ। ਸਾਹਿਬ ਦੇ ਇਸ਼ਾਰਾ ਕਰਨ ਤੇ ਕੋਲ ਹੀ ਪਏ ਪੀੜੇ ਤੇ ਬੈਠ ਗਈ ਤੇ ਬੋਲੀ, ਇਸ ਕੁਵੇਲੇ ਤੁਸੀਂ ਕਿਵੇਂ ਆ ਗਏ? ਸਾਹਿਬ ਮੁਸਕਰਾਏ ਤੇ ਬੋਲੇ, ਤੁਸੀਂ ਆਪ ਹੀ ਤਾਂ ਸੱਦਿਆ ਸੀ। ਜੀਤਾ ਦੀਆਂ ਪਲਕਾਂ ਝੁਕ ਗਈਆਂ ਕਿ ਸਾਹਿਬ ਨੇ ਉਹਦੇ ਦਿਲ ਵਿੱਚ ਉੱਠੀ ਹਾਕ ਬਿਨਾਂ ਉਹਦੀ ਆਵਾਜ਼ ਕੀਤਿਆਂ ਸੁਣ ਲਈ ਸੀ। ਤੁਹਾਡੇ ਜੀਅ 'ਚ ਇੰਨੀ ਕਾਹਲ ਕਿਉਂ ਪਈ ਰਹਿੰਦੀ ਹੈ? ਸਾਹਿਬ ਨੇ ਬੜੇ ਧੀਰਜ ਨਾਲ ਪੁੱਛਿਆ। ਮੈਨੂੰ ਲੱਗਦਾ ਹਰ ਜਨਮ 'ਚ ਤੁਸੀਂ ਮੈਨੂੰ ਝਕਾਨੀ ਦੇ ਕੇ ਦੂਰ ਲੰਘ ਜਾਂਦੇ ਹੋ। ਇਸ ਵਾਰੀ ਮੈਂ ਤੁਹਾਨੂੰ ਨਹੀਂ ਜਾਣ ਦਿਆਂਗੀ। ਮੈਨੂੰ ਕਾਹਲ ਇਸੇ ਲਈ ਪਈ ਰਹਿੰਦੀ ਹੈ ਕਿ ਮੈਂ ਤੁਹਾਡੇ ਨੇੜੇ ਤੇੜੇ ਹੀ ਰਹਾਂ ਤੇ ਜਾਣ ਵੇਲੇ ਤੁਹਾਥੋਂ ਪਹਿਲਾਂ ਜਾਵਾਂ, ਫੇਰ ਹੀ ਮੈਂ ਤੁਹਾਡੀਆਂ ਅੱਖਾਂ ਤੋਂ ਉੱਜਲ ਹੋਣ ਵੇਲੇ ਭੱਜ ਕੇ ਨਾਲ ਰਲ ਜਾਵਾਂਗੀ। ਫਿਜ਼ਾ 'ਚ ਜੋ ਕੁਝ ਵੀ ਘੁੰਮ ਰਿਹਾ ਮੇਰੇ ਵਿੱਚ ਹੀ ਲੰਘ ਰਿਹਾ। ਫਿਜ਼ਾ ਦੀ ਤਲਖੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਤੁਸੀਂ ਸਮਝ ਰਹੇ ਹੋ ਨਾ ਮੈਂ ਕੀ ਆਖ ਰਹੀ ਹਾਂ? ਸਾਹਿਬ ਨੇ ਬੜੇ ਫਰਮੇ ਨਾਲ ਜੀਤਾ ਦੀਆਂ ਸਭ ਗੱਲਾਂ ਸੁਣੀਆਂ ਸਨ ਤੇ ਹੱਸ ਕੇ ਬੋਲੇ, ਤੁਹਾਡੀਆਂ ਕਈਆਂ ਅਣਕਹੀਆਂ ਮੈਨੂੰ ਸਭ ਸਮਝ ਆਉਂਦੀਆਂ ਨੇ। ਮੈਨੂੰ ਇਕੱਲਿਆਂ ਛੱਡ ਜਾਓਗੇ? ਸਾਹਿਬ ਨੇ ਹੱਸ ਕੇ ਪੁੱਛਿਆ। ਤੁਸੀਂ ਇਕੱਲੇ ਕਿੱਥੇ ਹੋ? ਸਾਰੀ ਸ੍ਰਿਸ਼ਟੀ ਦੀਆਂ ਨੇਕ ਰੂਹਾਂ ਤੁਹਾਡੇ ਅੰਗ ਸੰਗ ਨੇ, ਤਦੇ ਤਾਂ ਮੈਂ ਸਾਰਾ ਵੇਲਾ ਤੁਹਾਨੂੰ ਲੱਭਦੀ ਰਹਿੰਦੀ ਹਾਂ। ਸਾਹਿਬ ਨੇ ਜੀਤਾ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਅੱਗੋਂ ਆਖਣ ਲੱਗੀ, ਸਾਹਿਬ ਇਹ ਸ੍ਰਿਸ਼ਟੀ, ਇਹ ਦੁਨੀਆ ਅਸਲ 'ਚ ਹੈ ਕੀ? ਇਹ ਅਕਾਲ ਪੁਰਖ ਦੀ ਰਚੀ ਮਾਇਆ ਹੈ। ਅਸੀਂ ਸਭ ਇਹਦੇ
ਧੀਆਂ ਪੁੱਤਰਾਂ, ਉਸੇ ਤਰ੍ਹਾਂ ਜਿਵੇਂ ਅਨਾਜ ਦੀ ਮੁੱਠੀ ਕਿਸਾਨ ਦੀ ਜ਼ਿੰਦਗੀ ਦਾ ਹਿੱਸਾ ਹੁੰਦੀ ਹੈ। ਅਨਾਜ ਦੀ ਉਸ ਮੁੱਠੀ ਨੂੰ ਉਹ ਖੇਤ 'ਚ ਖਿਲਾਰ ਦਿੰਦਾ ਹੈ। ਹਰ ਦਾਣਾ ਆਪਣੀ ਸਮਰੱਥਾ ਅਨੁਸਾਰ ਉਸ ਦਾਣੇ ਤੋਂ ਬੂਟਾ ਬਣਦਾ ਹੈ। ਜਿਵੇਂ ਖੇਤ ਵਿੱਚ ਬੀਜੀ ਕਣਕ ਨੂੰ ਮਗਰੋਂ ਸਿੱਟੇ ਪੈ ਜਾਂਦੇ ਨੇ ਤੇ ਉਹੋ ਜਿਹੀ ਕਣਕ ਹੋਰ ਪੈਦਾ ਹੋ ਜਾਂਦੀ ਹੈ। ਉਸ ਕਣਕ ਵਿੱਚੋਂ ਹੀ ਕਿਸਾਨ ਆਪਣਾ ਆਹਾਰ ਲੈਂਦਾ ਹੈ। ਉਸੇ ਵਿੱਚ ਕੁਝ ਕਣਕ ਨੂੰ ਉਹ ਫਿਰ ਬੀਜ ਦਿੰਦਾ ਹੈ। ਇਉਂ ਹੀ ਦਾਣਿਆਂ ਦਾ ਆਉਣ ਜਾਣ ਬਣਿਆ ਰਹਿੰਦਾ ਹੈ। ਕੁਝ ਇਸੇ ਤਰ੍ਹਾਂ ਹੀ ਬੰਦਿਆਂ ਦਾ ਸੰਸਾਰ ਤੇ ਆਉਣਾ ਜਾਣਾ ਹੈ, ਸਾਹਿਬ ਨੇ ਦੱਸਿਆ। ਇਹਦਾ ਮਤਲਬ ਹੈ ਅਸੀਂ ਰੱਬ ਦੀ ਖੇਤੀ ਹਾਂ, ਜੀਤਾ ਨੇ ਹੱਸ ਕੇ ਆਖਿਆ। ਜਿਵੇਂ ਕਿਸਾਨ ਦਾਣਿਆਂ ਤੋਂ ਬਾਹਰ ਵੀ ਹੁੰਦਾ ਤੇ ਉਹਨਾਂ ਦੇ ਵਿੱਚ ਵੀ, ਉਸੇ ਤਰ੍ਹਾਂ ਰੱਬ ਸਾਡੇ ਬਾਹਰ ਵੀ ਹੁੰਦਾ ਤੇ ਅੰਦਰ ਵੀ। ਦਾਣਿਆਂ ਵਾਂਗ ਅਸੀਂ ਉਸ ਤੋਂ ਸੁਤੰਤਰ ਵੀ ਹਾਂ ਤੇ ਉਹਦੇ ਹੁਕਮ ਵਿੱਚ ਬੱਝੇ ਹੋਏ ਵੀ ਹਾਂ। ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਜੀਤਾ ਨੂੰ ਚੁੱਪ ਜਿਹੀ ਦੇਖ ਜਿਵੇਂ ਉਹ ਸਾਹਿਬ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਉਹਨੂੰ ਹੋਰ ਸਪਸ਼ਟ ਕਰਨ ਲਈ ਸਾਹਿਬ ਨੇ ਆਖਿਆ, ਜਿਵੇਂ ਸਮੁੰਦਰ ਦਾ ਪਾਣੀ ਭਾਫ ਬਣ ਕੇ ਉੱਡ ਜਾਂਦਾ ਤੇ ਬੱਦਲ ਬਣ ਕੇ ਬਰਸ ਜਾਂਦਾ, ਧਰਤੀ ਵਿੱਚੋਂ ਦੀ ਹੁੰਦਾ ਹੋਇਆ ਉਹ ਮੁੜ ਸਮੁੰਦਰ ਤੱਕ ਪਹੁੰਚ ਜਾਂਦਾ। ਇਹੋ ਜਿਹੀ ਕੁਝ ਮਨੁੱਖ ਦੇ ਮਰਨ ਜੰਮਣ ਦਾ ਚੱਕਰ ਹੁੰਦਾ ਹੈ। ਇਹਦਾ ਮਤਲਬ ਹੈ ਸਾਹਿਬ ਬੰਦੇ ਦੇ ਆਪਣੇ ਵਾਸਤੇ ਕੁਝ ਵੀ ਨਹੀਂ। ਕਿਸਾਨ ਜਿਵੇਂ ਮਰਜ਼ੀ ਦਾਣੇ ਨੂੰ ਸੁੱਟ ਦੇ, ਬੱਦਲ ਜਿਵੇਂ ਮਰਜ਼ੀ ਬਰਸ ਜਾਏ, ਦਾਣਿਆਂ ਤੇ ਤੁਪਕਿਆਂ ਵਿਚਾਰਿਆਂ ਦੀ ਕੀ ਵਸ ਹੈ? ਫਿਰ ਤਾਂ ਅਸੀਂ ਰੱਬ ਦੇ ਖਿਡੌਣੇ ਹੀ ਹੋਏ ਨਾ, ਜੀਤਾ ਨੇ ਉਤਾਵਲੇ ਮੂੰਹ ਨਾਲ ਪੁੱਛਿਆ। ਨਹੀਂ ਜੀਤਾ, ਉਹ ਸਾਥੋਂ ਵੱਖਰਾ ਦੂਰ ਬੈਠਾ ਤਮਾਸ਼ਾ ਨਹੀਂ ਦੇਖ ਰਿਹਾ। ਸਮੁੰਦਰ ਹੀ ਭਾਫ ਬਣ ਕੇ ਉੱਡਦਾ ਹੈ, ਸਮੁੰਦਰ ਹੀ ਬੱਦਲ ਬਣ ਕੇ ਵਰਸਦਾ ਹੈ, ਸਮੁੰਦਰ ਹੀ ਧਰਤੀ ਦੇ ਉੱਤੋਂ ਦੀ ਹੁੰਦਾ ਹੋਇਆ ਆਪਣੇ ਮੂਲ ਵੱਲ ਪਰਤਦਾ। ਰੱਬ ਵੀ ਉਹੀ ਹਰ ਘੜੀ ਹਰ ਵੇਲੇ ਸਾਡੇ ਨਾਲ ਹੁੰਦਾ, ਸਾਡੇ ਅੰਦਰ ਹੁੰਦਾ। ਅਸੀਂ ਹੀ ਰੱਬ ਹੁੰਦੇ ਹਾਂ। ਜੀਤਾ ਹੈਰਾਨ ਹੋਈ, ਸਾਹਿਬ ਦੇ ਮੂੰਹ ਵੱਲ ਵੇਖ ਰਹੀ ਸੀ। ਫਿਰ ਪੁੱਛਣ ਲੱਗੀ, ਸਾਹਿਬ ਮੈਂ ਇੱਕ ਗੱਲ ਹੋਰ ਪੁੱਛਣੀ ਹੈ। ਗੁਰਬਾਣੀ ਜਿਹੜੇ 5 ਵਕਾਰਾਂ ਤੋਂ ਪਾਰ ਜਾਣ ਲਈ ਆਖਦੀ ਹੈ, ਮੈਂ ਬਥੇਰਾ ਸੋਚਦੀ ਹਾਂ ਪਰ ਮੇਰੇ ਕੋਲੋਂ ਇਹਨਾਂ 'ਚੋਂ ਮੋਹ ਤੋਂ ਪਾਰ ਨਹੀਂ ਲੰਘਿਆ ਜਾਂਦਾ। ਜੀਤਾ ਦੀ ਗੱਲ ਸੁਣ ਕੇ ਸਾਹਿਬ ਮੁਸਕਰਾ ਪਏ ਤੇ ਆਖਣ ਲੱਗੇ, ਅਸੀਂ ਜੀਤਾ ਸ਼ਬਦਾਂ ਦੇ ਹੇਰ ਫੇਰ 'ਚ ਉਲਝ ਜਾਂਦੇ ਹਾਂ। ਗੁਰਬਾਣੀ 'ਚ ਮੋਹ ਦਾ ਮਤਲਬ ਹੈ ਇੱਛਾ। ਤੁਸੀਂ ਜਿਸ ਮੋਹ ਦੀ ਗੱਲ ਕਰਦੇ ਹੋ ਉਹ ਹੈ ਮਮਤਾ। ਮਮਤਾ ਹੀ ਤਾਂ ਸ੍ਰਿਸ਼ਟੀ ਦਾ ਮੂਲ ਕਾਰਨ ਹੈ। ਸਾਹਿਬ ਗੱਲਾਂ ਕਰ ਹੀ ਰਹੇ ਸਨ ਕਿ ਇੱਕ ਸੇਵਕ ਨੇ ਆ ਕੇ ਨਮਸਕਾਰ ਕੀਤੀ ਤੇ ਅਰਜ਼ ਗੁਜ਼ਾਰੀ ਕਿ ਆਗਰੇ ਤੋਂ ਇੱਕ ਵਿਦਵਾਨ ਭੱਜ ਕੇ ਆਪ ਦੀ ਸ਼ਰਨ ਆਇਆ। ਸਾਹਿਬ ਬੋਲੇ, ਉਹਨੂੰ ਆਦਰ ਨਾਲ ਬਿਠਾਓ, ਅੰਨ ਪਾਣੀ ਛਕਾਓ ਤੇ ਆਖੋ ਤੁਸੀਂ ਇੱਥੇ ਆ ਗਏ ਹੋ, ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਆਥਣੇ ਦੀਵਾਨ 'ਚ ਹਾਜ਼ਰ ਹੋ ਜਾਣ। ਜੀ, ਉਸ ਖੱਤਰੀ ਦਾ ਨਾਂ ਨੰਦ ਲਾਲ ਹੈ। ਉਹਦੇ ਨਾਲ ਆਏ ਗਿਆਸੁਦੀਨ ਨੇ ਦੱਸਿਆ ਕਿ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀ ਆਇਤ ਦੀ ਵਧੀਆ ਵਿਆਖਿਆ ਸੁਣ ਕੇ ਆਖਿਆ ਸੀ ਕਿ ਇਸ ਵਿਦਵਾਨ ਨੂੰ ਮੁਸਲਮਾਨ ਬਣਾਓ। ਜੇ ਨਾ ਬਣਦਾ ਤਾਂ ਉਹਨੂੰ ਮਰਵਾ ਦੇਣਾ ਸੀ। ਇਸ ਲਈ ਉੱਥੋਂ ਚੋਰੀਓਂ ਨੱਠ ਕੇ ਆਏ ਹਨ, ਸੇਵਕ ਨੇ ਅੱਗੋਂ ਦੱਸਿਆ। ਸਾਨੂੰ ਉਹਨਾਂ ਦੀ ਬੜੇ ਚਿਰ ਤੋਂ ਉਡੀਕ ਸੀ, ਸਾਹਿਬ ਨੇ ਜਦੋਂ ਆਖਿਆ। ਜੀਤਾ ਹੈਰਾਨ ਹੋ ਕੇ ਉਹਨਾਂ ਵੱਲ ਝਾਕੀ। ਸੇਵਕ ਪ੍ਰਣਾਮ ਕਰਕੇ ਚਲਾ ਗਿਆ। ਜੀਤਾ ਨੇ ਅੱਗੋਂ ਪੁੱਛਿਆ, ਸਾਹਿਬ ਤੁਸੀਂ ਜੋ ਹਰੇਕ ਧਰਮ ਦੇ ਵਿਦਵਾਨ ਸੱਦ ਕੇ ਇੱਥੇ ਵਸਾ ਰਹੇ ਹੋ, ਕੀ ਤੁਸੀਂ ਉਹਨਾਂ ਸਭਨਾਂ ਨੂੰ ਆਪਣੇ ਸਿੱਖ ਬਣਾਉਣਾ? ਨਹੀਂ ਜੀਤਾ, ਮੈਂ ਕਿਸੇ ਨੂੰ ਵੀ ਆਪਣਾ ਧਰਮ ਛੱਡਣ ਲਈ ਨਹੀਂ ਆਖਦਾ, ਸਗੋਂ ਉਹਨਾਂ ਦੇ ਧਰਮ 'ਚ ਜੋ ਚੰਗੀਆਂ ਗੱਲਾਂ ਨੇ ਉਹਨਾਂ ਦਾ ਉਲਥਾ ਗੁਰਮੁਖੀ ਵਿੱਚ ਕਰਵਾਉਣਾ ਚਾਹੁੰਦਾ, ਤਾਂ ਜੋ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਸਾਡੇ ਦੇਸ਼ ਦੇ ਲੋਕਾਂ ਦੀਆਂ ਆਪਣੀਆਂ ਬਣ ਜਾਣ। ਅਸਲ 'ਚ ਧਰਮ ਕੋਈ ਵੀ ਮਾੜਾ ਨਹੀਂ, ਸਗੋਂ ਉਹਦੇ ਪੈਰੋਕਾਰ ਧਰਮ ਨੂੰ ਆਪਣੇ ਜਿੱਡਾ ਬਣਾ ਲੈਂਦੇ ਨੇ। ਬਸ ਇੱਥੇ ਹੀ ਵਿਗਾੜ ਪੈਂਦਾ। ਸਾਹਿਬ ਬੱਚੇ ਤੁਹਾਨੂੰ ਵੀ ਉਨੇ ਹੀ ਪਿਆਰੇ ਲੱਗਦੇ ਨੇ ਜਿੰਨੇ ਮੈਨੂੰ? ਇੱਕ ਜੀਤਾ ਨੇ ਪੁੱਛਿਆ। ਕੀ ਆਪਣੇ ਟਹਿਣੀਆਂ ਫੁੱਲ ਪੱਤੇ ਕਿਸੇ ਰੁੱਖ ਨੂੰ ਵੀ ਘੱਟ ਪਿਆਰੇ ਹੁੰਦੇ ਨੇ? ਸਾਹਿਬ ਨੇ ਉੱਤਰ ਦੇਣ ਦੀ ਥਾਂ ਸਗੋਂ ਸਵਾਲ ਪੁੱਛਿਆ। ਸਾਹਿਬ ਮੈਨੂੰ ਲੱਗਦਾ ਰਹਿੰਦਾ ਜਿਵੇਂ ਤੁਸੀਂ ਬੰਦੇ ਤਾਂ ਹੈਗੇ ਹੀ ਨਹੀਂ, ਨਿਰੇ ਪਰਮੇਸ਼ਰ ਹੋ। ਕੀ ਪਰਮੇਸ਼ਰ ਬੰਦਿਆਂ ਤੋਂ ਬਾਹਰ ਹੁੰਦਾ? ਸਾਹਿਬ ਨੇ ਫਿਰ ਜਵਾਬ ਦੇਣ ਦੀ ਥਾਂ ਸਵਾਲ ਪੁੱਛਿਆ। ਤੁਹਾਡੀਆਂ ਗੱਲਾਂ ਮੈਂ ਬਹੁਤ ਚਿਰ ਸੋਚਦੀ ਰਹਿੰਦੀ ਹਾਂ। ਫਿਰ ਇਹੋ ਲੱਗਦਾ ਧੰਨ ਭਾਗ ਨੇ ਮੇਰੇ ਇਸ ਜਨਮ 'ਚ ਤੁਸੀਂ ਮਿਲੇ ਹੋ। ਇੰਨੇ ਨੂੰ ਵੱਡੇ ਦੋਵੇਂ ਸਾਹਿਬਜ਼ਾਦੇ ਉੱਥੇ ਆ ਪਹੁੰਚੇ। ਸਾਹਿਬ ਨੂੰ ਪ੍ਰਣਾਮ ਕਰਕੇ ਉਹ ਵੱਡੀ ਮਾਂ ਦੇ ਦੁਆਲੇ ਹੋ ਗਏ। ਵੱਡੀ ਮਾਂ, ਛੋਟੀ ਮਾਂ ਨੇ ਜਦੋਂ ਸਬਕ ਸੁਣਿਆ ਸੀ ਤਾਂ ਵੀਰਾ ਵਿੱਚੋਂ ਭੁੱਲ ਗਿਆ ਸੀ। ਜੁਝਾਰ ਨੇ ਅਜੀਤ ਵੱਲ ਸ਼ਰਾਰਤ ਨਾਲ ਦੇਖ ਕੇ ਜੀਤਾ ਨੂੰ ਦੱਸਿਆ। ਛੋਟੀ ਮਾਂ ਨੇ ਝਿੜਕਿਆ ਨਹੀਂ ਫਿਰ ਇਸ ਨੂੰ? ਜੀਤਾ ਨੇ ਪੁੱਛਿਆ। ਛੋਟੀ ਮਾਂ ਵੀਰੇ ਨੂੰ ਤਾਂ ਝਿੜਕ ਦਿੰਦੀ ਹੈ ਪਰ ਮੈਨੂੰ ਨਹੀਂ ਝਿੜਕਦੀ। ਮੈਂ ਉਹਦੇ ਆਖੇ ਕਰਕੇ ਕਦੇ ਦਰਿਆ ਤੇ ਨਹਾਉਣ ਨਹੀਂ ਜਾਂਦਾ। ਵੱਡਾ ਵੀਰਾ ਉਹ ਤੋਂ ਕਿੰਨੀ ਵਾਰ ਪੁੱਛਣ ਲੱਗ ਜਾਂਦਾ, ਛੋਟੀ ਮਾਂ ਮੈਂ ਦਰਿਆ ਦੇ ਨਾ ਆਵਾਂ? ਜੁਝਾਰ ਨੇ ਦੱਸਿਆ। ਉਹਨਾਂ ਨੂੰ ਚੋਲ ਕਰਦੇ ਦੇਖ ਸਾਹਿਬ ਉੱਥੋਂ ਉੱਠ ਕੇ ਆ ਗਏ। ਅਜੀਤ ਜੀਤਾ ਨੂੰ ਦੱਸਣ ਲੱਗਿਆ, ਵੱਡੀ ਮਾਂ ਜੇ ਮੈਂ ਦਰਿਆ ਤੇ ਨਹੀਂ ਜਾਵਾਂਗਾ ਤਾਂ ਤੈਰਨਾ ਕਿਵੇਂ ਸਿੱਖਾਂਗਾ? ਤੂੰ ਅਜੇ ਕਿਸੇ ਸਿੱਖ ਨੂੰ ਨਾਲ ਲੈ ਕੇ ਜਾਇਆ ਕਰ। ਜੀਤਾ ਬੋਲੀ। ਪਲ ਦੇ ਪਲ ਹੀ ਅੱਖਾਂ ਮੁੰਦ ਕੇ ਮਨ ਹੀ ਮਨ ਜੀਤਾ ਨੇ ਜਿਵੇਂ ਗੰਗਾ ਭੂਆ ਨੂੰ ਦੱਸਿਆ, ਦੇਖ ਗੰਗਾ ਭੂਆ ਮੇਰਾ ਪਰਿਵਾਰ। ਅਧਿਆਇ 26ਵਾਂ। ਕਸਮੈਲਾ ਜਿਹਾ ਦਿਨ, ਵਰੂ ਵਰੂ ਕਰਦੇ ਬੱਦਲ ਬਿਨਾਂ ਵਰ੍ਹਿਆਂ ਲੰਘ ਚੱਲੇ ਸਨ।
ਅਸਮਾਨ ਉੱਤੇ ਕੂੰਜਾਂ ਕੁਰਲਾਉਂਦੀਆਂ ਲੰਘੀਆਂ ਜਾ ਰਹੀਆਂ ਸਨ। ਉਂਝ ਤਾਂ ਸਾਰਾ ਕੁਝ ਹਮੇਸ਼ਾ ਵਾਂਗ ਸੀ, ਉਸੇ ਤਰ੍ਹਾਂ ਸੰਗਤਾਂ ਸਜੀਆਂ ਸਨ, ਕੀਰਤਨ ਚੱਲ ਰਿਹਾ ਸੀ। ਪਤਾ ਨਹੀਂ ਕਿਉਂ ਅੱਜ ਜੀਤਾਂ ਦਾ ਸਾਹ ਉਖੜ ਜਾ ਰਿਹਾ ਸੀ। ਉਹ ਬੇਚੈਨ ਜੀ ਹੋ ਕੇ ਕਦੇ ਦਰਿਆ ਵੱਲ ਵੇਖਣ ਲੱਗ ਜਾਂਦੀ, ਕਦੇ ਰੁੱਖਾਂ ਵੱਲ, ਕਦੇ ਪੰਛੀਆਂ ਵੱਲ, ਕਦੇ ਗੁਰੂ ਵੱਲ, ਕਦੇ ਸੰਗਤ ਵੱਲ। ਅੱਜ ਲੰਗਰ ਦੀ ਸੇਵਾ ਵਿੱਚੋਂ ਉੱਠ ਕੇ ਮਾਤਾ ਗੁਜਰੀ ਜੀ ਦੇ ਨਿਵਾਸ ਸਥਾਨ 'ਚ ਚਲੀ ਗਈ। ਪ੍ਰਣਾਮ ਕਰਕੇ ਕੋਲ ਬੈਠ ਗਈ। ਮਾਤਾ ਜੀ ਆਪਣੇ ਧਿਆਨ ਪਾਠ ਕਰਦੇ ਰਹੇ। ਜੀਤਾਂ ਸੋਚ ਰਹੀ ਸੀ, ਕਿੱਡੇ ਤਕੜੇ ਨੇ ਮਾਤਾ ਜੀ। ਜੇ ਆਪਣੇ ਦੁੱਖ ਵਿੱਚ ਹੀ ਗਰਕ ਹੋ ਜਾਂਦੇ, ਪੁੱਤਰ ਦੀ ਸਹੀ ਪਰਵਰਿਸ਼ ਕਿਵੇਂ ਕਰਦੇ। ਤੂੰ ਧੰਨੋ ਮਾਂ, ਜੀਤਾਂ ਨੇ ਮਨ ਹੀ ਮਨ ਆਖਿਆ। ਮਾਤਾ ਜੀ ਨੇ ਸਹਿਜੇ ਅੱਖਾਂ ਖੋਲ੍ਹੀਆਂ ਤੇ ਜੀਤਾਂ ਵੱਲ ਦੇਖ ਕੇ ਪੁੱਛਿਆ, ਕੀ ਗੱਲ ਹੈ ਜੀਤਾਂ ਪੁੱਤਰੀ? ਜੀਤਾਂ ਨੇ ਅਟਕ ਅਟਕ ਕੇ ਨਹੀਂ ਆਖਿਆ, ਮਾਤਾ ਜੀ ਸਾਹਿਬ ਨੂੰ ਆਖੋ, ਸਾਹਿਬ ਨੂੰ ਆਖੋ, ਤੇ ਅੱਗੋਂ ਚੁੱਪ ਕਰ ਗਈ। ਮਾਤਾ ਜੀ ਨੇ ਉੱਠ ਕੇ ਜੀਤਾਂ ਦੇ ਸਿਰ ਤੇ ਹੱਥ ਰੱਖਿਆ ਤੇ ਆਖਿਆ, ਧੀਰਜ ਰੱਖੋ ਪੁੱਤਰੀ, ਲਾਲ ਜੀ ਸਭ ਸਮਝਦੇ ਨੇ। ਮਾਤਾ ਜੀ, ਇਹ ਕਲਯੁਗ ਸਾਨੂੰ ਕਿਸ ਗੱਲ ਦੀ ਸਜ਼ਾ ਦੇ ਰਿਹਾ? ਸਾਨੂੰ ਸਜ਼ਾ ਨਹੀਂ ਦੇ ਰਿਹਾ ਪੁੱਤਰੀ, ਸਾਡਾ ਇਮਤਿਹਾਨ ਲੈ ਰਿਹਾ। ਹਰ ਯੁੱਗ 'ਚ ਭਗਤਾਂ ਨੂੰ ਭੀੜਾਂ ਲਈਆਂ ਨੇ, ਕਿਉਂਕਿ ਮਜ਼ਲੂਮਾਂ ਦਾ ਕਸ਼ਟ ਉਹ ਆਪਣੇ ਉੱਪਰ ਲੈ ਲੈਂਦੇ ਨੇ। ਮਾਤਾ ਜੀ, ਸਾਡੇ ਨਿੱਕੇ ਨਿੱਕੇ ਬੱਚੇ, ਜੀਤਾ ਪੁੱਤਰੀ, ਉਹ ਮੇਰੇ ਸ਼ੇਰ ਦੇ ਬੱਚੇ ਨੇ। ਉਹ ਆਪਣੀ ਕੁੱਲ ਨੂੰ ਕਦੇ ਦਾਗ ਨਹੀਂ ਲੱਗਣ ਦੇਣਗੇ। ਤੂੰ ਪੁੱਤਰੀ ਧਿਆਨ ਅਕਾਲ ਪੁਰਖ ਵੱਲ ਰੱਖਿਆ ਕਰ। ਇਉਂ ਡੋਲੀ ਦਾ ਨਹੀਂ ਹੁੰਦਾ। ਤੂੰ ਤਾਂ ਮੇਰੀ ਸ਼ੇਰਨੀ ਧੀ ਹੈ, ਗਿੱਦੜਾਂ ਬਘਿਆੜਾਂ ਤੋਂ ਨਹੀਂ ਡਰੀਦਾ। ਕੁਝ ਦੇਰ ਚੁੱਪਚਾਪ ਬੈਠਣ ਤੋਂ ਮਗਰੋਂ ਜੀਤਾ ਨਮਸਕਾਰ ਕਰਕੇ ਹੌਲੀ ਹੌਲੀ ਤੁਰਦੀ ਸੁੰਦਰੀ ਕੋਲ ਗਈ। ਉਹ ਸੰਗਤ ਦੇ ਨਾਲ ਲੋਹ ਤੇ ਰੋਟੀਆਂ ਲੁਹਾ ਰਹੀ ਸੀ। ਜੀਤਾ ਉੱਥੇ ਬੈਠ ਕੇ ਪ੍ਰਸ਼ਾਦੇ ਵੇਲਣ ਲੱਗ ਪਈ। ਵਿੱਚ ਵਿੱਚ ਉਹ ਸੁੰਦਰੀ ਦੇ ਮੂੰਹ ਵੱਲ ਤੱਕ ਲੈਂਦੀ, ਜੋ ਗੈਰ ਗੰਭੀਰ ਤੇ ਸ਼ਾਂਤ ਸੀ। ਪ੍ਰਸ਼ਾਦਿਆਂ ਦੀ ਸੇਵਾ ਮੁਕਾ ਕੇ ਦੀਵਾਨ 'ਚ ਮੱਥਾ ਟੇਕ ਕੇ ਉਹ ਆਪਣੇ ਨਿਵਾਸ ਸਥਾਨ 'ਚ ਆ ਗਈ। ਅੱਜ ਉਹਨੇ ਪ੍ਰਸ਼ਾਦਾ ਵੀ ਨਹੀਂ ਸੀ ਛਕਿਆ। ਸਾਰੇ ਕੰਮ ਮੁਕਾ ਕੇ ਸਾਹਿਬ ਵੀ ਉੱਥੇ ਆ ਗਏ। ਉਹਨਾਂ ਨੇ ਜੀਤਾਂ ਦਾ ਤੌਖਲੇ ਭਰਿਆ ਚਿਹਰਾ ਭਾਂਪ ਲਿਆ ਸੀ। ਤਖਤ ਪੋਸ਼ ਤੇ ਬੈਠਦਿਆਂ ਸਾਹਿਬ ਹੱਥ ਲਿਖਤ ਪੋਥੀਆਂ ਸੰਭਾਲਦੀ ਜੀਤਾਂ ਵੱਲ ਤੱਕ ਕੇ ਬੋਲੇ, ਜੀਤਾਂ ਪ੍ਰਸ਼ਾਦਾ ਨਹੀਂ ਛਕਣਾ ਤਾਂ ਦੁੱਧ ਦਾ ਗਲਾਸ ਪੀ ਲੈ। ਜੀਤਾਂ ਮੁੜ ਕੇ ਉਹਨਾਂ ਵੱਲ ਝਾਕੀ ਤੇ ਹੁਕਮ ਮੰਨ ਕੇ ਰਸੋਈ ਵੱਲ ਜਾ ਕੇ ਦੁੱਧ ਦਾ ਗਲਾਸ ਪੀ ਕੇ ਹੱਥ ਧੋ ਕੇ ਮੁੜ ਸਾਹਿਬ ਕੋਲ ਆ ਕੇ ਚੌਂਕੀ ਤੇ ਆ ਬੈਠੀ। ਸਾਹਿਬ ਨੂੰ ਪਤਾ ਸੀ ਜੀਤਾਂ ਦਾ ਮਨ ਅੱਜ ਬੜਾ ਬੇਚੈਨ ਹੈ। ਚੁੱਪ ਕਰਕੇ ਜਿਵੇਂ ਕੁਝ ਸੋਚਦੇ ਰਹੇ, ਦੂਰ ਫਿਜ਼ਾ 'ਚ ਝਾਕਦੇ ਰਹੇ। ਇੱਕ ਜੀਤਾਂ ਨੇ ਲੰਬਾ ਸਾਹ ਭਰ ਕੇ ਆਖਿਆ, ਸਾਹਿਬ ਇਹ ਕਿਉਂ ਨਹੀਂ ਹੋ ਸਕਦਾ ਕਿ ਆਪਾਂ ਆਪਣੇ ਪਰਿਵਾਰ ਨੂੰ ਲੈ ਕੇ ਦੂਰ ਕਿਧਰੇ ਪਹਾੜਾਂ ਉੱਤੇ, ਜੰਗਲਾਂ 'ਚ ਜਾਂ ਸ਼ਾਂਤੀ ਨਾਲ ਰਹੀਏ। ਤੁਸੀਂ ਆਪਣਾ ਭਜਨ ਪਾਠ ਕਰਿਆ ਕਰੋ, ਮਾਤਾ ਜੀ ਵੀ ਸ਼ਾਂਤੀ 'ਚ ਰਹਿਣਗੇ। ਜੀਤਾਂ ਦੀ ਗੱਲ ਸੁਣ ਕੇ ਸਾਹਿਬ ਉਹਦੇ ਮਨ ਦੀ ਦਸ਼ਾ ਨੂੰ ਸਮਝਦੇ ਕਹਿਣ ਲੱਗੇ, ਅਸੀਂ ਦੂਰ ਪਹਾੜਾਂ ਉੱਤੇ ਜੰਗਲਾਂ 'ਚ ਜਾ ਕੇ ਜੇ ਰਹਾਂਗੇ ਤਾਂ ਕਿਸ ਚੀਜ਼ ਨੂੰ ਬਚਾਉਣ ਲਈ ਅਸੀਂ ਉੱਥੇ ਛੁਪਾਂਗੇ? ਕਿ ਮੌਤ ਨੂੰ ਭੱਜ ਕੇ ਉੱਥੇ ਲੁਕਾਂਗੇ? ਮੌਤ ਤੋਂ ਭੱਜ ਕੇ ਉੱਥੇ ਲੁਕਾਂਗੇ? ਮੌਤ ਨੇ ਤਾਂ ਜਿੱਥੇ ਵੀ ਕੋਈ ਹੋਵੇ ਉੱਥੇ ਹੀ ਲੱਭ ਲੈਣਾ ਹੁੰਦਾ। ਨਾਲੇ ਜੇ ਅਕਾਰਤ ਹੀ ਵਰ੍ਹਿਆਂ ਦੇ ਵਰ੍ਹੇ ਜਿਉਂਦੇ ਵੀ ਰਹੇ, ਇਹਦੇ ਨਾਲ ਕੀ ਹੋ ਜਾਊਗਾ? ਜਿਨ੍ਹਾਂ ਬੱਚਿਆਂ ਲਈ ਤੁਸੀਂ ਇੰਨੇ ਪਰੇਸ਼ਾਨ ਹੋ ਰਹੇ ਹੋ, ਉਹਨਾਂ ਨੂੰ ਕਿਧਰੇ ਲੁਕਾ ਵੀ ਲਓਗੇ ਤਾਂ ਵਕਤ ਨਾਲ ਉਹ ਵੱਡੇ ਹੋ ਜਾਣਗੇ, ਬੁੱਢੇ ਹੋ ਜਾਣਗੇ, ਫਿਰ ਮਰ ਜਾਣਗੇ। ਸਾਹਿਬ ਦੀਆਂ ਦਲੀਲਾਂ ਅੱਗੇ ਜੀਤਾਂ ਕੋਲ ਕੋਈ ਜਵਾਬ ਨਹੀਂ ਸੀ। ਉਹਦੀਆਂ ਅੱਖਾਂ ਭਰ ਆਈਆਂ ਤੇ ਡੂੰਘਾ ਸਾਹ ਭਰ ਕੇ ਬੋਲੇ, ਸਾਹਿਬ ਮੇਰੀ ਅੰਦਰਲੀ ਮਾਂ ਮੋਹ ਵਸ ਤੁਹਾਨੂੰ ਸਵਾਲ ਕਰਨ ਲੱਗ ਜਾਂਦੀ ਹੈ। ਜੀਤਾਂ, ਜੋ ਕੁਝ ਅਕਾਲ ਪੁਰਖ ਕਰਦਾ ਉਸ ਵਿੱਚ ਹੀ ਭਲਾ ਮਨਾਓ। ਕਰਤੱਵ ਤੋਂ ਮੂੰਹ ਮੋੜਨਾ ਕਾਇਰਾਂ ਦਾ ਕੰਮ ਹੁੰਦਾ ਹੈ। ਜਿਨ੍ਹਾਂ ਨੂੰ ਅਸੀਂ ਨਿਆਸਰੇ ਛੱਡ ਕੇ ਪਹਾੜਾਂ ਵੱਲ ਜਾਵਾਂਗੇ, ਉਹ ਵੀ ਤਾਂ ਸਾਡੇ ਬੱਚੇ ਨੇ। ਜੀਤਾਂ, ਇਹ ਸਾਰੀ ਖਲਕਤ ਤੁਹਾਡੇ ਬੱਚੇ ਨੇ। ਇਹਨਾਂ ਬਾਰੇ ਸੋਚ ਕੇ ਤਕੜੇ ਹੋ ਕੇ ਜੀਓ। ਸਾਹਿਬ ਨੇ ਜਦੋਂ ਆਖਿਆ, ਜੀਤਾਂ ਨੇ ਹੱਥ ਜੋੜ ਕੇ ਸੀਸ ਝੁਕਾ ਦਿੱਤਾ। ਕਿੰਨਾ ਚਿਰ ਚੁੱਪ ਵਰਤੀ ਰਹੀ। ਫਿਰ ਬਾਹਰੋਂ ਜੀਤ ਦੀ ਆਵਾਜ਼ ਆਈ, ਵੱਡੀ ਮਾਂ ਆਜੋ ਚੱਲੀਏ। ਉੱਠੀ ਸਾਹਿਬ ਨੂੰ ਨਮਸਕਾਰ ਕੀਤੀ ਤੇ ਬੱਚਿਆਂ ਦੇ ਨਾਲ ਉੱਧਰ ਨੂੰ ਹੋ ਤੁਰੀ ਜਿੱਥੇ ਉਹਨਾਂ ਦੀ ਸ਼ਸਤਰ ਵਿੱਦਿਆ ਦੀ ਸਿਖਲਾਈ ਹੁੰਦੀ ਸੀ। ਉਹ ਸਿਰਫ ਆਪ ਸ਼ਸਤਰ ਚਲਾਉਣੇ ਸਿੱਖਦੀ ਨਹੀਂ ਸੀ, ਸਗੋਂ ਛੋਟੇ ਬੱਚਿਆਂ ਨੂੰ ਆਪ ਸਿਖਾ ਵੀ ਰਹੀ ਸੀ। ਇਹ ਉਹਦਾ ਨਿੱਤ ਦਾ ਕਰਮ ਹੋ ਗਿਆ ਸੀ। ਇਸੇ ਲਈ ਅਜੀਤ ਉਹਨੂੰ ਉਡੀਕ ਕੇ ਸੱਦਣ ਲਈ ਆ ਗਿਆ ਸੀ। ਕੁਝ ਵਿੱਥ ਤੇ ਜੁਝਾਰ ਵੀ ਖੜਾ ਸੀ। ਬੱਚਿਆਂ ਦੇ ਨਾਲ ਜਾਂਦੀ ਜੀਤਾਂ ਉਹਨਾਂ ਨੂੰ ਦੱਸਣ ਲੱਗੀ, ਤੁਹਾਡੇ ਦਾਦਾ ਜੀ ਨੂੰ ਹਾਕਮਾਂ ਨੇ ਸ਼ਹੀਦ ਕਰ ਦਿੱਤਾ ਸੀ। ਕਿ ਉਦੋਂ ਸਿੱਖ ਲੜਦੇ ਨਹੀਂ ਸੀ ਹੁੰਦੇ? ਉਹਨਾਂ ਨੇ ਹਾਕਮਾਂ ਦੇ ਗਲ ਕਿਉਂ ਨਾ ਵੱਢੇ? ਨਾਲੇ ਸਾਡੇ ਦਾਦਾ ਜੀ ਇੰਨੇ ਕਮਜ਼ੋਰ ਤਾਂ ਨਹੀਂ ਹੋਣੇ? ਅਜੀਤ ਨੇ ਤਲਖੀ ਨਾਲ ਪੁੱਛਿਆ। ਨਹੀਂ ਬੇਟਾ, ਉਹ ਸ਼ਾਂਤੀ ਦੇ ਪੁੰਜ ਸਨ। ਉਹ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦੇਣਾ ਚਾਹੁੰਦੇ ਸਨ। ਪਰ ਤੁਸੀਂ ਤਾਂ ਇੱਕ ਯੋਧੇ ਦੇ ਪੁੱਤਰ ਹੋ। ਤੁਹਾਡੇ ਨਾਲ ਕੋਈ ਧੱਕਾ ਕਰੇ ਤਾਂ ਤੁਹਾਡੇ ਪਿਤਾ ਜੀ ਤੇ ਜਾਂ ਸਿੱਖਾਂ ਤੇ ਕਦੇ ਮੁਸੀਬਤ ਆਏ ਤਾਂ ਤੁਸੀਂ ਯੋਧਿਆਂ ਵਾਂਗ ਵੈਰੀ ਦੇ ਚੱਕੇ ਛੁਡਾ ਦੇਣੇ, ਵੈਰੀ ਦਲਾਂ 'ਚ ਭਾਜੜਾਂ ਪਾ ਦੇਣੀਆਂ। ਉਹਨਾਂ ਨੂੰ ਵੀ ਪਤਾ ਲੱਗੇ ਬਈ ਇਹ ਸ਼ੇਰ ਬੱਚੇ ਡਰਨ ਵਾਲੇ ਨਹੀਂ। ਵੱਡੀ ਮਾਂ, ਮੈਂ ਤਾਂ ਇੱਕ ਦਿਨ ਅਜੀਤ ਵੀਰੇ ਨੂੰ ਆਖਦਾ ਸੀ ਬਈ ਜਿਨ੍ਹਾਂ ਨੇ ਆਪਣੇ ਦਾਦਾ ਜੀ ਨੂੰ ਸ਼ਹੀਦ ਕੀਤਾ, ਆਪਾਂ ਚੱਲ ਕੇ ਉਹਨਾਂ ਦੇ ਗਲ ਵੱਢ ਕੇ ਆਈਏ। ਅਜੀਤ ਵੀਰਾ ਆਖਦਾ ਸੀ, ਨਹੀਂ, ਪਿਤਾ ਜੀ ਦੀ ਆਗਿਆ ਬਿਨਾਂ ਆਪਾਂ ਕੁਝ ਨਹੀਂ ਕਰਨਾ। ਉਹਨਾਂ ਦੀਆਂ ਗੱਲਾਂ ਸੁਣ ਕੇ ਜੀਤਾਂ ਪ੍ਰਸੰਨ ਹੋ ਗਈ ਤੇ ਬੋਲੀ, ਮੈਂ ਜਾਣਦੀ ਹਾਂ ਮੇਰੇ ਬੱਚੇ ਕਿਸੇ ਦੇ ਡਰਨ ਵਾਲੇ ਨਹੀਂ। ਲੋੜ ਪੈਣ ਤੇ ਉਹ ਆਪਣੇ ਪਰਿਵਾਰ ਦੀ ਵੀ ਰੱਖਿਆ ਕਰਨਗੇ। ਤੁਹਾਡਾ ਪਰਿਵਾਰ ਬਹੁਤ ਵੱਡਾ, ਹਰ ਸਿੱਖ ਸਾਡੇ ਪਰਿਵਾਰ ਵਿੱਚੋਂ ਹੈ।
ਵੱਡੀ ਮਾਂ ਜ਼ੋਰਾਵਰ ਤੇ ਫਤਿਹ ਅਜੇ ਬਹੁਤ ਛੋਟੇ ਨੇ, ਅਜੀਤ ਆਖਣ ਲੱਗਾ। ਉਹਨਾਂ ਨੇ ਛੇਣੀ ਮਾਂ ਦਾ ਦੁੱਧ ਪੀਤਾ ਹੋਇਆ, ਯੋਧੇ ਪਿਓ ਦੇ ਪੁੱਤਰ ਨੇ। ਉਹ ਸ਼ਹੀਦਾਂ ਦੀ ਵੰਸ਼ ਵਿੱਚੋਂ ਨੇ। ਉਹ ਕਦੇ ਵੀ ਮੇਰੇ ਦੁੱਧ ਨੂੰ ਲਾਜ ਨਹੀਂ ਲਾਉਣ ਲੱਗੇ। ਜੀਤਾ ਬੋਲੀ। ਵੱਡੀ ਮਾਂ ਉਹ ਛੋਟੇ ਨੇ, ਕਿਤੇ ਡਰ ਨਾ ਜਾਣ। ਜੁਝਾਰ ਬੋਲਿਆ। ਮੈਂ ਉਹਨਾਂ ਨੂੰ ਦੱਸਿਆ ਸੀ ਵੀ ਕਦੇ ਵੀ ਮੌਤ ਦਾ ਭੈ ਨਾ ਮੰਨਿਓ। ਜੇ ਮਰਨਾ ਪਿਆ ਤਾਂ ਤੁਸੀਂ ਮਰ ਕੇ ਆਪਣੇ ਦਾਦਾ ਜੀ ਦੀ ਗੋਦ 'ਚ ਜਾ ਬੈਠੋਗੇ। ਉਹ ਨਹੀਂ ਕਿਸੇ ਤੋਂ ਡਰਨ ਲੱਗੇ। ਜੀਤਾ ਨੇ ਪੂਰੇ ਭਰੋਸੇ ਨਾਲ ਆਖਿਆ। ਅੱਜ ਸਿਖਲਾਈ ਵੇਲੇ ਬੱਚੇ ਵਧੇਰੇ ਜੋਸ਼ ਨਾਲ ਗੱਤਕਾ ਖੇਡ ਰਹੇ ਸਨ, ਤਲਵਾਰਾਂ ਚਲਾ ਰਹੇ ਸਨ। ਅਧਿਆਇ 27। ਕੁਝ ਚਿਰ ਹੋ ਗਿਆ ਸੀ ਬੱਚਿਆਂ ਨੂੰ ਸ਼ਸਤਰ ਵਿੱਦਿਆ ਸਿੱਖਦਿਆਂ। ਅੱਜ ਆਥਣੇ ਬੱਚੇ ਜਦੋਂ ਸਿਖਲਾਈ ਤੋਂ ਵਾਪਸ ਆਏ ਤਾਂ ਆ ਕੇ ਸੁੰਦਰੀ ਨੂੰ ਜਿਹਨੇ ਜੋ ਕੁਝ ਜਿੰਨਾ ਕੁਝ ਸਿੱਖਿਆ ਸੀ ਦੱਸਣ ਲੱਗੇ। ਜੁਝਾਰ ਨੇ ਦੱਸਿਆ, ਛੋਟੀ ਮਾਂ, ਅੱਜ ਮੈਂ ਆਪਣਾ ਘੋੜਾ ਭਜਾ ਕੇ ਅਜੀਤ ਵੀਰੇ ਤੋਂ ਅੱਗੇ ਲੈ ਗਿਆ ਸੀ। ਅਜੀਤ ਬੋਲਿਆ, ਮੈਂ ਸਾਰੇ ਦੇ ਸਾਰੇ ਤੀਰ ਨਿਸ਼ਾਨੇ ਤੇ ਮਾਰੇ ਸਨ ਤੇ ਜੁਝਾਰ ਦੇ ਕਈ ਨਿਸ਼ਾਨੇ ਤੋਂ ਖੁੰਝ ਗਏ ਸਨ। ਛੋਟੀ ਮਾਂ, ਮੈਂ ਵੀ ਗੱਤਕਾ ਸਿੱਖਣ ਲੱਗ ਪਿਆ। ਜ਼ੋਰਾਵਰ ਨੇ ਸੁੰਦਰੀ ਦੇ ਗਲ ਬਾਹਾਂ ਪਾ ਕੇ ਆਖਿਆ। ਜ਼ੋਰਾਵਰ ਆਪਣੇ ਕਮਰ ਕੱਸੇ ਨੂੰ ਢਿੱਲਾ ਕਰਦਾ ਬੋਲਿਆ, ਛੋਟੀ ਮਾਂ, ਵੱਡੀ ਮਾਂ ਵਾਂਗ ਤੁਸੀਂ ਵੀ ਸਾਡੇ ਨਾਲ ਚੱਲਿਆ ਕਰੋ। ਤੁਸੀਂ ਤਲਵਾਰ ਚਲਾਉਣੀ ਸਿੱਖ ਲਓ। ਜਦੋਂ ਕੋਈ ਦੁਸ਼ਮਣ ਆਇਆ ਆਪਾਂ ਸਾਰੇ ਘੇਰ ਲਾਂਗੇ। ਸੁੰਦਰੀ ਉਹਨਾਂ ਦੀਆਂ ਗੱਲਾਂ ਸੁਣ ਕੇ ਆਖਣ ਲੱਗੀ, ਤੁਹਾਡੀ ਵੱਡੀ ਮਾਂ ਕੋਲ ਬੜੀ ਸ਼ਕਤੀ ਹੈ, ਤਾਈਓ ਤਾਂ ਉਹਦਾ ਇੰਨਾ ਤੇਜ਼ ਪ੍ਰਤਾਪ ਹੈ। ਉਹ ਸਭ ਕੁਝ ਕਰ ਸਕਦੀ ਹੈ। ਮੈਂ ਤਾਂ ਪਾਠ ਪੂਜਾ ਕਰਕੇ ਤੁਹਾਡੀ ਸੇਵਾ ਸੰਭਾਲ ਨਾਲ ਇਸ ਪਰਿਵਾਰ ਨੂੰ ਨਮਸਕਾਰ ਹੀ ਕਰ ਸਕਦੀ ਹੈ। ਛੋਟੀ ਮਾਂ, ਇਹ ਸਾਰੇ ਕੰਮ ਵੱਡੀ ਮਾਂ ਵੀ ਕਰਦੀ ਹੈ। ਲੰਗਰ ਦੀ ਸੇਵਾ ਵੀ ਕਰਦੀ ਹੈ, ਪਾਠ ਪੂਜਾ ਵੀ ਕਰਦੀ ਹੈ, ਕੀਰਤਨ ਵੀ ਸੁਣਦੀ ਹੈ। ਉਹਨੇ ਤਾਂ ਵੀਣਾ ਵੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ। ਆਖਦੀ ਸੀ ਮੈਂ ਵੀ ਕੀਰਤਨ ਕਰਿਆ ਕਰਾਂਗੀ। ਛੋਟੀ ਮਾਂ, ਤੁਸੀਂ ਬਹੁਤ ਵੇਲਾ ਸਾਡਾ ਹੀ ਫਿਕਰ ਕਰਦੇ ਰਹਿੰਦੇ ਹੋ। ਜੀਤ ਬੋਲਿਆ। ਮੈਨੂੰ ਲੱਗਦਾ ਹੈ ਲਾਲ ਜੀ, ਦੁਨੀਆ ਵਿੱਚ ਸਭ ਤੋਂ ਕੀਮਤੀ ਚੀਜ਼ ਮਾਂ ਲਈ ਬੱਚੇ ਹੀ ਹੁੰਦੇ ਨੇ। ਸਾਡੇ ਬੱਚੇ ਸਾਡੇ ਵੰਸ਼ ਨੂੰ ਗਾਂਹ ਤੋਰਨ ਵਾਲੇ ਤੇ ਸਾਡਾ ਸੰਸਾਰ ਨਾਲ ਰਿਸ਼ਤਾ ਬਣਾਉਣ ਵਾਲੇ। ਮੈਂ ਤਾਂ ਸੱਚ ਦੱਸਾਂ ਤੁਹਾਨੂੰ, ਜਦੋਂ ਮੈਂ ਦੁੱਧ ਦਾ ਗਲਾਸ ਫੜਾਉਂਦੀ ਹਾਂ ਤੇ ਤੁਸੀਂ ਪੀਂਦੇ ਹੋਏ ਉਹ ਰੱਜ ਆਉਂਦਾ ਜਿਵੇਂ ਉਹ ਦੁੱਧ ਮੈਂ ਹੀ ਪੀਤਾ ਹੋਵੇ। ਤੁਸੀਂ ਹੱਸਦੇ ਹੋ ਤਾਂ ਮੇਰਾ ਤਨ ਮਨ ਖਿੜ ਜਾਂਦਾ। ਮੇਰਾ ਬਾਰ-ਬਾਰ ਸਾਹਿਬ ਨੂੰ ਨਮਸਕਾਰ ਕਰਨ ਨੂੰ ਮਨ ਕਰਦਾ, ਜਿਨ੍ਹਾਂ ਨੇ ਮੈਨੂੰ ਇਹ ਪਰਿਵਾਰ ਦਿੱਤਾ, ਜਿਉਣ ਦੇ ਅਰਥ ਸਮਝਾਏ ਨੇ। ਬੱਚਿਆਂ ਨੂੰ ਸੁੰਦਰੀ ਦੀਆਂ ਗੱਲਾਂ ਬਹੁਤੀਆਂ ਸਮਝ ਭਾਵੇਂ ਨਹੀਂ ਸੀ ਲੱਗ ਰਹੀਆਂ। ਅਜੀਤ ਆਖਣ ਲੱਗਾ, ਛੋਟੀ ਮਾਂ ਵਰਗੀਆਂ ਸਾਖੀਆਂ ਵੀ ਤੇ ਨਹੀਂ ਕੋਈ ਸਾਨੂੰ ਸੁਣਾਉਂਦੇ। ਮੇਰਾ ਤਾਂ ਜੀ ਕਰਦਾ ਹੁੰਦਾ ਹੈ ਕਿ ਸਾਰਾ ਦਿਨ ਬੈਠਾ ਸਾਖੀਆਂ ਸੁਣਦਾ ਰਹਾਂ। ਲੈ ਸਾਖੀਆਂ ਹੀ ਨਹੀਂ, ਛੋਟੀ ਮਾਂ ਨੇ ਸਾਨੂੰ ਪਾਠ ਵੀ ਤਾਂ ਯਾਦ ਕਰਵਾਏ ਨੇ। ਜ਼ੋਰਾਵਰ ਬੋਲਿਆ। ਕਿੱਡੀ ਮੌਜ ਹੈ, ਸਾਨੂੰ ਛੋਟੀ ਮਾਂ ਮਿਲੀ ਹੈ, ਵੱਡੀ ਮਾਂ ਮਿਲੀ ਹੈ ਤੇ ਮਾਤਾ ਜੀ ਮਿਲੇ ਨੇ। ਕਈ ਬੱਚਿਆਂ ਕੋਲ ਤਾਂ ਸਿਰਫ ਇੱਕੋ ਮਾਂ ਹੁੰਦੀ ਹੈ ਤੇ ਕਈਆਂ ਦੀ ਉਹ ਵੀ ਮਰ ਗਈ ਹੁੰਦੀ ਹੈ। ਜੁਝਾਰ ਬੋਲਿਆ। ਛੋਟੀ ਮਾਂ, ਭਲਾ ਮਰ ਜਾਣਾ ਕੀ ਹੁੰਦਾ? ਅਜੀਤ ਨੇ ਸਹਿਜ ਸੁਭਾਈ ਪੁੱਛਿਆ। ਉਹ ਸੁੰਦਰੀ ਦੇ ਆਲੇ ਦੁਆਲੇ ਬੈਠੇ ਗੱਲਾਂ ਕਰ ਰਹੇ ਸਨ। ਸੁੰਦਰੀ ਧਿਆਨ ਨਾਲ ਅਜੀਤ ਵੱਲ ਝਾਕੀ ਤੇ ਆਖਣ ਲੱਗੀ, ਜਿਵੇਂ ਅਸੀਂ ਇੱਕ ਤੋਂ ਮਗਰੋਂ ਦੂਜੇ ਕੱਪੜੇ ਬਦਲ ਲੈਂਦੇ ਹਾਂ, ਉਸੇ ਤਰ੍ਹਾਂ ਬੰਦੇ ਦੀ ਰੂਹ ਜਦ ਉਹਨੂੰ ਉਹ ਜਿਸਮ ਪੁਰਾਣਾ ਲੱਗਦਾ ਹੈ ਜਾਂ ਠੀਕ ਨਹੀਂ ਲੱਗਦਾ ਤਾਂ ਉਹਨੂੰ ਛੱਡ ਕੇ ਨਵਾਂ ਜਿਸਮ ਧਾਰਨ ਕਰ ਲੈਂਦੀ ਹੈ। ਜੇ ਰੂਹ ਨਵਾਂ ਜਿਸਮ ਧਾਰਨ ਕਰ ਲੈਂਦੀ ਹੈ ਤੇ ਫਿਰ ਕਿਸੇ ਦੇ ਮਰਨ ਤੇ ਲੋਕੀ ਰੋਂਦੇ ਕਿਉਂ ਨੇ? ਅਜੀਤ ਬੋਲਿਆ। ਮੂਰਖ ਇਹ ਨਹੀਂ ਸਮਝਦੇ ਕਿ ਰੂਹ ਨੇ ਸਿਰਫ ਜਿਸਮ ਬਦਲਿਆ, ਉਹ ਸਮਝਦੇ ਨੇ ਕਿ ਬੰਦਾ ਖਤਮ ਹੋ ਗਿਆ। ਸੁੰਦਰੀ ਨੇ ਦੱਸਿਆ। ਸਾਨੂੰ ਫਿਰ ਪਤਾ ਕਿਵੇਂ ਲੱਗਦਾ ਹੈ ਕਿਹੜੀ ਰੂਹ ਕਿਹੜੇ ਜਿਸਮ 'ਚ ਗਈ ਹੈ? ਅਜੀਤ ਬੋਲਿਆ। ਇਹ ਭੇਦ ਰੱਬ ਨੇ ਆਪਣੇ ਕੋਲ ਰੱਖਿਆ ਹੋਇਆ ਹੈ। ਇਸੇ ਲਈ ਸਾਹਿਬ ਆਖਦੇ ਹੁੰਦੇ ਨੇ ਕਿ ਸਾਰੇ ਲੋਕਾਂ 'ਚ ਰੱਬ ਦੀਆਂ ਬਣਾਈਆਂ ਰੂਹਾਂ ਹੁੰਦੀਆਂ ਨੇ। ਪਰ ਲੋਕ ਇਹ ਗੱਲ ਭੁੱਲ ਜਾਂਦੇ ਨੇ। ਉਹ ਆਪਣੇ ਆਪ ਨੂੰ ਰੱਬ ਤੋਂ ਵੱਖਰਾ ਸਮਝ ਕੇ ਆਪਣੀ ਤੁੱਛ ਬੁੱਧੀ ਅਨੁਸਾਰ ਜਿਉਂਦੇ ਤੇ ਕਰਮ ਕਰਦੇ ਨੇ ਤੇ ਉਹਨਾਂ ਕਰਮਾਂ ਅਨੁਸਾਰ ਫਿਰ ਅਗਲੇ ਜਨਮ ਧਾਰਦੇ ਨੇ। ਸੁੰਦਰੀ ਨੇ ਸਮਝਾਇਆ ਤਾਂ ਜੁਝਾਰ ਖਿੜਖਿੜਾ ਕੇ ਹੱਸ ਪਿਆ ਤੇ ਆਖਣ ਲੱਗਾ, ਆਪਾਂ ਸਾਰੇ ਜਦੋਂ ਜਿਸਮ ਬਦਲਾਂਗੇ ਤਾਂ ਰੱਬ ਨੂੰ ਆਖ ਦੇਣਾ ਵੀ ਸਾਨੂੰ ਪਹਿਲਾਂ ਵਰਗੇ ਜਿਸਮ ਦੇ ਦੇ। ਪਹਿਲਾਂ ਵਰਗੀ ਛੋਟੀ ਮਾਂ, ਵੱਡੀ ਮਾਂ ਤੇ ਦਾਦੀ ਜੀ ਦੇ ਦਿਓ। ਪਹਿਲਾਂ ਵਰਗੇ ਪਿਤਾ ਜੀ ਤੇ ਦੋਵੇਂ ਪਹਿਲਾਂ ਵਰਗੇ ਪਿਤਾ ਜੀ ਦੇ ਦੇਵੇ, ਜਿਨ੍ਹਾਂ ਦੀ ਕਲਗੀ ਲੱਗੀ ਹੋਵੇ, ਮੋਤੀਆਂ ਦੇ ਹਾਰ ਪਾਏ ਹੋਣ, ਜਿਹੜੇ ਸਭ ਤੋਂ ਤੇਜ਼ ਘੋੜਾ ਭਜਾਉਂਦੇ ਹੋਣ, ਸਭ ਤੋਂ ਵੱਧ ਨਿਸ਼ਾਨੇ ਫੁੰਡਦੇ ਹੋਣ। ਲੈ ਰੱਬ ਤੇਰੀ ਗੱਲ ਕਿਉਂ ਮੰਨੇਗਾ? ਜ਼ੋਰਾਵਰ ਬੋਲਿਆ। ਕਿਉਂ ਨਹੀਂ ਮੰਨੇਗਾ? ਮੈਂ ਆਖ ਦਿਆਂਗਾ ਮੈਂ ਗੁਰੂ ਗੋਬਿੰਦ ਸਿੰਘ ਦਾ ਬੇਟਾ ਤੇ ਗੁਰੂ ਤੇਗ ਬਹਾਦਰ ਮੇਰੇ ਦਾਦਾ ਜੀ ਸਨ। ਰੱਬ ਮੇਰੀ ਗੱਲ ਕਿਉਂ ਨਾ ਮੰਨੇਗਾ? ਸੁੰਦਰੀ ਉਹਨਾਂ ਦੀਆਂ ਗੱਲਾਂ ਸੁਣਦੀ ਹੱਸ ਪਈ ਤੇ ਆਖਣ ਲੱਗੀ, ਰੱਬ ਤਾਂ ਬਿਨਾਂ ਆਖਣ ਤੋਂ ਹੀ ਤੁਹਾਡੀਆਂ ਗੱਲਾਂ ਸਮਝ ਲੈਂਦਾ, ਨਾਲੇ ਚੰਗੇ ਬੱਚਿਆਂ ਦੀਆਂ ਸਭ ਗੱਲਾਂ ਮੰਨ ਲੈਂਦੇ ਆ। ਜ਼ੋਰਾਵਰ ਸੁੰਦਰੀ ਦੀ ਗੱਲ ਸੁਣ ਕੇ ਬੋਲਿਆ, ਮੈਂ ਰੱਬ ਨੂੰ ਆਖਣਾ ਸਾਨੂੰ ਚਾਰੇ ਵੀਰਾਂ ਨੂੰ ਰੱਬ ਇਕੱਠੇ ਹੀ ਰੱਖੇ, ਜਿੱਥੇ ਲੈ ਕੇ ਜਾਣਾ ਇਕੱਠਿਆਂ ਨੂੰ ਲੈ ਕੇ ਜਾਵੇ, ਨਾਲੇ ਸਾਡੇ ਨਾਲ ਛੋਟੀ ਮਾਂ, ਵੱਡੀ ਮਾਂ, ਪਿਤਾ ਜੀ ਤੇ ਦਾਦੀ ਜੀ ਵੀ ਹੋਣ। ਇੰਨੇ ਨੂੰ ਬਾਹਰੋਂ ਇੱਕ ਸਿੱਖ ਆਇਆ ਤੇ ਉਹਨੇ ਸੁੰਦਰੀ ਜੀ ਨੂੰ ਨਮਸਕਾਰ ਕਰਕੇ ਆਖਿਆ ਕਿ ਤੁਸੀਂ ਬੱਚਿਆਂ ਨੂੰ ਲੈ ਕੇ ਪੰਡਾਲ 'ਚ ਆ ਜਾਓ। ਭਾਈ ਮਰਦਾਨੇ ਦੇ ਵੰਸ਼ ਤੋਂ ਰਬਾਬੀ ਆਇਆ। ਥੋੜੇ ਚਿਰ ਨੂੰ ਉਹਨੇ ਕੀਰਤਨ ਕਰਨਾ। ਬੱਚਿਆਂ ਨੇ ਦੁੱਧ ਦੇ ਗਲਾਸ ਪੀਤੇ, ਕੱਪੜੇ ਬਦਲੇ ਤੇ ਸੁੰਦਰੀ ਜੀ ਨਾਲ ਪੰਡਾਲ ਵੱਲ ਨੂੰ ਤੁਰ ਪਏ। ਅਧਿਆਇ 28।
ਵੱਡੀ ਮਾਂ, ਛੋਟੀ ਮਾਂ ਤੇ ਬੱਚੇ ਸਾਹਿਬ ਦੇ ਦਰਬਾਰ 'ਚ ਜਾ ਪੁੱਜੇ। ਨਮਸਕਾਰ ਕਰਕੇ ਜ਼ਮੀਨ ਉੱਪਰ ਵਿਛਾਈਆਂ ਦਰੀਆਂ ਤੇ ਬੈਠ ਗਏ। ਇੰਨੇ ਨੂੰ ਦੋਵਾਂ ਰਬਾਬੀਆਂ ਨੇ ਰਬਾਬਾਂ 'ਚ ਤਰਬਾਂ ਛੇੜੀਆਂ। ਗੁਰੂ ਨਾਨਕ ਦਾ ਸ਼ਬਦ ਗਾਉਣ ਲੱਗੇ। ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਨ ਆਇਆ। ਸੰਗੀਤ 'ਚ ਅਜਿਹਾ ਰਸ ਸੀ ਜਿਵੇਂ ਸੱਚਮੁੱਚ ਹੀ ਕਾਲੀਆਂ ਘਟਾਵਾਂ ਚੜ੍ਹ ਆਈਆਂ ਹੋਣ ਤੇ ਸਾਉਣ ਦਾ ਮਹੀਨਾ ਹੋਵੇ। ਜੀਤਾਂ ਨੂੰ ਲੱਗਿਆ ਜਿਵੇਂ ਇਸ ਰੁਣ ਝੁਣ 'ਚ ਮੋਰ ਕੂਕ ਰਹੇ ਹੋਣ। ਗਾਇਨ ਦੇ ਨਾਲ ਹੀ ਜਿਵੇਂ ਕਾਲੇ ਬੱਦਲ ਮੋਰਾਂ ਦੀ ਰੁਣ ਝੁਣ ਉਹਦੀਆਂ ਨਾੜਾਂ 'ਚ ਵਗਦੇ ਲਹੂ 'ਚ ਰਲ ਕੇ ਉਹਦੇ ਅੰਦਰ ਲਹਿ ਰਹੇ ਹੋਣ। ਕਦੇ ਕਦੇ ਉਹਦੇ ਅੰਦਰੋਂ ਧੁਰ ਉੱਠੀ ਧੁਨੀ, ਗਾਇਨ ਦੀ ਗੂੰਜ ਉੱਠੀ ਧੁਨੀ ਦੇ ਨਾਲ ਜਾ ਰਲਦੀ। ਸਾਰੀਆਂ ਧੁਨੀਆਂ ਇਕੱਠੀਆਂ ਹੋ ਕੇ ਉਹਦੇ ਲਹੂ 'ਚ ਨ੍ਰਿਤ ਕਰਨ ਲੱਗਦੀਆਂ। ਉਸ ਘੜੀ ਉਹਨੂੰ ਲੱਗਦਾ ਸਾਡੇ ਵਡੇਰਿਆਂ ਨੇ ਸ਼ਬਦਾਂ ਨੂੰ, ਸੁਰਾਂ 'ਚ ਗਾਇਨ ਦਾ ਜੋ ਪ੍ਰਵਾਹ ਹੋ ਰਿਹਾ ਉਹਦੇ ਪਿੱਛੇ ਬਹੁਤ ਵੱਡੀ ਸੋਚ ਹੈ। ਇਸ ਸੋਚ ਨੇ ਇਹ ਜਾਣ ਲਿਆ ਸੀ ਕਿ ਸੰਗੀਤ ਰੂਹ ਤੱਕ ਅਪੜਨ ਲਈ ਪਗਡੰਡੀ ਹੈ। ਰੱਬ ਨੂੰ ਹਾਕਾਂ ਮਾਰਨ ਲਈ ਸ਼ਬਦਾਂ ਦੇ ਨਾਲ ਹੇਕਾਂ ਵੀ ਚਾਹੀਦੀਆਂ ਨੇ। ਉਸ ਘੜੀ ਜੀਤਾਂ ਨੂੰ ਲੱਗਿਆ ਗੀਤ ਤਦੇ ਤਾਂ ਮਨੁੱਖ ਦੀ ਅੰਤਰ-ਆਤਮਾ ਦੀ ਗੱਲ ਕਰਦੇ ਨੇ। ਉੱਥੇ ਬੈਠੀ ਜੀਤਾਂ ਭੁੱਲ ਹੀ ਗਈ ਕਿ ਕਿੰਨਾ ਵੇਲਾ ਲੰਘ ਗਿਆ ਤੇ ਰਬਾਬੀ ਆਪਣੀਆਂ ਰਬਾਬਾਂ ਪਰਾਂ ਰੱਖ ਕੇ ਸਾਹਿਬ ਨੂੰ ਨਮਸਕਾਰ ਕਰ ਰਹੇ ਸਨ। ਖੁਸ਼ ਹੋ ਕੇ ਸਾਹਿਬ ਨੇ ਉਹਨਾਂ ਨੂੰ ਇਨਾਮ ਵਜੋਂ ਮੁੱਠੀ-ਮੁੱਠੀ ਮੋਹਰਾਂ ਦਿੱਤੀਆਂ। ਕੁਝ ਚਿਰ ਉਹਨਾਂ ਨੂੰ ਉੱਥੇ ਟਿਕੇ ਰਹਿਣ ਲਈ ਆਖਿਆ। ਉਸ ਤੋਂ ਮਗਰੋਂ ਸਾਹਿਬ ਕਿਸੇ ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਜੀਤਾਂ ਨੂੰ ਲੱਗਿਆ ਜਿਵੇਂ ਉਹਦੇ ਖੰਭ ਉੱਗ ਆਏ ਸਨ। ਅਨੇਕਾਂ ਚੰਦਾਂ ਸੂਰਜਾਂ ਤੇ ਅਨੇਕਾਂ ਹੀ ਧਰਤੀਆਂ ਉੱਪਰ ਉੱਡੀ ਫਿਰ ਰਹੀ ਸੀ, ਜਿਵੇਂ ਉਹ ਪਹਿਲਾਂ ਵੀ ਕਦੇ ਇੱਥੇ ਆਈ ਸੀ। ਹੁਣ ਜਿਵੇਂ ਉੱਪਰੋਂ ਆਪਣੇ ਪਰਿਵਾਰ ਨੂੰ ਦੇਖ ਰਹੀ ਸੀ ਤੇ ਆਖ ਰਹੀ ਸੀ, ਬੱਚਿਓ ਮੈਂ ਇੱਥੇ ਕਿਵੇਂ ਰੁਕ ਗਈ ਹਾਂ। ਮੈਂ ਤਾਂ ਬਹੁਤ ਦੂਰ ਜਾਣਾ। ਮੈਂ ਜਾ ਕੇ ਉਹ ਘਰ ਸੰਵਾਰਨਾ ਜਿੱਥੇ ਸਾਹਿਬ ਮੇਰੇ ਨਾਲ ਰਿਹਾ ਕਰਨਗੇ। ਫੁੱਲ ਬੂਟੇ ਤੇ ਰੁੱਖ ਲਾਉਣੇ ਨੇ ਜੋ ਸਾਡੇ ਘਰ ਦੀ ਸ਼ੋਭਾ ਬਣਨਗੇ। ਤੇ ਬੱਚੇ ਉਸੇ ਘੜੀ ਜ਼ੋਰਾਵਰ ਨੇ ਉਹਦੀ ਬਾਂਹ ਲੂਣ ਕੇ ਆਖਿਆ, ਵੱਡੀ ਮਾਂ ਪ੍ਰਸ਼ਾਦ ਲਓ। ਇੱਕ ਸੇਵਕ ਸਾਰਿਆਂ ਨੂੰ ਪ੍ਰਸ਼ਾਦ ਵੰਡ ਰਿਹਾ ਸੀ। ਸਾਰਿਆਂ ਦੇ ਨਾਲ ਜੀਤਾਂ ਨੇ ਵੀ ਪ੍ਰਸ਼ਾਦ ਲੈ ਕੇ ਮੱਥੇ ਨੂੰ ਲਾ ਕੇ ਨਮਸਕਾਰ ਕੀਤੀ। ਹੌਲੀ ਹੌਲੀ ਚਾਰ ਚੁਫੇਰੇ ਝਾਕ ਕੇ ਉਹਨੇ ਜਿਵੇਂ ਆਪਣੇ ਆਪ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ। ਇਹ ਅਨੰਦਪੁਰ ਦੀ ਧਰਤੀ ਹੈ। ਸਾਹਿਬ ਮੇਰੇ ਪਤੀ ਨੇ, ਕੋਲ ਬੈਠੇ ਮੇਰੇ ਬੱਚੇ ਨੇ, ਪਰਲੇ ਪਾਸੇ ਬੈਠੀ ਸੁੰਦਰੀ ਭੈਣ ਹੈ ਤੇ ਮਾਤਾ ਜੀ ਅੱਜ ਇੱਥੇ ਕਿਉਂ ਨਹੀਂ ਪਹੁੰਚੇ। ਕਦੇ ਕਦੇ ਉਹ ਸ਼ਾਇਦ ਇਸ ਲਈ ਕਿਸੇ ਦਿਨ ਚੁੱਪਚਾਪ ਭੋਰੇ 'ਚ ਜਾ ਬੈਠਦੇ, ਸਮਾਧੀ ਲਾ ਕੇ ਸਾਰਾ ਦਿਨ ਨਾ ਕੁਝ ਖਾਂਦੇ ਪੀਂਦੇ ਨੇ ਤੇ ਨਾ ਕਿਸੇ ਨਾਲ ਗੱਲਾਂ ਕਰਦੇ ਨੇ। ਜਿਵੇਂ ਉਹ ਉੱਥੇ ਹੋਣ ਹੀ ਨਾ, ਜਿਵੇਂ ਇਸ ਧਰਤੀ ਨੂੰ ਛੱਡ ਕੇ ਉਹ ਕਿਧਰੇ ਹੋਰ ਜਾਂਦੇ ਹੋਣ, ਸ਼ਾਇਦ ਆਪਣੇ ਪਤੀ ਨੂੰ ਮਿਲਣ, ਆਪਣੇ ਘਰ-ਬਾਰ ਦੀ ਖਬਰ ਦੇਣ। ਇਹ ਸੋਚਦਿਆਂ ਹੀ ਜੀਤਾਂ ਤਰਬਕ ਕੇ ਸਾਹਿਬ ਵੱਲ ਝਾਕੀ ਤੇ ਮਨ ਹੀ ਮਨ ਬੋਲੀ, ਸਾਹਿਬ ਤੁਸੀਂ ਨਾ ਕਦੇ ਇਉਂ ਕਰਨਾ, ਮੈਂ ਨਹੀਂ ਇਹ ਬਰਦਾਸ਼ਤ ਕਰ ਸਕਦੀ। ਮੈਨੂੰ ਪਹਿਲੇ ਹੀ ਵਿਦਾ ਕਰ ਦੇਣਾ। ਉਹਦੀਆਂ ਸੋਚਾਂ ਜਿਵੇਂ ਜ਼ੋਰਾਵਰ ਨੇ ਫੇਰ ਜਗਾਇਆ ਤੇ ਆਖਿਆ, ਵੱਡੀ ਮਾਂ ਚਲੋ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕੀਏ। ਉਹ ਜ਼ੋਰਾਵਰ ਵੱਲ ਇਉਂ ਝਾਕੀ ਜਿਵੇਂ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਦੀ ਹੋਵੇ। ਪ੍ਰਸ਼ਾਦਾ ਛਕਦਿਆਂ ਉਹਨੇ ਬੱਚਿਆਂ ਵੱਲ ਝਾਕ ਕੇ ਆਖਿਆ, ਸ਼ੇਰ ਦੇ ਬੱਚੇ ਘਾਹ ਨਹੀਂ ਖਾਂਦੇ। ਮੇਰੇ ਬੱਚੇ ਕਦੇ ਕਿਸੇ ਦੀ ਈਨ ਨਹੀਂ ਮੰਨਣਗੇ। ਸ਼ੇਰ ਦੇ ਬੱਚਿਆਂ ਦਾ ਕੋਈ ਗਲ ਵੀ ਵੱਢ ਦਏ, ਉਹ ਆਪਣਾ ਧਰਮ ਨਹੀਂ ਛੱਡਣਗੇ। ਜੀਤਾਂ ਨੇ ਜਦੋਂ ਆਖਿਆ, ਸੁੰਦਰੀ ਹੈਰਾਨ ਹੋ ਕੇ ਉਸ ਵੱਲ ਝਾਕੀ। ਬੱਚਿਆਂ ਦੇ ਗਲ ਵੱਢਣ ਵਾਲੀ ਗੱਲ ਉਹਨੂੰ ਜਿਵੇਂ ਚੀੜ ਦੀ ਲੰਘੀ ਸੀ ਤੇ ਬੋਲੀ, ਜੀਤਾਂ ਭੈਣ ਜੀ ਕੋਈ ਅਸੀਸ ਦਿਓ ਮੇਰੇ ਬੱਚਿਆਂ ਨੂੰ, ਆਪਣੀ ਕੁੱਲ ਜਿੱਡੇ ਹੋ ਕੇ ਜਿਉਂ ਸਕਣ। ਜੀਤਾਂ ਨੇ ਬੇਧਿਆਨੀ ਕਾਲੀ ਰੋਟੀ ਮੁਕਾ ਲਈ ਸੀ। ਇੱਕੋ ਸਾਹ ਪਾਣੀ ਵੀ ਪੀ ਲਿਆ। ਉੱਠ ਕੇ ਆਪਣੇ ਭਾਂਡੇ ਮਾਂਜਣ ਚਲੀ ਗਈ। ਇੱਕ ਸੇਵਕ ਨੇ ਅਗਾਂਹ ਵੱਧ ਕੇ ਆਪ ਸਾਫ਼ ਕਰਨ ਲਈ ਭਾਂਡੇ ਲੈਣੇ ਚਾਹੇ ਤਾਂ ਜੀਤਾਂ ਨੇ ਆਖਿਆ, ਨਹੀਂ ਮੈਂ ਆਪੇ ਮਾਂਜ ਲਵਾਂਗੀ। ਇਸ ਤੋਂ ਮਗਰੋਂ ਜਦੋਂ ਸਾਰੇ ਆਪਣੇ ਆਪਣੇ ਨਿਵਾਸ ਸਥਾਨਾਂ ਤੇ ਚਲੇ ਗਏ ਤਾਂ ਜੀਤਾਂ ਨੇ ਦੇਖਿਆ ਉਹਦੇ ਨਿਵਾਸ ਸਥਾਨ 'ਚ ਸਫੈਦ ਘਰ ਦੇ ਧੋਤੇ ਕੱਪੜੇ ਪਾਈ ਇੱਕ ਔਰਤ ਬੈਠੀ ਸੀ। 2 ਮਹੀਨੇ ਲਾਹੌਰ ਰਹਿ ਕੇ ਗੰਗਾ ਭੂਆ ਮੁੜ ਆਈ ਸੀ। ਉਹ ਨੇੜੇ ਗਈ ਤਾਂ ਉਹਨੇ ਦੇਖਿਆ ਉਹ ਗੰਗਾ ਭੂਆ ਹੀ ਸੀ। ਉਹ ਕਾਹਲੀ ਨਾਲ ਗੰਗਾ ਭੂਆ ਦੀ ਗੱਲ ਨੂੰ ਚੰਬੜ ਗਈ ਤੇ ਬੋਲੀ, ਗੰਗਾ ਭੂਆ ਤੂੰ ਐਡੀ ਬੁੱਢੀ ਕਿਵੇਂ ਹੋ ਗਈ। ਗੰਗਾ ਨੇ ਜੀਤਾਂ ਦਾ ਸਿਰ ਪਲੋਸਿਆ ਤੇ ਬੋਲੀ, ਹੁਣ ਹੋਰ ਮੈਂ ਜਵਾਨ ਹੋਣਾ ਸੀ। ਮੈਂ ਤਾਂ ਸੋਚਿਆ ਪਤਾ ਨਹੀਂ ਕਿਹੜੇ ਵੇਲੇ ਉਸ ਭਗਵਾਨ ਦਾ ਸੱਦਾ ਆ ਜਾਣਾ, ਇਸ ਲਈ ਇੱਕ ਵਾਰੀ ਆਪਣੀ ਧੀ ਨੂੰ ਵੇਖ ਆਵਾਂ। ਹੁਣ ਤਾਂ ਮੈਨੂੰ ਪਤਾ ਹੈ ਵੀ ਰਾਜਿਆਂ ਵਰਗਾ ਜੀਤਾਂ ਦਾ ਘਰ ਹੈ। ਪਰਮੇਸ਼ਰ ਰੂਪ ਉਹਦਾ ਪਤੀ ਹੈ। ਲਾਲਾਂ ਵਰਗੇ ਉਹਦੇ ਬੱਚੇ ਨੇ। ਸੁੰਦਰੀ ਤਾਂ ਤੇਰੇ ਨਾਲ ਠੀਕ ਰਹਿੰਦੀ ਹੈ। ਲੈ ਹੈ, ਠੀਕ ਕਿਉਂ ਨਾ ਰਹੂ, ਉਹ ਤਾਂ ਮੇਰੀ ਛੋਟੀ ਭੈਣ ਹੈ। ਜੀਤਾਂ ਬੋਲੇ, ਛੋਟੀ ਭੈਣ ਤਾਂ ਹੈ, ਉਹ ਨਾਲ ਤੇਰੀ ਸੌਂਕਣ ਵੀ ਤਾਂ ਹੈ। ਸਿਆਣੇ ਆਖਦੇ ਨੇ ਅੱਖ 'ਚ ਪਿਆ ਇੱਕ ਕਣ ਮਾਣ ਨਹੀਂ ਹੁੰਦਾ ਤੇ 100 ਕਣ ਜਰਨੇ ਬਹੁਤ ਔਖੇ। ਨਹੀਂ ਗੰਗਾ ਭੂਆ, ਸਾਹਿਬ ਮੇਰੀ ਕੱਲੀ ਦਾ ਹੀ ਨਹੀਂ, ਉਹ ਤਾਂ ਸਾਰੀ ਦੁਨੀਆ ਦਾ ਹੈ। ਅੱਛਾ ਇਹ ਦੱਸ ਖਾਏਂਗੀ ਕੀ। ਖਾਣਾ ਮੈਂ ਅਜੇ ਕੁਛ ਨਹੀਂ, ਮੇਰਾ ਪੂਰਨਮਾਸ਼ੀ ਦਾ ਵਰਤ ਹੈ। 8 ਪਹਿਰੀ ਇੱਕ ਡੰਗ ਖਾਣਾ ਹੁੰਦਾ ਹੈ, ਸੋ ਮੈਂ ਆਥਣੇ ਦੁੱਧ ਦੀ ਘੁੱਟ ਨਾਲ ਇੱਕ ਮਿੱਸੀ ਰੋਟੀ ਲੈ ਲੂੰਗੀ। ਨਹੀਂ ਗੰਗਾ ਭੂਆ, ਇੱਥੇ ਤਾਂ ਸੁੱਕੇ ਮੇਵੇ, ਫਲ, ਦੁੱਧ, ਘਿਓ ਹਰੇਕ ਚੀਜ਼ ਦੀ ਬਹੁਤਾਤ ਹੈ। ਜੋ ਆਖੇ ਹਾਜ਼ਰ ਹੋ ਜਾਊਗਾ। ਜਿੱਥੇ ਧੀਆ ਆਹਾਰ ਨਿਰਾ ਦੇਹ ਲਈ ਹੁੰਦਾ ਹੈ। ਦੇਹ ਜਿੰਨਾ ਚਿਰ ਜਾਨ ਹੈ ਤੁਰਦੀ ਫਿਰਦੀ ਰਹੇ ਇੰਨੀ ਕੁ ਆਹਾਰ ਕਾਫੀ ਹੁੰਦਾ ਹੈ।
ਬਾਕੀ ਦੇਹ ਵੀ ਤੇ ਜੇ ਕਿਸੇ ਨੇਕ ਪਾਸੇ ਨਹੀਂ ਲੱਗਦੀ ਤਾਂ ਸਭ ਕੁਝ ਹੀ ਬੇਕਾਰ ਹੈ। ਦੇਹ ਵੀ ਤੇ ਦੇਹ ਦਾ ਜਿਉਣਾ ਵੀ, ਗੰਗਾ ਭੂਆ ਨੇ ਦੱਸਿਆ। ਗੰਗਾ ਭੂਆ, ਲੋਕ ਇੰਨਾ ਕਿੱਥੇ ਸੋਚਦੇ ਨੇ, ਉਹ ਤਾਂ ਬਸ ਭੁੱਖ ਲੱਗੀ ਖਾ ਲਿਆ, ਭੋਜਨ ਸਵਾਦਲਾ ਹੋਏ ਹੋਰ ਚੰਗਾ। ਜੀਤਾ ਬੋਲੀ, ਇੰਨਾ ਕੁ ਤਾਂ ਜੀਤਾਂ ਪਸ਼ੂ ਵੀ ਕਰਦੇ ਨੇ, ਫਿਰ ਬੰਦੇ ਤੇ ਪਸ਼ੂ 'ਚ ਫਰਕ ਕੀ ਹੋਇਆ? ਤੂੰ ਦੇਖਿਆ ਹੋਣਾ ਕਿ ਸਾਧੂ ਰੋਟੀ ਵੇਲੇ ਜਾ ਕੇ ਸਦਾ ਜਗਾਉਂਦੇ ਨੇ, ਜੇ ਜੋ ਕੁਝ ਮਿਲਿਆ ਬਸ ਖਾ ਲਿਆ। ਇਸੇ ਲਈ ਆਖਿਆ ਜਾਂਦਾ ਕਿ ਪੱਲੇ ਰਿਜ਼ਕ ਨਾ ਬੰਨ੍ਹਦੇ ਪੰਛੀ ਤੇ ਦਰਵੇਸ਼। ਉਹ ਰੋਟੀ ਦੀ ਚਿੰਤਾ ਨਹੀਂ ਕਰਦੇ, ਮਿਲ ਗਈ ਤਾਂ ਠੀਕ ਹੈ, ਨਾ ਮਿਲੀ ਤਾਂ ਵੀ ਠੀਕ ਹੈ। ਗੰਗਾ ਭੂਆ, ਅਜੇ ਤੂੰ ਥੱਕੀ ਹੋਈ ਹੈ, ਆਰਾਮ ਕਰ। ਅੱਜ ਰਾਤ ਨੂੰ ਮੈਨੂੰ ਫਿਰ ਕਿਸੇ ਦੇਵੀ ਦੀ ਕਥਾ ਸੁਣਾਈ। ਹੁਣ ਤਾਂ ਤੂੰ ਬਾਲ ਬੱਚੇਦਾਰ ਹੋ ਗਈ, ਅਜੇ ਵੀ ਬੱਚਿਆਂ ਵਾਂਗ ਕਥਾ ਸੁਣਾਉਣ ਨੂੰ ਆਖਦੀ ਹੈ। ਗੰਗਾ ਭੂਆ ਬੋਲੀ, ਗੰਗਾ ਭੂਆ, ਤੇਰੀਆਂ ਸਾਰੀਆਂ ਕਥਾਵਾਂ ਤੇ ਸਾਖੀਆਂ ਜਿਵੇਂ ਮੇਰੇ ਖੂਨ 'ਚ ਘੁਲ ਗਈਆਂ ਨੇ, ਜਿਵੇਂ ਮੈਂ ਤਾਂ ਕੋਈ ਹੋਵਾਂ ਹੀ ਨਾ। ਉਹ ਸਾਰੀਆਂ ਕਥਾਵਾਂ ਤੇ ਸਾਖੀਆਂ ਰਲ ਕੇ ਇੱਕ ਜੀਤਾਂ ਬਣ ਗਈ ਹੋਵੇ। ਜੀਤਾਂ ਦੀ ਗੱਲ ਸੁਣ ਕੇ ਗੰਗਾ ਭੂਆ ਹੱਸ ਪਈ ਤੇ ਬੋਲੀ, ਪੁਰਾਣੇ ਵੇਲਿਆਂ 'ਚ ਕਿਸੇ ਨੂੰ ਮੱਤ ਦੇਣ ਦੇ ਢੰਗ ਇਹੋ ਜਿਹੇ ਹੁੰਦੇ ਸੀ। ਮਹਾਂਭਾਰਤ ਵਿੱਚ ਕਈ ਥਾਂ ਅਜਿਹੇ ਪ੍ਰਸੰਗ ਆਉਂਦੇ ਨੇ ਜਦੋਂ ਕਥਾ ਸੁਣਾ ਕੇ ਬੰਦੇ ਦੀ ਬੁੱਧੀ ਪਲਟ ਜਾਂਦੀ ਹੈ। ਫਿਰ ਤਾਂ ਮੈਂ ਵੀ ਮਹਾਂਭਾਰਤ ਪੜ੍ਹਾਂਗੀ। ਜੀਤਾ ਬੋਲੀ, ਬੜਾ ਵੱਡਾ ਗ੍ਰੰਥ ਹੈ, ਪਰ ਉਹਦੇ ਵਿੱਚ ਹੀ ਲਿਖਿਆ ਹੋਇਆ ਵੀ ਸ੍ਰਿਸ਼ਟੀ ਦਾ ਕੋਈ ਅਜਿਹਾ ਗਿਆਨ ਨਹੀਂ ਜਿਹੜਾ ਮਹਾਂਭਾਰਤ ਵਿੱਚ ਨਾ ਹੋਵੇ, ਪਰ ਸੰਸਕ੍ਰਿਤ ਵਿੱਚ ਹੋਣ ਕਰਕੇ ਸਾਰੇ ਲੋਕ ਉਹਨੂੰ ਪੜ੍ਹ ਨਹੀਂ ਸਕਦੇ। ਆਪਣੇ ਸਾਹਿਬ ਨੂੰ ਆਖੀ ਆਪਣੇ ਕੁਝ ਸੇਵਕ ਬਨਾਰਸ ਸੰਸਕ੍ਰਿਤ ਪੜ੍ਹਨ ਭੇਜੇ, ਜਦੋਂ ਚੰਗੇ ਵਿਦਵਾਨ ਬਣ ਜਾਣ ਤਾਂ ਮਹਾਂਭਾਰਤ ਨੂੰ ਸਰਲ ਭਾਸ਼ਾ ਵਿੱਚ ਉਲਥਾ ਦੇਣ। ਇਸ ਨਾਲ ਲੋਕਾਂ ਦਾ ਬੜਾ ਭਲਾ ਹੋਊਗਾ। ਗੰਗਾ ਭੂਆ ਸਾਹਿਬ ਨੇ ਕਿੰਨੇ ਸਾਲ ਹੋਏ ਸੰਸਕ੍ਰਿਤ ਪੜ੍ਹਨ? ਤਾਂ ਸੇਵਕ ਪਹਿਲਾਂ ਹੀ ਭੇਜੇ ਹੋਏ ਸੀ, ਤੇ ਜਦੋਂ ਵਾਪਸ ਆਏ ਸੀ ਕੁਝ ਗ੍ਰੰਥਾਂ ਦਾ ਉਲਥਾ ਕਰਨ ਲਈ ਵੀ ਆਖਿਆ ਸੀ। ਤੈਨੂੰ ਪਤਾ, ਇੱਕ ਪੂਰੀ ਸਬਾਤ ਭਰੀ ਪਈ ਹੈ ਨਵੇਂ ਲਿਖਵਾਏ ਗ੍ਰੰਥਾਂ ਤੇ ਉਲਥਾ ਕੀਤੇ ਹੋਏ ਗ੍ਰੰਥਾਂ ਦੀ। ਜਰਾ ਕੁ ਵਿਹਲੇ ਹੋ ਜਾਣ, ਉਹ ਸਾਰੇ ਲਿਖਵਾ ਕੇ ਲੋਕਾਂ 'ਚ ਵੰਡਣੇ ਨੇ। ਜੀਤਾ ਨੇ ਦੱਸਿਆ, ਪ੍ਰਭੂ ਇਹਦੀ ਲੰਮੀ ਉਮਰ ਕਰੇ, ਇਹ ਤਾਂ ਪਿਛਲੇ ਜਨਮ ਦਾ ਕੋਈ ਤਪੀਆ ਹੈ। ਇੰਨਾ ਤੇਜ਼ ਹੈ ਉਹਦੇ ਚਿਹਰੇ ਤੇ, ਬੰਦਾ ਸਿੱਧਾ ਝਾਕ ਨਹੀਂ ਸਕਦਾ ਉਸ ਵੱਲ। ਤੂੰ ਵੀ ਖਬਰੇ ਕਿਹੜੇ ਮੋਤੀ ਪੁੰਨ ਕੀਤੇ ਨੇ ਜੋ ਤੈਨੂੰ ਅਜਿਹਾ ਵਰ ਮਿਲਿਆ? ਗੰਗਾ ਭੂਆ ਨੇ ਜਦੋਂ ਆਖਿਆ ਤਾਂ ਮਨ ਜੀਤਾ ਨੇ ਆਪਣੇ ਆਪ ਨੂੰ ਕਿਸੇ ਹੋਰ ਜਨਮ 'ਚ ਮੋਤੀ ਪੁੰਨ ਕਰਦੀ ਦੇਖਿਆ, ਤੇ ਨਾਲ ਹੀ ਇੱਕ ਤਪੀਏ ਨੂੰ ਤਪ ਕਰਦਿਆਂ ਵੀ ਉਹਨੇ ਮਨ ਹੀ ਮਨ ਉਸ ਤਪੀਏ ਨੂੰ ਨਮਸਕਾਰ ਕੀਤੀ। ਅਧਿਆਇ 29। ਬੱਦਲਵਾਈ ਦਾ ਦਿਨ ਸੀ। ਕੋਈ ਕਣੀ ਬਰਸ ਰਹੀ ਸੀ। ਕਣੀਆਂ ਭਿੱਜੀ ਹਵਾ ਮਿੱਟੀ ਦੀ ਸੌਂਦੀ ਨਾਲ ਜਦੋਂ ਛੋਹ ਕੇ ਲੰਘਦੀ ਸੀ ਤਾਂ ਕੁਦਰਤ ਜਿਵੇਂ ਖੁਸ਼ ਦਿਸਦੀ ਸੀ। ਅਜਿਹੀ ਵੇਲੇ ਸਾਹਿਬ ਟਹਿਲਦੇ ਉੱਧਰ ਜਾ ਨਿਕਲੇ ਜਿੱਧਰ ਬੱਚਿਆਂ ਦੀ ਸਿਖਲਾਈ ਚੱਲਦੀ ਸੀ। ਉਹ ਦੂਰ ਹੀ ਖੜੋ ਕੇ ਉੱਧਰ ਵੇਖਣ ਲੱਗੇ। ਉਹਨਾਂ ਦੇ ਚਿਹਰੇ ਤੇ ਇੱਕ ਮੁਸਕਰਾਹਟ ਫੈਲ ਗਈ। ਉਹਨਾਂ ਨੇ ਦੇਖਿਆ ਬੱਚਿਆਂ ਦੇ ਨਾਲ ਜੀਤਾਂ ਵੀ ਗੱਤਕਾ ਖੇਡ ਰਹੀ ਸੀ। ਬੜੀ ਫੁਰਤੀ ਨਾਲ ਵਾਰ ਕਰਦੀ, ਵਾਰ ਬਚਾਉਂਦੀ ਦੇਖ ਕੇ ਉਹਨਾਂ ਨੂੰ ਕੁਝ ਹੈਰਾਨੀ ਵੀ ਹੋਈ। ਦੂਰ ਖੜੇ ਉਹ ਬੱਚਿਆਂ ਨੂੰ ਵੀ ਦੇਖਦੇ ਰਹੇ ਕਿ ਉਹ ਕਿਵੇਂ ਸਾਰਾ ਕੁਝ ਕਰ ਰਹੇ ਨੇ। ਗੱਤਕੇ ਤੋਂ ਮਗਰੋਂ ਤੀਰ ਚਲਾਉਣ ਲੱਗੇ। ਤੀਰਾਂ ਦੇ ਨਿਸ਼ਾਨੇ ਲਾ ਖੁਸ਼ ਹੋ ਰਹੇ ਸਨ, ਤੇ ਮਗਰੋਂ ਜੀਤਾ ਨੇ ਵੀ ਨਿਸ਼ਾਨੇ ਲਾਏ। ਉਹਨਾਂ ਨੂੰ ਦੇਖ ਕੇ ਸਾਹਿਬ ਪ੍ਰਸੰਨ ਚਿਤ ਵਾਪਸ ਪਰਤ ਆਏ। ਉਹ ਸੋਚ ਰਹੇ ਸਨ, ਜੀਤਾ ਸ਼ਾਇਦ ਸੋਚਦੀ ਹੈ ਜੇ ਮੇਰੇ ਬੱਚਿਆਂ ਨੂੰ ਕਿਧਰੇ ਲੜਾਈ ਦੇ ਮੈਦਾਨ 'ਚ ਜਾਣਾ ਪਿਆ ਤਾਂ ਮੈਂ ਨਾਲ ਜਾਵਾਂਗੀ। ਸ਼ੀਣੀ ਮਾਂ ਏ, ਸਾਹਿਬ ਨੇ ਮਨ ਹੀ ਮਨ ਸੋਚਿਆ। ਹਰ ਰੋਜ਼ ਜੀਤਾ ਬੱਚਿਆਂ ਦੇ ਨਾਲ ਸਿਖਲਾਈ ਦੇ ਮੈਦਾਨ ਜਾਂਦੀ। ਜ਼ੋਰਾਵਰ ਤੇ ਜੁਝਾਰ ਦੀਆਂ ਨਿੱਕੀਆਂ ਤਲਵਾਰਾਂ, ਛੋਟੇ ਤੀਰ ਕਮਾਨ ਦੇਖ ਉਹਨੂੰ ਬੱਚੇ ਵੀ ਬੜੇ ਸੋਹਣੇ ਲੱਗਦੇ ਜਿਹੜੇ ਇਹਨਾਂ ਨੂੰ ਚਲਾਉਂਦੇ ਸਨ। ਕੁਝ ਦਿਨਾਂ ਤੋਂ ਜੀਤਾ ਘੋੜਸਵਾਰੀ ਵੀ ਉਹਨਾਂ ਦੇ ਨਾਲ ਕਰਨ ਲੱਗ ਪਈ ਸੀ। ਜ਼ੋਰਾਵਰ ਤੇ ਜੁਝਾਰ ਪਹਿਲੇ ਇੱਕ ਸਿੰਘ ਦੇ ਅੱਗੇ ਬੈਠ ਕੇ ਲਗਾਮਾਂ ਫੜਦੇ ਸਨ, ਪਰ ਹੌਲੀ ਉਹਨਾਂ ਨੂੰ ਆਪ ਹੀ ਘੋੜੇ ਸੰਭਾਲਣ ਦੀ ਜਾਚ ਆ ਗਈ। ਉਹਨਾਂ ਨੂੰ ਘੋੜੇ ਵੀ ਛਾਂਟ ਕੇ ਅਸੀਲ ਦਿੱਤੇ ਜਾਂਦੇ ਸਨ। ਪਹਿਲ ਤਾਂ ਉਹ ਹੁੰਦੇ ਵੀ ਛੋਟੇ ਕੱਦ ਦੇ ਸਨ। ਇੱਕ ਦਿਨ ਜ਼ੋਰਾਵਰ ਨੇ ਜੀਤ ਕੋਲ ਸ਼ਿਕਾਇਤ ਲਗਾਈ ਕਿ ਜੁਝਾਰ ਵੀਰਾ ਮੈਨੂੰ ਦੂਰ ਜੰਗਲਾਂ 'ਚ ਜਾ ਕੇ ਡਰਾਉਂਦਾ ਸੀ। ਆਖਦਾ ਸੀ ਹੁਣੇ ਸ਼ੇਰ ਨਿਕਲੇਗਾ ਤੇ ਤੈਨੂੰ ਖਾ ਜੂ। ਉਹਦੀ ਗੱਲ ਸੁਣ ਕੇ ਅਜੀਤ ਹੱਸ ਪਿਆ ਤੇ ਆਖਣ ਲੱਗਾ, ਫਿਰ ਤੂੰ ਡਰ ਗਿਆ? ਹਰ ਰੋਜ਼ ਤਾਂ ਵੱਡੀ ਮਾਂ ਸਾਨੂੰ ਆਖਦੀ ਹੁੰਦੀ ਹੈ, ਚਲੋ ਮੇਰੇ ਸ਼ੇਰੋ, ਕਦੇ ਸ਼ੇਰ ਵੀ ਕਿਸੇ ਸ਼ੇਰ ਤੋਂ ਡਰਦਾ ਹੁੰਦਾ? ਨਹੀਂ ਵੀਰੇ, ਉਹ ਆਖਦਾ ਸੀ ਸੱਚੀ ਮੁੱਚੀ ਦਾ ਸ਼ੇਰ ਆਜੂ। ਜ਼ੋਰਾਵਰ ਬੋਲਿਆ, ਇਹਦਾ ਮਤਲਬ ਹੈ ਤੂੰ ਵੱਡੀ ਮਾਂ ਦਾ ਝੂਠੀ ਮੁੱਠੀ ਦਾ ਸ਼ੇਰ ਹੈ। ਤੂੰ ਉਹਨੂੰ ਆਖਣਾ ਸੀ ਕੋਈ ਨਾ, ਜੇ ਸ਼ੇਰ ਆਊ ਤਾਂ ਮੈਂ ਉਹਦੀ ਗਰਦਨ ਉਡਾ ਦੂੰ। ਜੀਤ ਬੋਲਿਆ। ਇਹ ਸੁਣ ਕੇ ਜ਼ੋਰਾਵਰ ਚੁੱਪ ਕਰ ਗਿਆ ਤੇ ਝੱਟ ਕੋ ਮਗਰੋਂ ਪੁੱਛਣ ਲੱਗਿਆ, ਮੈਂ ਤਾਂ ਅਜੇ ਛੋਟਾ ਭਲਾ, ਜੇ ਸ਼ੇਰ ਨੇ ਮੇਰੇ ਤੇ ਹਮਲਾ ਕਰਤਾ ਤਾਂ? ਅਜੀਤ ਉਹਨੂੰ ਸਮਝਾਉਣ ਲੱਗਿਆ, ਸ਼ੇਰ ਨੂੰ ਦੇਖ ਕੇ ਜੇ ਤੂੰ ਸਿੱਧਾ ਉਹਦੀਆਂ ਅੱਖਾਂ 'ਚ ਝਾਕੇਗਾ ਤਾਂ ਉਹ ਸਮਝ ਜਾਊਗਾ ਇਹ ਮੇਰੇ ਤੋਂ ਡਰਦਾ ਨਹੀਂ, ਤੂੰ ਆਪੇ ਪਿਛਾਂਹ ਮੁੜ ਜਾਊਗਾ। ਪਰ ਜੰਗਲ 'ਚ ਅਸੀਂ ਤੇਰੇ ਨੇੜੇ ਤੇੜੇ ਹੀ ਤਾਂ ਹੁੰਨੇ ਆ, ਅਸੀਂ ਸ਼ੇਰ ਨੂੰ ਤੇਰੇ ਤੱਕ ਆਉਣ ਥੋੜ੍ਹਾ ਦਿਆਂਗੇ, ਮਾਰ ਦਿਆਂਗੇ। ਇਹ ਸੁਣ ਕੇ ਜ਼ੋਰਾਵਰ ਦੇ ਸਭ ਡਰ ਲੈ ਗਏ। ਉਸ ਦਿਨ ਉਹਨੇ ਪਾਠ ਯਾਦ ਕਰਾ ਰਹੀ ਛੋਟੀ ਮਾਂ ਭਾਵ ਸੁੰਦਰੀ ਨੂੰ ਵੀ ਦੱਸਿਆ, ਛੋਟੀ ਮਾਂ, ਜੇ ਸ਼ੇਰ ਦੀਆਂ ਅੱਖਾਂ 'ਚ ਸਿੱਧਾ ਝਾਕਣ ਲੱਗ ਜਾਓ ਤਾਂ ਉਹ ਡਰ ਜਾਂਦਾ।
ਸੁੰਦਰੀ ਬੋਲੀ, ਜਦੋਂ ਕੋਈ ਡਰ ਮਹਿਸੂਸ ਹੋਵੇ ਨਾ ਲਾਲ ਜੀ, ਤਾਂ ਇਹ ਸ਼ਲੋਕ ਮੂੰਹ 'ਚ ਬੋਲਣ ਨਾਲ ਕਿ ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਮਤਲਬ ਹੈ, ਜੇ ਪ੍ਰਭੂ ਦੀ ਸ਼ਰਨ ਚਲੇ ਜਾਓ ਤਾਂ ਤੁਹਾਨੂੰ ਤੱਤੀ ਵਾਹ ਨਹੀਂ ਛੋ ਸਕਦੀ। ਰੱਬ ਸਾਡੇ ਆਲੇ ਦੁਆਲੇ ਇੱਕ ਕਾਰ ਖਿੱਚ ਦਿੰਦਾ, ਫਿਰ ਕੋਈ ਵੀ ਸਾਨੂੰ ਦੁੱਖ ਨਹੀਂ ਦੇ ਸਕਦਾ, ਫਿਰ ਨਹੀਂ ਕੋਈ ਡਰ ਲੱਗਦਾ। ਛੋਟੀ ਮਾਂ, ਇਹ ਸ਼ਲੋਕ ਪੜ੍ਹਨ ਨਾਲ ਸੱਚੀ ਸਾਡੇ ਆਲੇ ਦੁਆਲੇ ਰਾਮਕਾਰ ਹੋ ਜਾਂਦੀ ਹੈ? ਜੁਝਾਰ ਨੇ ਪੁੱਛਿਆ। ਰਾਮਕਾਰ ਦਾ ਮਤਲਬ ਹੈ ਪ੍ਰਭੂ ਦੀ ਓਟ। ਅਕਾਲ ਪੁਰਖ ਤੋਂ ਵੱਡਾ ਤਾਂ ਦੁਨੀਆ 'ਚ ਕੋਈ ਹੈ ਹੀ ਨਹੀਂ। ਸਭ ਕੁਝ ਉਹਦੇ ਹੁਕਮ ਅੰਦਰ ਚੱਲਦਾ ਹੈ। ਬਾਣੀ ਦੱਸਦੀ ਹੈ, ਹਵਾ ਵੀ ਉਹਦੇ ਹੁਕਮ ਨਾਲ ਚੱਲਦੀ ਹੈ, ਦਰਿਆ ਵੀ ਉਹਦੇ ਹੁਕਮ ਨਾਲ ਵਗਦੇ ਨੇ। ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਚੱਲਦਾ। ਆਪੇ ਉਹ ਰੱਖਿਆ ਕਰਦਾ ਹੈ। ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਨੇ, ਉਹਨਾਂ ਸਭਨਾਂ ਦਾ ਉਸੇ ਨੂੰ ਹੀ ਫਿਕਰ ਹੈ। ਸੁੰਦਰੀ ਨੇ ਜੁਝਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਾਲਕੁਦਾ ਦੂਰ ਪਿਆ ਨਿੱਕਾ ਜਿਹਾ ਫਤਿਹ ਹੱਥ ਪੈਰ ਹਿਲਾ ਕੇ ਖੁਸ਼ ਹੋ ਰਿਹਾ ਸੀ, ਜਿਵੇਂ ਉਹਨਾਂ ਦੀਆਂ ਸਭ ਗੱਲਾਂ ਸੁਣ ਰਿਹਾ ਹੋਵੇ। ਛੋਟੀ ਮਾਂ, ਇੰਨੇ ਸਾਰੇ ਲੋਕਾਂ ਦਾ, ਇੰਨੇ ਸਾਰੇ ਜੀਵ ਜੰਤੂਆਂ ਦਾ ਰੱਬ ਕਿਵੇਂ ਖਿਆਲ ਰੱਖਦਾ ਹੈ? ਜੁਝਾਰ ਨੇ ਫਿਰ ਪੁੱਛਿਆ। ਪਲ ਦੋ ਪਲ ਲਈ ਇਸ ਸਵਾਲ ਦਾ ਸੁੰਦਰੀ ਨੂੰ ਜੁਝਾਰ ਦੇ ਮੇਚ ਦਾ ਕੋਈ ਉੱਤਰ ਨਾਲ ਸੁਝਿਆ। ਉਹਨੂੰ ਚੁੱਪ ਜੀ ਦੇਖ ਜੁਝਾਰ ਮਨ ਹੀ ਮਨ ਸੋਚਣ ਲੱਗਿਆ, ਉਹ ਅਕਾਲ ਪੁਰਖ ਕਿੱਥੇ ਰਹਿੰਦਾ ਹੋਏਗਾ? ਦੂਰ ਪਹਾੜਾਂ ਵਿੱਚ। ਉਹਦਾ ਮਹਿਲ ਕਿਹੋ ਜਿਹਾ ਹੋਏਗਾ? ਜਿੱਥੇ ਅਕਾਲ ਪੁਰਖ ਰਹਿੰਦਾ ਹੋਏਗਾ ਉੱਥੇ ਫੁੱਲ ਕਿਹੋ ਜਿਹੇ ਖਿੜਦੇ ਹੋਣਗੇ? ਕਿ ਉੱਥੇ ਘੁੱਗੀਆਂ, ਗਟਾਰਾ, ਮੋਰ, ਚਿੜੀਆਂ ਸਭ ਹੁੰਦੇ ਨੇ। ਆਥਣੇ ਜਦੋਂ ਮਾਤਾ ਗੁਜਰੀ ਦੇ ਨਿਵਾਸ ਸਥਾਨ 'ਚ ਉਹਨੂੰ ਨਮਸਕਾਰ ਕਰਨ ਗਏ ਤਾਂ ਜੁਝਾਰ ਨੇ ਆਖਿਆ, ਮਾਂ ਜੀ, ਆਪਾਂ ਕਿਸੇ ਦਿਨ ਅਕਾਲ ਪੁਰਖ ਜੀ ਨੂੰ ਮਿਲਣ ਚੱਲੀਏ? ਦਾਦੀ ਚੌਂਕ ਕੇ ਉਸ ਵੱਲ ਝਾਕੀ ਤੇ ਬੋਲੀ, ਅਕਾਲ ਪੁਰਖ ਕਿਤੇ ਦੂਰ ਪਹਾੜਾਂ 'ਚ ਨਹੀਂ ਰਹਿੰਦਾ, ਉਹ ਤਾਂ ਇੱਥੇ ਹੀ ਹੁੰਦਾ, ਸਾਡੇ ਆਲੇ ਦੁਆਲੇ। ਜਿਸ ਦਿਨ ਇੱਥੇ ਕਿਤੇ ਹੋਇਆ ਨਾ ਮਾਂ ਜੀ, ਮੈਨੂੰ ਦਿਖਾਇਓ। ਜੁਝਾਰ ਨੇ ਜਦੋਂ ਆਖਿਆ, ਮਾਤਾ ਜੀ ਹੱਸ ਪਏ ਤੇ ਆਖਣ ਲੱਗੇ, ਅਕਾਲ ਪੁਰਖ ਬੰਦਿਆਂ ਵਿੱਚ ਹੀ ਹੁੰਦਾ, ਕੋਈ ਕਿਤੇ ਬਾਹਰ ਥੋੜਾ ਬੈਠਾ ਹੁੰਦਾ। ਇਹ ਗੱਲ ਜੁਝਾਰ ਨੂੰ ਬਹੁਤੀ ਸਮਝ ਨਾ ਲੱਗੀ ਕਿ ਅਕਾਲ ਪੁਰਖ ਬੰਦਿਆਂ ਵਿੱਚ ਕਿਵੇਂ ਹੁੰਦਾ। ਫਿਰ ਵੀ ਉਹਨੂੰ ਲੱਗਿਆ ਕਿ ਸ਼ਾਇਦ ਉਹ ਬਹੁਤ ਨਿੱਕਾ ਜਿਹਾ ਬਣ ਕੇ ਸਾਡੀ ਛਾਤੀ ਦੇ ਵਿਚਕਾਰ ਬੈਠ ਜਾਂਦਾ ਹੋਏ। ਇਹ ਸੋਚਦਾ ਉਹ ਦੂਜੇ ਭਰਾਵਾਂ ਨੂੰ ਉੱਧਰ ਆਉਂਦੇ ਵੇਖ ਭੁੱਲ ਆ ਗਿਆ। ਜੁਝਾਰ ਨੇ ਦੱਸਿਆ, ਮੈਨੂੰ ਵੀ ਮਾਂ ਜੀ ਛੋਟੀ ਮਾਂ ਨੇ 5 ਬਾਣੀਆਂ ਕੰਠ ਕਰਵਾ ਦਿੱਤੀਆਂ ਨੇ, ਹੁਣ ਤਾਂ ਮੈਂ ਮੂੰਹ ਜ਼ਬਾਨੀ ਪਾਠ ਕਰ ਲੈਣਾ। ਮਾਤਾ ਗੁਜਰੀ ਨੇ ਹੱਥ ਵਧਾ ਕੇ ਪੋਤਰੇ ਨੂੰ ਗਲ ਨਾਲ ਲਾਇਆ ਤੇ ਆਖਣ ਲੱਗੀ, ਆਪਣੇ ਦਾਦਾ ਜੀ ਵਾਂਗ ਭਗਤ ਵੀ ਬਣਿਓ ਤੇ ਲਾਲ ਜੀ ਵਾਂਗ ਯੋਧੇ ਵੀ। ਅਧਿਆਇ 30। ਅਨੰਦਪੁਰ ਦੁਸ਼ਮਣਾਂ 'ਚ ਘਿਰਦਾ ਜਾ ਰਿਹਾ ਸੀ। ਪਹਾੜੀ ਰਾਜਿਆਂ ਤੇ ਸ਼ਾਹੀ ਫੌਜਾਂ ਨੂੰ ਲੱਗਦਾ ਸੀ, ਸਾਡੇ ਸਾਹਮਣੇ ਗੁਰੂ ਦੇ ਸਿੱਖ ਕਿੱਥੇ ਖਲੋਣ ਲੱਗੇ ਨੇ। ਗੁਰੂ ਜੀ ਗੈਰ ਗੰਭੀਰ ਯੁੱਧ ਦੀਆਂ ਤਿਆਰੀਆਂ ਕਰਵਾ ਰਹੇ ਸਨ। ਦੂਰੋਂ ਸਿੱਖ ਸੰਗਤਾਂ ਨੂੰ ਹਥਿਆਰ ਤੇ ਮਾਇਆ ਲੈ ਕੇ ਪਹੁੰਚਣ ਲਈ ਆਖਿਆ ਗਿਆ ਸੀ। ਨੇਜੇ, ਭਾਲੇ, ਤਲਵਾਰਾਂ ਬਣ ਰਹੇ ਸਨ, ਬੰਦੂਕਾਂ ਤਿਆਰ ਹੋ ਰਹੀਆਂ ਸਨ, ਹਥਿਆਰ ਚਲਾਉਣੇ ਸਿਖਾਏ ਜਾ ਰਹੇ ਸਨ ਤੇ ਨਾਲ ਹੀ ਗੁਰੂ ਸਾਹਿਬ ਜ਼ਿੰਦਗੀ ਤੇ ਮੌਤ ਦੇ ਅਰਥ ਸਮਝਾ ਕੇ ਮਨੋਬਲ ਤਕੜਾ ਕਰ ਰਹੇ ਸਨ। ਜੀਤਾਂ ਬਾਹਰ ਜੋ ਕੁਝ ਵਾਪਰ ਰਿਹਾ ਸੀ, ਉਹਦੇ ਨਾਲ ਨਾਲ ਗੁਰੂ ਦੇ ਅੰਦਰ ਜੋ ਕੁਝ ਵਾਪਰ ਰਿਹਾ ਸੀ ਉਹ ਵੀ ਦੇਖ ਰਹੀ ਸੀ। ਉਹਨਾਂ ਦੇ ਕਈ ਜਨਮਾਂ ਦੇ ਜਪ ਤਪ ਤੇ ਸਾਧਨਾ ਨਾਲ ਪ੍ਰਾਪਤ ਹੋਈ ਦਿਵ ਦ੍ਰਿਸ਼ਟੀ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਮੰਡਰਾਉਂਦੇ ਕਾਲੇ ਬੱਦਲ, ਚੜੇ ਆਉਂਦੇ ਹਨੇਰੀ ਤੂਫਾਨ 'ਚ ਸ਼ੂਕ ਦੇ ਕਾਲੇ ਨਾਗ, ਜੀਭਾਂ ਲਮਕਾਈ ਹੌਂਕਦੇ ਭੱਜੇ ਆਉਂਦੇ ਪਾੜਖਾਨੇ, ਬਘਿਆੜ ਮਨੁੱਖੀ ਸ਼ਕਲਾਂ 'ਚ ਦਿਸ ਰਹੇ ਸਨ। ਤੇ ਉਹ ਦਿਨ ਵੀ ਆ ਗਿਆ ਜਦੋਂ ਲੜਾਈ ਦਾ ਬਿਗਲ ਵੱਜ ਗਿਆ। ਨਿੱਕੀਆਂ ਮੋਟੀਆਂ ਝੜਪਾਂ ਤਾਂ ਪਹਿਲਾਂ ਵੀ ਹੁੰਦੀਆਂ ਹੀ ਰਹਿੰਦੀਆਂ ਸਨ। ਦੁਸ਼ਮਣਾਂ ਦਾ ਟਿੱਡੀ ਦਲ ਚੜ੍ਹਿਆ ਆ ਰਿਹਾ ਸੀ। ਸਾਹਿਬ ਆਪਣੇ ਸਿੱਖ ਸੇਵਕਾਂ ਨਾਲ ਕਮਰ ਕੱਸੇ ਕਰ ਰਹੇ ਸਨ, ਹਥਿਆਰ ਪਹਿਨ ਰਹੇ ਸਨ ਤਾਂ ਜੀਤਾਂ ਵੀ ਤਿਆਰ ਬਰ ਤਿਆਰ ਖੜੀ ਸੀ। ਜਦੋਂ ਜੰਗ ਦੇ ਮੈਦਾਨ ਲਈ ਤੁਰਨ ਲੱਗੇ, ਜੀਤਾਂ ਨੇ ਹੱਥ ਜੋੜ ਕੇ ਯੁੱਧ 'ਚ ਜਾਣ ਦੀ ਆਗਿਆ ਮੰਗੀ ਤੇ ਆਖਣ ਲੱਗੀ, ਸਾਹਿਬ ਮੈਨੂੰ ਆਗਿਆ ਦਿਓ। ਪਲ ਦੇ ਪਲ ਗੁਰੂ ਜੀ ਨੂੰ ਚੁੱਪ ਦੇਖ ਜੀਤਾਂ ਨੇ ਜਿਵੇਂ ਉਹਨਾਂ ਦੇ ਮਨ ਦੇ ਸੰਸੇ ਨੂੰ ਸਮਝ ਲਿਆ ਤੇ ਆਖਣ ਲੱਗੀ, ਬੱਚਿਆਂ ਦੀ ਜ਼ਿੰਮੇਵਾਰੀ ਸੁੰਦਰੀ ਭੈਣ ਨੇ ਪਹਿਲਾਂ ਹੀ ਲਈ ਹੋਈ ਹੈ ਤੇ ਮਾਤਾ ਜੀ ਨੂੰ ਪ੍ਰਣਾਮ ਕਰਕੇ ਆਗਿਆ ਲੈ ਆਈਆਂ ਕਿ ਮੈਂ ਤੁਹਾਡੇ ਨੇੜੇ ਤੇੜੇ ਹੀ ਰਹਾਂ। ਨਾਲੇ ਗੁਰੂ ਘਰ 'ਚ ਤਾਂ ਔਰਤਾਂ ਤੇ ਮਰਦਾਂ 'ਚ ਕੋਈ ਫਰਕ ਨਹੀਂ ਰੱਖਿਆ ਗਿਆ। ਗੁਰੂ ਨੇ ਜਿਵੇਂ ਜੀਤਾਂ ਦਾ ਇਮਤਿਹਾਨ ਲੈਣ ਲਈ ਆਖਿਆ, ਜੀਤਾਂ ਜੀ, ਤੁਹਾਡਾ ਸਾਰਾ ਪਰਿਵਾਰ ਤਾਂ ਕਿਲੇ ਅੰਦਰ ਸੁਰੱਖਿਅਤ ਹੈ, ਤੁਸੀਂ ਖਤਰੇ 'ਚ ਕਾਹਦੇ ਲਈ ਜਾ ਰਹੇ ਹੋ? ਦੂਰ ਦਮੇਲ ਵੱਲ ਝਾਕਦੀ ਜੀਤਾਂ ਬੋਲੀ, ਸਾਹਿਬ ਇਹ ਸਿੱਖ ਸੇਵਕ ਜਿਹੜਾ ਤੁਹਾਡਾ ਪਰਿਵਾਰ ਹੈ, ਮੇਰਾ ਵੀ ਤਾਂ ਹੈ। ਬੱਚਿਆਂ ਨੂੰ ਯੁੱਧ ਵਿੱਚ ਤੋਰ ਕੇ ਮਾਂ ਸੁਰੱਖਿਅਤ ਥਾਂ ਨਹੀਂ ਬੈਠ ਸਕਦੀ। ਠੀਕ ਹੈ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਖਿਆ। ਉਹਨਾਂ ਦੇਖਿਆ ਜੀਤਾਂ ਜੀ ਦੇ ਚਿਹਰੇ ਤੇ ਇੱਕ ਅਗੰਮੀ ਨੂਰ ਸੀ। ਉਹਨੇ ਰੇਪ ਪਜਾਮੇ ਉੱਪਰ ਕਮਰ ਕੱਸਿਆ ਹੋਇਆ ਚੋਲਾ ਪਾਈ, ਥੰਪਲ ਵਾਲਾ ਨੇਜਾ ਫੜਿਆ ਹੋਇਆ ਤੇ ਢਾਲ ਤਲਵਾਰ ਸਜਾਈ ਹੋਈ ਸੀ। ਉਹਦਾ ਜਾਹੂ ਜਲਾਲ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਚਿੱਤ ਆਸ਼ੀਰਵਾਦ ਦਿੱਤਾ ਤੇ ਜੀਤਾਂ ਵੀ ਗੁਰੂ ਜੀ ਕੋਲ ਵਾਲੇ ਘੋੜੇ ਤੇ ਸਵਾਰ ਹੋ ਗਏ। ਗੁਰੂ ਜੀ ਜੂਝਦੇ ਹੋਏ ਇੱਕ ਪਾਸੇ ਨਿਕਲ ਗਏ ਤੇ ਜੀਤਾਂ ਪਿੱਛੇ ਰਹਿ ਗਈ ਸੀ।
ਉਹਨੇ ਦੇਖਿਆ ਇੱਕ ਪਾਸੇ ਤੋਂ ਹਾਕਮਾਂ ਦੀਆਂ ਫੌਜਾਂ ਦਾ ਕਟਕ ਚੜ੍ਹਿਆ ਆ ਰਿਹਾ ਸੀ। ਗੁਰੂ ਵੱਲ ਪਹੁੰਚਣ ਤੋਂ ਪਹਿਲਾਂ ਹੀ ਰੋਕਣ ਲਈ ਜੀਤਾਂ ਸਿੱਖਾਂ ਨੂੰ ਲੈ ਕੇ ਛੇਣੀ ਵਾਂਗ ਉਹਨਾਂ ਤੇ ਟੁੱਟ ਪਈ। ਘੋਰ ਜੰਗ ਹੋਇਆ, ਦਿਨ ਛਿਪਿਆ, ਸ਼ਾਹੀ ਫੌਜਾਂ ਮੂੰਹ ਦੀ ਖਾ ਕੇ ਪਰਤ ਗਈਆਂ, ਪਰ ਜੀਤਾਂ ਕਾਫੀ ਫੱਟੜ ਹੋ ਗਈ ਸੀ। ਸਿੱਖਾਂ ਨੇ ਘੋੜੇ ਤੋਂ ਉਤਾਰ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ ਤੇ ਜ਼ਮੀਨ ਤੇ ਲਟਾ ਦਿੱਤਾ। ਜੀਤਾਂ ਨੇ ਬੜੀ ਮੁਸ਼ਕਲ ਨਾਲ ਹੱਥ ਜੋੜੇ ਤੇ ਸਹਿਜੇ ਸਹਿਜੇ ਮੱਥੇ ਵੱਲ ਲਿਆਈ, ਜਿਵੇਂ ਪ੍ਰਣਾਮ ਕਰ ਰਹੀ ਹੋਵੇ। ਪਤਾ ਨਹੀਂ ਅਕਾਲ ਪੁਰਖ ਨੂੰ ਜਾਂ ਗੁਰੂ ਨੂੰ ਜਾਂ ਮਾਤਾ ਜੀ ਨੂੰ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਉਹ ਹੱਥ ਜੋੜ ਕੇ ਇੱਥੋਂ ਜਾਣ ਦੀ ਆਗਿਆ ਲੈ ਰਹੀ ਸੀ ਤੇ ਹੱਥ ਜੁੜੇ ਹੋਏ ਹੀ ਸਨ ਕਿ ਉਹਨੇ ਪ੍ਰਾਣ ਤਿਆਗ ਦਿੱਤੇ। ਦੁਸ਼ਮਣਾਂ ਨੂੰ ਭਾਜੜਾਂ ਪਾ ਕੇ ਉੱਤਰਦੇ ਹਨੇਰੇ 'ਚ ਜਦੋਂ ਗੁਰੂ ਜੀ ਪਿਛਾਂਹ ਪਰਤੇ ਤਾਂ ਇੱਕ ਘੋੜਸਵਾਰ ਨੇ ਆ ਕੇ ਨਮਸਕਾਰ ਕੀਤੀ ਤੇ ਦੱਸਿਆ, ਗੁਰੂ ਮਹਿਲ ਦੁਸ਼ਮਣਾਂ ਨੂੰ ਕਰਾਰੇ ਹੱਥ ਦਿਖਾ ਕੇ ਯੁੱਧ ਭੂਮੀ 'ਚ ਸ਼ਹੀਦ ਹੋ ਗਏ ਨੇ। ਆਖਿਆ ਜਾਂਦਾ ਕਿ ਗੁਰੂ ਜੀ 22 ਘੋੜਸਵਾਰਾਂ ਨਾਲ ਉਸ ਸਥਾਨ ਤੇ ਪਹੁੰਚੇ ਤੇ ਮਹਿਲਾਂ ਦੀ ਦੇਹ ਸੰਭਾਲੀ ਤੇ ਅਨੰਦਪੁਰ ਦੇ ਕਿਲ੍ਹੇ 'ਚ ਲੈ ਆਏ। ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਪ੍ਰਾਤ ਕਾਲ ਇਸ਼ਨਾਨ ਕਰਵਾਏ ਜਾਣ ਮਗਰੋਂ ਚਿਖਾ ਬਣਾ ਕੇ ਸੰਸਕਾਰ ਕਰਨ ਤੋਂ ਪਹਿਲਾਂ ਮਾਤਾ ਗੁਜਰੀ ਜੀ, ਜਿਹੜੀ ਸਾਰੀ ਵਿਥਿਆ ਸੁਣ ਚੁੱਕੇ ਸਨ, ਉਹਦਾ ਅੰਤਿਮ ਬਾਰੇ ਮੂੰਹ ਵੇਖਣ ਆਏ। ਉਹਦੇ ਸਿਰ ਤੇ ਹੱਥ ਰੱਖ ਕੇ ਮਾਤਾ ਜੀ ਬੋਲੇ, ਮੇਰੀ ਜੀਤਾਂ ਤਾਂ ਜੀਤੋ ਹੈ, ਇਹਨੇ ਜਿੱਤ ਕੇ ਹੀ ਮੁੜਨਾ ਸੀ। ਫਿਰ ਸੰਸਕਾਰ ਕੀਤਾ ਗਿਆ। ਉਸ ਥਾਂ ਦਾ ਨਾਂ ਗੁਰੂ ਜੀ ਨੇ ਅਗੰਮਪੁਰਾ ਰੱਖਿਆ। ਗੁਰੂ ਮਰਿਆਦਾ ਅਨੁਸਾਰ 10ਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰਾ ਭੋਗ ਪਾਇਆ ਤੇ ਅਰਦਾਸ ਕੀਤੀ ਗਈ। ਅਨੰਦਪੁਰ ਰਹਿੰਦਿਆਂ ਗਾਹੇ ਬਗਾਏ ਗੁਰੂ ਜੀ ਦਾ ਧਿਆਨ ਅਗੰਮਪੁਰੇ ਵੱਲ ਚਲਾ ਜਾਂਦਾ ਸੀ। ਅਧਿਆਇ 31ਵਾਂ। ਜੀਤਾਂ ਦੇ ਭੋਗ ਵੇਲੇ ਉਹਦਾ ਸਾਰਾ ਪੇਕਾ ਪਰਿਵਾਰ ਪਹੁੰਚਿਆ ਸੀ। ਗੰਗਾ ਭੂਆ ਪੱਥਰ ਦੀ ਮੂਰਤ ਬਣੀ ਸਭ ਕੁਝ ਵੇਖ ਰਹੀ ਸੀ। ਗੰਗਾ ਭੂਆ ਦੀਆਂ ਜਿਵੇਂ ਆਂਦਰਾਂ ਨੂੰ ਵਲੇਟ ਪਿਆ। ਪਹਿਲੀ ਵਾਰ ਉਹਨੂੰ ਲੱਗਿਆ, ਮੈਂ ਤਾਂ ਜ਼ਿੰਦਗੀ ਦੇ ਕੰਢੇ ਕੰਢੇ ਹੀ ਤੁਰਦੀ ਰਹੀ ਸੀ। ਇੱਕੋ ਪ੍ਰਭੂ ਨਾਲ ਰਿਸ਼ਤਾ ਬਣਾਇਆ ਸੀ। ਮੈਨੂੰ ਤਾਂ ਲੱਗਦਾ ਸੀ ਸੰਸਾਰ 'ਚ ਨਾ ਮੇਰਾ ਕੋਈ ਹੈ ਤੇ ਨਾ ਮੈਂ ਕਿਸੇ ਦੀ, ਸਭ ਜਗ ਚੱਲਣਹਾਰ ਹੈ। ਪਰ ਜੀਤਾਂ ਦੀ ਮੌਤ ਨਾਲ ਉਹਦੀਆਂ ਆਂਦਰਾਂ 'ਚ ਵਲੇਟ ਪੈਂਦੇ ਸਨ। ਉਹ ਵੀ ਸੰਗਤ 'ਚ ਬੈਠ ਗਈ। ਉਦਰੇ ਜੇ ਮਨ ਨਾਲ ਆਲੇ ਦੁਆਲੇ ਝਾਕਦੀ, ਪਹਾੜਾਂ ਨੂੰ, ਰੁੱਖਾਂ ਨੂੰ, ਪੰਛੀਆਂ ਨੂੰ ਤੇ ਆਲੇ ਦੁਆਲੇ ਵਿਚਰਦੇ ਲੋਕਾਂ ਨੂੰ ਦੇਖ ਕੇ ਉਹ ਮਨ ਹੀ ਮਨ ਜਿਵੇਂ ਪੁੱਛਦੀ, ਜੀਤਾਂ ਕਿੱਥੇ ਚਲੀ ਗਈ। ਭੋਗ ਪਿਆ, ਅਰਦਾਸ ਹੋਈ। ਉਹਦਾ ਗੁਰੂ ਨੂੰ ਕੁਝ ਆਖਣ ਨੂੰ ਮਨ ਕੀਤਾ, ਪ੍ਰਸ਼ਾਦ ਵਰਤਿਆ, ਉਹਨੇ ਵੀ ਲੈ ਲਿਆ ਪਰ ਮੂੰਹ ਤੇ ਨਹੀਂ ਛੁਆਇਆ। ਗੁਰੂ ਜੀ ਉੱਠ ਕੇ ਸੰਗਤ ਕੋਲੋਂ ਦੀ ਲੰਘ ਕੇ ਗੰਗਾ ਭੂਆ ਕੋਲ ਆ ਕੇ ਖਲੋ ਗਏ। ਉਹਨਾਂ ਵੱਲ ਤੱਕ ਕੇ ਗੰਗਾ ਭੂਆ ਦੇ ਆਪ ਮੁਹਾਰੇ ਹੱਥ ਜੁੜ ਗਏ ਤੇ ਅੱਖਾਂ ਵਹਿ ਤੁਰੀਆਂ। ਪ੍ਰਭੂ ਦੇ ਹੁਕਮ ਨੂੰ ਕੌਣ ਟਾਲ ਸਕਦਾ, ਉਹਨਾਂ ਨੇ ਗੰਗਾ ਭੂਆ ਵੱਲ ਝਾਕ ਕੇ ਆਖਿਆ। ਗੰਗਾ ਭੂਆ ਨੇ ਪ੍ਰਸ਼ਾਦ ਦੇ ਸਣੇ ਹੱਥ ਜੋੜ ਕੇ ਨਮਸਕਾਰ ਕੀਤੀ। ਗੁਰੂ ਜੀ ਅਗਾਂਹ ਲੰਘ ਗਏ। ਉਹ ਗੰਗਾ ਭੂਆ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਦੇ ਗਏ ਸਨ। ਜੀਤਾ ਦਾ ਸੰਸਕਾਰ ਹੋ ਚੁੱਕਿਆ ਸੀ। ਸੰਸਕਾਰ ਵਾਲੀ ਥਾਂ ਤੇ ਥੜਾ ਬਣ ਗਿਆ ਸੀ। ਗੁਰੂ ਜੀ ਨੇ ਆਪ ਉਸ ਥਾਂ ਦਾ ਨਾਂ ਅਗੰਮਪੁਰਾ ਰੱਖਿਆ ਸੀ। ਅਗੰਮਪੁਰਾ ਭਾਵ ਜਿੱਥੇ ਜਾਇਆ ਨਹੀਂ ਜਾ ਸਕਦਾ, ਜਿੱਥੇ ਜੀਤਾਂ ਚਲੀ ਗਈ ਸੀ। ਗੰਗਾ ਭੂਆ ਉਦਰੀ ਜੀ ਉੱਥੇ ਤੁਰੀ ਫਿਰ ਰਹੀ ਸੀ। ਆਥਣੇ ਸੁੰਦਰੀ ਦੇ ਨਿਵਾਸ ਸਥਾਨ 'ਚ ਚਲੀ ਗਈ। ਸੁੰਦਰੀ ਨੇ ਉੱਠ ਕੇ ਉਹਦੇ ਚਰਨ ਛੂਏ, ਬੈਠਣ ਲਈ ਮੂੜਾ ਦਿੱਤਾ। ਸੁੰਦਰੀ ਬੱਚਿਆਂ ਦੇ ਧੋਤੇ ਕੱਪੜੇ ਤਿਆਹ ਕਰ ਕਰ ਰੱਖ ਰਹੀ ਸੀ। ਉਹਨੇ ਨਿੱਕੇ ਜਿਹੇ ਫਤਿਹ ਦੇ ਸਿਰ ਤੇ ਹੱਥ ਰੱਖਿਆ ਤੇ ਮਨ ਹੀ ਮਨ ਆਖਿਆ, ਫਤਿਹ, ਜੀਤਾਂ ਆਪਾਂ ਨੂੰ ਛੱਡ ਕੇ ਚਲੀ ਗਈ। ਗੰਗਾ ਭੂਆ ਜੀਤਾਂ ਭੈਣ ਤਾਂ ਕਰਮਾਂ ਵਾਲੀ ਸੀ। ਜਿਨ੍ਹਾਂ ਔਰਤਾਂ ਨੂੰ ਉਹਨਾਂ ਦੇ ਪਤੀ ਆਪ ਤੋਰਦੇ ਨੇ, ਉਹ ਤਾਂ ਕੋਈ ਚੰਗੇ ਕਰਮ ਕਰਕੇ ਆਈਆਂ ਹੁੰਦੀਆਂ ਨੇ। ਇੱਕ ਨਾ ਇੱਕ ਦਿਨ ਜਾਣਾ ਤਾਂ ਅਸੀਂ ਸਭ ਨੇ ਆ, ਪਰ ਉਹ ਬਹੁਤ ਕਾਹਲੀ ਸੀ। ਹਰ ਕੰਮ ਹੀ ਕਾਹਲੀ ਕਾਹਲੀ ਕਰਦੀ ਸੀ। ਜੇ ਗ੍ਰੰਥ ਪੜ੍ਹਨ ਲੱਗਦੀ ਤਾਂ ਦਿਨ ਰਾਤ ਪੜ੍ਹੀ ਜਾਂਦੀ। ਜੇ ਸ਼ਸਤਰ ਵਿੱਦਿਆ ਸਿੱਖਣ ਲੱਗੀ ਤਾਂ ਬੱਚਿਆਂ ਤੋਂ ਮੂਹਰੇ ਹੁੰਦੀ। ਜਿੱਥੋਂ ਤੱਕ ਭਜਨ ਪਾਠ ਦਾ ਸੰਬੰਧ, ਉਹ ਬੜੇ ਤੜਕੇ ਸਭ ਤੋਂ ਪਹਿਲਾਂ ਉੱਠ ਕੇ ਨਹਾ ਕੇ ਪਾਠ ਕਰਨ ਬੈਠ ਜਾਂਦੀ। ਜੇ ਲੰਗਰ ਦੀ ਸੇਵਾ ਤੇ ਬੈਠਦੀ ਤੇ ਸਵਾ ਮਣ ਆਟਾ ਪਕਾ ਕੇ ਉੱਠਦੀ। ਗੰਗਾ ਭੂਆ ਚੁੱਪਚਾਪ ਸੁੰਦਰੀ ਦੇ ਮੂੰਹ ਵੱਲ ਵੇਖਦੀ ਰਹੀ। ਫਿਰ ਸਹਿਜੇ ਸਹਿਜੇ ਗੰਗਾ ਭੂਆ ਦੀ ਸੁਰਤ ਪਰਤੀ ਤੇ ਬੋਲੀ, ਸੁੰਦਰੀ ਧੀਏ, ਇੰਨੇ ਸਿੱਖਾਂ ਸੇਵਕਾਂ ਦੇ ਹੁੰਦਿਆਂ ਉਹ ਕਾਹਦੇ ਲਈ ਲੜਾਈ 'ਚ ਗਈ? ਗੁਰੂ ਨੇ ਉਹਨੂੰ ਰੋਕਿਆ ਕਿਉਂ ਨਾ? ਇਹ ਕੋਈ ਔਰਤਾਂ ਦੇ ਕੰਮ ਤਾਂ ਨਹੀਂ। ਗੰਗਾ ਭੂਆ ਦੀ ਗੱਲ ਸੁਣ ਸੁੰਦਰੀ ਧਿਆਨ ਨਾਲ ਉਸ ਵੱਲ ਦੇਖ ਕੇ ਸੋਚ ਰਹੀ ਸੀ। ਇਹ ਸਭ ਗੱਲਾਂ ਗੰਗਾ ਭੂਆ ਮੂੰਹ ਵੱਸ ਹੋ ਕੇ ਕਰ ਰਹੀ ਹੈ। ਫਿਰ ਆਖਣ ਲੱਗੀ, ਗੰਗਾ ਭੂਆ, ਸਾਹਿਬ ਜੀਤਾਂ ਭੈਣ ਦੀ ਕੋਈ ਗੱਲ ਟਾਲਦੇ ਨਹੀਂ ਸਨ। ਉਹਨਾਂ ਦੀ ਰੂਹ ਦੇ ਬਹੁਤ ਨੇੜੇ ਸੀ ਜੀਤਾਂ। ਉਹਨੇ ਇੱਕ ਦਿਨ ਸਾਹਿਬ ਨੂੰ ਆਖਿਆ ਸੀ, ਸਾਹਿਬ, ਭਿਆਨਕ ਸਮਾਂ ਆ ਰਿਹਾ। ਪਾਗਲ ਬਘਿਆੜਾਂ ਦੇ ਦਲਾਂ ਦੇ ਦਲ ਸਾਡੇ ਵੱਲ ਆ ਰਹੇ ਨੇ, ਤੁਸੀਂ ਕੁਝ ਕਰੋ। ਉਹ ਜਾਣਦੀ ਸੀ ਸਾਹਿਬ ਸਭ ਕੁਝ ਕਰ ਸਕਦੇ ਨੇ। ਉਹ ਆਖਣ ਲੱਗੇ, ਜੀਤਾਂ, ਜੋ ਅਕਾਲ ਪੁਰਖ ਦੀ ਮਰਜ਼ੀ ਹੋਏਗੀ ਉਹ ਹੋ ਜਾਏਗਾ। ਸ਼ਾਇਦ ਉਹ ਸੋਚਦੀ ਸੀ ਭਿਆਨਕ ਸਮਿਆਂ 'ਚ ਕਿਸੇ ਨਾ ਕਿਸੇ ਮਹਾਂਪੁਰਸ਼ ਨੂੰ ਬਲੀ ਦੇਣੀ ਪੈਂਦੀ ਹੈ। ਗੰਗਾ ਭੂਆ ਮਨ ਹੀ ਮਨ ਜੀਤਾਂ ਨਾਲ ਗੱਲਾਂ ਕਰਦੀ ਰਹੀ। ਜੀਤਾਂ ਦੇ ਨਿਵਾਸ ਸਥਾਨ 'ਚ ਘੁੰਮ ਫਿਰ ਕੇ ਉਹ ਜਿਵੇਂ ਜੀਤਾਂ ਦੀ ਛੋਹ ਲੱਭਦੀ ਰਹੀ। ਅੱਜ ਬੜੇ ਤੜਕੇ ਉੱਠ ਕੇ ਜਦੋਂ ਸਿਮਰਨ ਕਰਨ ਬੈਠੀ ਤਾਂ ਉਹਦਾ ਮਨ ਮੁੜ ਜੀਤਾਂ ਨੂੰ ਚਿਤਵਨ ਵੱਲ ਜਾਂਦਾ ਰਿਹਾ। ਜਿਵੇਂ ਉਹ ਪੁੱਛਦੀ ਹੋਵੇ, ਜੀਤਾਂ, ਜਾਣਦੀ ਤੈਨੂੰ ਕੀ ਕਾਹਲੀ ਪਈ ਸੀ? ਮੈਨੂੰ ਤਾਂ ਜਾ ਲੈਣ ਦਿੰਦੀ।
ਪਤਾ ਨਹੀਂ ਬੰਦਾ ਕਾਹਦੇ ਲਈ ਜੱਗ ਤੇ ਆਉਂਦਾ ਹੈ। ਜੇ ਇਉਂ ਪਤਾ ਹੁੰਦਾ ਮੈਂ ਰੱਬ ਨੂੰ ਆਖਦੀ ਇਹਦੀ ਥਾਂ ਮੈਨੂੰ ਲੈ ਚੱਲਦਾ। ਇਹਦੇ ਤਾਂ ਨਿੱਕੇ ਨਿੱਕੇ ਬੱਚੇ ਨੇ, ਮੈਨੂੰ ਤਾਂ ਮਗਰੋਂ ਕੋਈ ਰੋਣ ਵਾਲਾ ਵੀ ਨਹੀਂ। ਫਿਰ ਗੰਗਾ ਭੂਆ ਨੂੰ ਆਪ ਹੀ ਖਿਆਲ ਆਉਂਦਾ, ਰੂਹ ਤਾਂ ਕਦੇ ਮਰਦੀ ਨਹੀਂ, ਉਹ ਤਾਂ ਇੱਥੇ ਕਿਤੇ ਸਾਡੇ ਆਲੇ ਦੁਆਲੇ ਕਿਧਰੇ ਹੋਣੀ ਆ। ਪਰ ਨਹੀਂ, ਉਹਦੀ ਰੂਹ ਨੇ ਕਾਹਦੇ ਲਈ ਭਟਕਣਾ, ਉਹ ਤਾਂ ਪ੍ਰਭੂ ਨਾਲ ਜਾ ਮਿਲੀ ਹੋ। ਤਿੰਨੋਂ ਵੱਡੇ ਬੱਚੇ ਗੰਗਾ ਭੂਆ ਨਾਲ ਘੁਲ ਮਿਲ ਕੇ ਗੱਲਾਂ ਕਰ ਰਹੇ ਸਨ, ਜਿਵੇਂ ਉਹਨੂੰ ਹਮੇਸ਼ਾ ਤੋਂ ਜਾਣਦੇ ਹੋਣ। ਫਿਰ ਗੰਗਾ ਭੂਆ ਨੂੰ ਲੱਗਿਆ ਜਿਵੇਂ ਇੱਥੋਂ ਦੇ ਸਾਰੇ ਲੋਕ ਹੀ ਉਹਨੂੰ ਜਾਣਦੇ ਨੇ। ਗੰਗਾ ਭੂਆ ਵੱਡੀ ਮਾਂ ਤੈਨੂੰ ਬੜਾ ਪਿਆਰ ਕਰਦੀ ਸੀ, ਜੁਝਾਰ ਨੇ ਆਖਿਆ। ਤ੍ਰਿਪ ਤ੍ਰਿਪ ਹੰਝੂ ਗੰਗਾ ਭੂਆ ਦੀਆਂ ਅੱਖਾਂ 'ਚੋਂ ਵਹਿ ਤੁਰੇ। ਉਹਨੇ ਉੱਠ ਕੇ ਬੱਚਿਆਂ ਨੂੰ ਪਿਆਰ ਦਿੱਤਾ ਤੇ ਬੋਲੀ, ਮੈਂ ਤੁਹਾਡੀ ਮਾਂ ਨੂੰ ਨਿੱਕੀ ਜਿਹੀ ਨੂੰ ਪਾਲਿਆ ਸੀ। ਹਰ ਰੋਜ਼ ਆਖਦੀ ਹੁੰਦੀ ਸੀ, ਗੰਗਾ ਭੂਆ ਕੋਈ ਬਾਤ ਸੁਣਾ। ਵੈਸ਼ਨੋ ਦੇਵੀ ਦੀ ਕਥਾ ਜਿਹਨੇ ਭੈਰੋਂ ਦਾ ਗਲ ਵੱਢਿਆ ਸੀ ਬੜੀ ਵਾਰੀ ਸੁਣਦੀ ਸੀ। ਇੰਨੇ ਨੂੰ ਜ਼ੋਰਾਵਰ ਵੀ ਗੰਗਾ ਭੂਆ ਦੇ ਕੋਲ ਆ ਕੇ ਬੈਠ ਗਿਆ ਸੀ। ਗੰਗਾ ਭੂਆ ਨੇ ਉਹਨੂੰ ਬਾਹਾਂ ਵਧਾ ਕੇ ਆਪਣੇ ਕਲਾਵੇ 'ਚ ਭਰ ਲਿਆ। ਬੋਲੀ, ਮੇਰੀ ਜੀਤਾਂ ਦੇ ਆਲੇ ਭੋਲੇ, ਮੈਂ ਉਸ ਵੇਲੇ ਉੱਥੇ ਹੁੰਦਾ ਤਾਂ ਵੱਡੀ ਮਾਂ ਨੂੰ ਲੜਾਈ 'ਚ ਨਹੀਂ ਸੀ ਜਾਣ ਦਿੰਦਾ। ਅਜੀਤ ਬੋਲਿਆ। ਪਰ ਗੰਗਾ ਭੂਆ, ਲੋਕ ਮਰ ਕੇ ਭਲਾ ਕਿੱਥੇ ਚਲੇ ਜਾਂਦੇ ਨੇ? ਜ਼ੋਰਾਵਰ ਨੇ ਪੁੱਛਿਆ। ਗੰਗਾ ਭੂਆ ਸਵਾਰ ਕੇ ਉਸ ਵੱਲ ਝਾਕੀ ਤੇ ਫਿਰ ਬੋਲੀ, ਜਿਹੜੇ ਚੰਗੇ ਲੋਕ ਹੁੰਦੇ ਨੇ ਤੇ ਜਵਾਨੀ 'ਚ ਮਰਦੇ ਨੇ ਉਹ ਤਾਰੇ ਬਣ ਜਾਂਦੇ ਨੇ। ਜੀਤਾਂ ਵੀ ਤਾਰਾ ਬਣ ਗਈ ਹੈ। ਫਿਰ ਤਾਂ ਗੰਗਾ ਭੂਆ ਵੱਡੀ ਮਾਂ ਸਾਰਾ ਵੇਲਾ ਸਾਨੂੰ ਉੱਥੇ ਬੈਠੀ ਦੇਖਦੀ ਰਹਿੰਦੀ ਹੋਊਗੀ, ਜੁਝਾਰ ਬੋਲਿਆ। ਇਹ ਗੱਲ ਜਿਵੇਂ ਤਿੰਨਾਂ ਹੀ ਬੱਚਿਆਂ ਨੂੰ ਬੜੀ ਚੰਗੀ ਲੱਗੀ, ਜਿਵੇਂ ਵੱਡੀ ਮਾਂ ਉਹਨਾਂ ਦੇ ਕਿਧਰੇ ਨੇੜੇ ਤੇੜੇ ਹੀ ਸੀ। ਜ਼ੋਰਾਵਰ ਨੂੰ ਲੱਗਿਆ ਹੁਣ ਜਦੋਂ ਕਦੇ ਵੱਡਾ ਵੀਰਾ ਘੋੜਾ ਭਜਾ ਕੇ ਦੂਰ ਨਿਕਲਿਆ ਕਰੂਗਾ ਤਾਂ ਉਹਨੂੰ ਆਖਦਿਆਂ ਕਰੂੰਗਾ, ਵੱਡੀ ਮਾਂ ਉੱਪਰੋਂ ਦੇਖ ਰਹੀ ਹੈ ਕਿ ਤੂੰ ਮੈਨੂੰ ਇਕੱਲੇ ਨੂੰ ਪਿੱਛੇ ਛੱਡ ਗਿਆ। ਇਹ ਗੱਲ ਉਹਨਾਂ ਨੇ ਦੁਪਹਿਰੇ ਸੁੰਦਰੀ ਨੂੰ ਵੀ ਜਾ ਕੇ ਦੱਸੀ ਕਿ ਵੱਡੀ ਮਾਂ ਹੁਣ ਤਾਰਾ ਬਣ ਗਈ ਹੈ ਤੇ ਸਾਨੂੰ ਸਾਰਿਆਂ ਨੂੰ ਉੱਪਰੋਂ ਦੇਖਦੀ ਰਹਿੰਦੀ ਹੈ। ਉਸ ਦਿਨ ਗੰਗਾ ਭੂਆ ਉਸ ਥਾਂ ਉੱਪਰ ਵੀ ਗਈ ਜਿੱਥੇ ਜੀਤਾਂ ਦਾ ਸੰਸਕਾਰ ਕੀਤਾ ਸੀ। ਉਸ ਦਿਨ ਗੰਗਾ ਭੂਆ ਨੇ ਸਵੇਰ ਦੇ ਭੋਗ ਪੈਣ ਤੋਂ ਮਗਰੋਂ ਲਏ ਪ੍ਰਸ਼ਾਦ ਤੋਂ ਮਗਰੋਂ ਕੁਝ ਨਹੀਂ ਸੀ ਖਾਧਾ ਪੀਤਾ। ਅੱਜ ਦੁਪਹਿਰੇ ਹੀ ਉਹ ਅਗੰਮਪੁਰੇ ਵੱਲ ਚਲੀ ਗਈ। ਇੱਕ ਰੁੱਖ ਦੇ ਹੇਠਾਂ ਬੈਠ ਕੇ ਉਹ ਮਨ ਹੀ ਮਨ ਜੀਤਾਂ ਨਾਲ ਪਤਾ ਨਹੀਂ ਕੀ ਗੱਲਾਂ ਕਰਦੀ ਰਹੀ। ਉੱਥੋਂ ਉੱਠ ਕੇ ਉਹ ਸੁੰਦਰੀ ਦੇ ਨਿਵਾਸ ਸਥਾਨ 'ਚ ਗਈ ਤੇ ਬੋਲੀ, ਤੈਨੂੰ ਸੁੰਦਰੀਏ ਧੀਏ ਬੱਚੇ ਸੰਭਾਲ ਕੇ ਜੀਤਾਂ ਨਿਸ਼ਚਿੰਤ ਹੋ ਗਈ ਹੋਣੀ ਹੈ। ਉਹ ਤਾਂ ਕੋਈ ਵੱਖਰੀ ਜੀ ਰੂਹ ਸੀ, ਸਾਨੂੰ ਝਕਾਨੀ ਜੀ ਦੇ ਕੇ ਜਿੱਧਰੋਂ ਆਈ ਸੀ ਉੱਧਰ ਨੂੰ ਪਰਤ ਗਈ। ਜਿਹੜੇ ਚੰਗੇ ਲੋਕ ਹੁੰਦੇ ਨੇ ਰੱਬ ਨੂੰ ਵੀ ਉਹੀ ਪਿਆਰੇ ਹੁੰਦੇ ਨੇ, ਉਹਨਾਂ ਨੂੰ ਛੇਤੀ ਉਹ ਆਪਣੇ ਕੋਲ ਸੱਦ ਲੈਂਦਾ। ਮੇਰੇ ਵਰਗੇ ਜਿਨ੍ਹਾਂ ਦੀ ਕਿਸੇ ਨੂੰ ਵੀ ਲੋੜ ਨਹੀਂ, ਉਹ ਵਾਧੂ ਤੁਰੇ ਫਿਰੇ ਰਹਿੰਦੇ ਨੇ। ਨਹੀਂ ਗੰਗਾ ਭੂਆ, ਸੰਸਾਰ ਉੱਤੇ ਕੋਈ ਬੰਦਾ ਵਾਧੂ ਨਹੀਂ ਹੁੰਦਾ, ਬਸ ਆਪਣੇ ਆਪਣੇ ਕਰਮ ਭੋਗਣੇ ਹੁੰਦੇ ਨੇ। ਸੁੰਦਰੀ ਬੋਲੀ, ਭਗਤਾਂ ਦੇ ਤਾਂ ਧੀਏ ਰੱਬ ਪਿਛਲੇ ਕਰਮਾਂ ਉੱਤੇ ਵੀ ਲੀਕ ਫੇਰ ਦਿੰਦਾ। ਗੰਗਾ ਭੂਆ, ਹੁਣ ਤੂੰ ਵਾਪਸ ਲਾਹੌਰ ਨਾ ਜਾਈਂ, ਇੱਥੇ ਹੀ ਰਹਿ ਪੈ ਸਾਡੇ ਕੋਲ। ਸੁੰਦਰੀ ਨੇ ਜਦੋਂ ਆਖਿਆ, ਗੰਗਾ ਭੂਆ ਚੁੱਪ ਹੋ ਗਈ ਤੇ ਆਖਣ ਲੱਗੀ, ਸੱਚ ਪੁੱਛੇ ਤਾਂ ਹੁਣ ਜਿਵੇਂ ਕੋਈ ਇੱਛਾ ਹੀ ਨਹੀਂ ਰਹਿ ਗਈ, ਨਾ ਕੋਈ ਸੰਸਾ ਨਾ ਕੋਈ ਫਿਕਰ। ਹੁਣ ਤਾਂ ਰੱਬ ਮੈਨੂੰ ਬਖਸ਼ ਲਵੇ, ਬਸ ਇੱਥੇ ਗੁਰੂ ਚਰਨਾਂ 'ਚ ਰਹਿਣ ਦੇਵੇ। ਭੂਆ ਦੀਆਂ ਗੱਲਾਂ ਸੁਣ ਕੇ ਸੁੰਦਰੀ ਆਖਣ ਲੱਗੀ, ਗੰਗਾ ਭੂਆ ਸਾਹਿਬ ਵੀ ਆਖਦੇ ਸੀ ਗੰਗਾ ਭੂਆ ਹੁਣ ਹਮੇਸ਼ਾ ਇੱਥੇ ਰਹੇਗੀ। ਗੰਗਾ ਭੂਆ ਨੇ ਉੱਥੇ ਬੈਠੀ ਨਹੀਂ, ਧਰਤੀ ਨਿਸ਼ਕਾਰੀ ਜਿਵੇਂ ਹੌਲੀ ਹੌਲੀ ਤੁਰਦੀ ਜੀਤਾ ਦੇ ਨਿਵਾਸ ਸਥਾਨ ਦੇ ਨਾਲ ਲੱਗਦੇ ਕਮਰੇ 'ਚ ਉਹਨੇ ਆਪਣੇ ਕੋਰੇ ਕੱਪੜੇ ਪਾਏ ਤੇ ਦਰਿਆ ਵੱਲ ਚਲੀ ਗਈ। ਮੂੰਹ 'ਚ ਕੁਝ ਜਪਦੀ ਨੇ ਉਹਨੇ ਦਰਿਆ 'ਚ ਇਸ਼ਨਾਨ ਕੀਤਾ। ਫਿਰ ਚੱਪ ਮਾਰ ਕੇ ਰੁੱਖ ਹੇਠਾਂ ਅੱਖਾਂ ਮੀਚ ਕੇ ਸਮਾਧੀ ਲਾ ਕੇ ਬੈਠ ਗਈ। ਸ਼ਾਮ ਤੱਕ ਜਦੋਂ ਨਾ ਪਰਤੀ ਤਾਂ ਇੱਕ ਸੇਵਕ ਨੇ ਗੁਰੂ ਜੀ ਨੂੰ ਆ ਕੇ ਦੱਸਿਆ, ਇੱਕ ਮਾਈ ਦਰਿਆ 'ਤੇ ਸਮਾਧੀ ਲਾਈ ਬੈਠੀ ਹੈ। ਗੁਰੂ ਜੀ ਨੂੰ ਸਮਝਣ 'ਚ ਦੇਰ ਨਾ ਲੱਗੀ। ਕੁਝ ਸੇਵਕਾਂ ਦੇ ਨਾਲ ਦਰਿਆ ਦੇ ਕੰਢੇ ਪਹੁੰਚੇ। ਗੰਗਾ ਭੂਆ ਦੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। ਉਹ ਮਹਾਂ ਸਮਾਧੀ 'ਚ ਪਹੁੰਚ ਚੁੱਕੀ ਸੀ। ਗੰਗਾ ਭੂਆ ਦੇ ਸੰਸਕਾਰ ਦਾ ਇੰਤਜ਼ਾਮ ਕਰਨ ਲਈ ਆਖ ਕੇ ਉਹ ਵਾਪਸ ਪਰਤਾ। ਅਧਿਆਇ 32। ਜੀਤਾਂ ਦੇ ਤੁਰ ਜਾਣ ਮਗਰੋਂ ਕਈ ਵਾਰੀ ਮਾਤਾ ਗੁਜਰੀ ਜੀ ਦੇਖਦੇ ਬੱਚੇ ਬੜੇ ਓਦਰੇ ਮੂੰਹ ਨਾਲ ਆਲੇ ਦੁਆਲੇ ਝਾਕਦੇ, ਉਹਨਾਂ ਨੂੰ ਕੋਲ ਸੱਦਦੇ, ਬੁੱਕਲ 'ਚ ਬਿਠਾ ਕੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਛੋਟਿਆਂ ਨੂੰ ਕਈ ਵਾਰੀ ਆਪਣੇ ਹੱਥ ਨਾਲ ਪ੍ਰਸ਼ਾਦਾ ਛਕਾਉਂਦੇ। ਸਭ ਤੋਂ ਵੱਡੇ ਅਜੀਤ ਨੂੰ ਆਖਦੇ, ਤੂੰ ਇਹਨਾਂ ਦਾ ਖਿਆਲ ਰੱਖਿਆ ਕਰ। ਇੱਕ ਦਿਨ ਜ਼ੋਰਾਵਰ ਨੇ ਮਾਂ ਜੀ ਨੂੰ ਆ ਕੇ ਪੁੱਛਿਆ, ਬਾਹਰ ਰਿੱਛ ਦਾ ਤਮਾਸ਼ਾ ਕਰਨ ਆਇਆ ਸੀ। ਜਦੋਂ ਰਿੱਛ ਵਾਲਾ ਭਾਈ ਉਹਨੂੰ ਆਖਦਾ ਸੀ ਮਾਂ ਦਾ ਕੱਤਦਾ ਤਾਂ ਉਹ ਨਾਂ ਵਿੱਚ ਸਿਰ ਹਿਲਾ ਦਿੰਦਾ। ਫਿਰ ਉਹ ਆਖਦਾ ਸੀ ਭੈਣ ਦਾ ਕੱਤਦਾ ਤਾਂ ਵੀ ਨਾ ਕਰ ਦਿੰਦਾ। ਸਾਰਿਆਂ ਲਈ ਉਹ ਨਾ ਕਰੀ ਜਾਂਦਾ। ਤੇ ਜਦੋਂ ਰਿੱਛ ਵਾਲੇ ਭਾਈ ਨੇ ਆਖਿਆ ਸਾਲੀ ਦਾ ਕੱਤਦਾ ਤਾਂ ਰਿੱਛ ਨੇ ਹਾਂ 'ਚ ਸਿਰ ਹਿਲਾਇਆ। ਮਾਂ ਜੀ, ਸਾਲੀ ਕੀ ਹੁੰਦਾ? ਸਾਲੀ ਹੁੰਦੀ ਹੈ ਘਰ ਵਾਲੀ ਦੀ ਭੈਣ। ਘਰ ਵਾਲੀ ਤੋਂ ਡਰਦਾ ਰਿੱਛ ਸਾਲੀ ਦਾ ਕੱਤਣ ਨੂੰ ਮੰਨ ਜਾਂਦਾ। ਮਾਂ ਜੀ ਨੇ ਪੁੱਛਿਆ, ਉਹ ਇੱਕ ਸਿੱਖ ਨਾਲ ਦਰਿਆ 'ਤੇ ਨਹਾਉਣ ਗਏ ਨੇ। ਅੱਜ ਸਵੇਰੇ ਸਵੇਰੇ ਨਹੀਂ ਸੀ ਨਹਾਤੇ? ਮਾਂ ਜੀ ਨੇ ਪੁੱਛਿਆ। ਅਜੀਤ ਤੇ ਜੁਝਾਰ ਕਿੱਥੇ ਨੇ? ਮਾਂ ਜੀ ਨੇ ਪੁੱਛਿਆ। ਉਹ ਇੱਕ ਸਿੱਖ ਨਾਲ ਦਰਿਆ 'ਤੇ ਨਹਾਉਣ ਗਏ ਨੇ।
ਤੇ ਅੱਜ ਸਵੇਰੇ ਸਵੇਰੇ ਨਹੀਂ ਸੀ ਨਹਾਤੇ? ਮਾਂ ਜੀ ਨੇ ਪੁੱਛਿਆ। ਨਹਾਤੇ ਸੀ, ਪਰ ਹੁਣ ਉਹ ਰੱਸੇ ਨਾਲ ਲੈ ਕੇ ਗਏ ਨੇ, ਉੱਥੇ ਤੈਰਨਾ ਸਿੱਖਣਗੇ। ਫਤਿਹ ਨੂੰ ਕਿੱਡੀ ਮੌਜ ਹੈ। ਮਾਂ ਜੀ ਜਦ ਦੁੱਧ ਪੀਣਾ ਹੁੰਦਾ ਕਿਲਕਾਰੀਆਂ ਮਾਰਨ ਲੱਗ ਪੈਂਦਾ ਹੈ। ਛੋਟੀ ਮਾਂ ਝੱਟ ਉਹਨੂੰ ਗੋਦੀ ਚੁੱਕ ਲੈਂਦੀ ਹੈ। ਛੋਟੀ ਮਾਂ ਸ਼ਾਇਦ ਸਭ ਤੋਂ ਵੱਧ ਪਿਆਰ ਉਸੇ ਨੂੰ ਕਰਦੀ ਹੈ, ਕਿਉਂਕਿ ਉਹਨੂੰ ਸਵਾਉਂਦੀ ਵੀ ਹੈ। ਆਪਣੇ ਨਾਲ ਨਹਾਉਣ ਤੋਂ ਪਹਿਲਾਂ ਉਹਦੀ ਮਾਲਿਸ਼ ਕਰਦੀ ਹੈ। ਜ਼ੋਰਾਵਰ ਨੇ ਜਿਵੇਂ ਛੋਟੀ ਮਾਂ ਦੀ ਸ਼ਿਕਾਇਤ ਲਾਈ। ਨਹੀਂ ਪੁੱਤਰ ਜੀ, ਛੋਟੀ ਮਾਂ ਇਸ ਲਈ ਫਤਿਹ ਦਾ ਵੱਧ ਖਿਆਲ ਰੱਖਦੀ ਹੈ ਵੀ ਉਹ ਜੇ ਛੋਟਾ ਹੈ। ਜਦੋਂ ਤੁਸੀਂ ਛੋਟੇ ਸੀ ਤੁਹਾਡਾ ਵੀ ਛੋਟੀ ਮਾਂ ਇੰਨਾ ਹੀ ਖਿਆਲ ਰੱਖਦੀ ਸੀ। ਮਾਂ ਜੀ, ਵੱਡੀ ਮਾਂ ਸਾਨੂੰ ਪਿਆਰ ਨਹੀਂ ਸੀ ਨਾ ਕਰਦੀ, ਇਸੇ ਲਈ ਸਾਨੂੰ ਛੱਡ ਕੇ ਚਲੀ ਗਈ। ਜ਼ੋਰਾਵਰ ਨੇ ਜਦੋਂ ਆਖਿਆ, ਮਾਤਾ ਜੀ ਨੇ ਉਹਨੂੰ ਫੜ ਕੇ ਆਪਣੀ ਗੋਦੀ 'ਚ ਬਿਠਾ ਲਿਆ, ਕਾਲਜੇ ਨਾਲ ਲਾਇਆ, ਉਹਦਾ ਮੱਥਾ ਚੁੰਮ ਕੇ ਆਖਿਆ, ਜੀਤਾਂ ਤਾਂ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦੀ ਸੀ, ਇਸੇ ਲਈ ਜ਼ਾਲਮਾਂ ਨੂੰ ਤੁਹਾਡੇ ਤੱਕ ਪਹੁੰਚਣ ਨਹੀਂ ਸੀ ਦੇਣਾ ਚਾਹੁੰਦੀ। ਛੀਣੀ ਵਾਂਗ ਤਲਵਾਰ ਫੜ ਕੇ ਲੜਾਈ ਦੇ ਮੈਦਾਨ 'ਚ ਜਾ ਪਹੁੰਚੀ। ਮਾਂ ਜੀ, ਮੇਰਾ ਵੱਡੀ ਮਾਂ ਨੂੰ ਮਿਲਣ ਨੂੰ ਜੀ ਕਰਦਾ, ਜ਼ੋਰਾਵਰ ਨੇ ਲੰਮਾ ਸਾਹ ਭਰ ਕੇ ਆਖਿਆ। ਬੇਟਾ ਜੀ, ਉਹ ਤੇ ਹੁਣ ਅਕਾਲ ਪੁਰਖ ਕੋਲ ਚਲੀ ਗਈ ਹੈ, ਮਾਤਾ ਜੀ ਨੇ ਦੱਸਿਆ। ਚਲੋ ਆਪਾਂ ਵੀ ਅਕਾਲ ਪੁਰਖ ਕੋਲ ਚਲੀਏ। ਨਹੀਂ ਮੇਰੇ ਸੋਹਣੇ, ਜਿਵੇਂ ਤੁਹਾਡੀ ਮਾਂ ਆਪਣਾ ਜੀਵਨ ਲੇਖੇ ਲਾ ਕੇ ਗਈ ਹੈ, ਉਸੇ ਤਰ੍ਹਾਂ ਕੀ ਪਤਾ ਅਕਾਲ ਪੁਰਖ ਨੇ ਤੁਹਾਡੇ ਜਿੰਮੇ ਕਿਹੜੇ ਕੰਮ ਲਾਏ ਨੇ। ਤੁਸੀਂ ਤਾਂ ਮੇਰੇ ਸ਼ੇਰ ਦੇ ਬੱਚੇ ਹੋ, ਇਉਂ ਡੋਲੀ ਦਾ ਨਹੀਂ। ਮਾਂ ਜੀ, ਗੰਗਾ ਭੂਆ ਆਖਦੀ ਸੀ ਵੱਡੀ ਮਾਂ ਤਾਰਾ ਬਣ ਗਈ ਹੈ। ਹਾਂ, ਨੇਕ ਰੂਹਾਂ ਜੇ ਚਾਹੁਣ ਤਾਂ ਤਾਰੇ ਵੀ ਬਣ ਜਾਂਦੀਆਂ ਨੇ। ਫਿਰ ਤਾਂ ਅਸਮਾਨ ਤੇ ਬੈਠੀ ਸਾਨੂੰ ਦੇਖਦੀ ਰਹਿੰਦੀ ਹੋਊਗੀ। ਅੱਛਾ ਮੈਨੂੰ ਇਹ ਦੱਸੋ, ਜੇ ਤੁਹਾਡੇ ਦਾਦਾ ਜੀ ਵਾਂਗ ਕੋਈ ਤੁਹਾਨੂੰ ਜ਼ੋਰ ਜ਼ਬਰ ਨਾਲ ਕੋਈ ਗੱਲ ਕਰਨ ਲਈ ਆਖੇ, ਫਿਰ ਤੁਸੀਂ ਕੀ ਕਰੋਗੇ? ਕੁਝ ਸੋਚ ਕੇ ਜ਼ੋਰਾਵਰ ਬੋਲਿਆ, ਫਿਰ ਅਸੀਂ ਆਖਾਂਗੇ ਵੀ ਅਸੀਂ ਆਪਣੀ ਮਾਂ ਜੀ ਤੋਂ ਪੁੱਛਾਂਗੇ, ਛੋਟੀ ਮਾਂ ਜੀ ਤੋਂ ਪੁੱਛਾਂਗੇ, ਆਪਣੇ ਪਿਤਾ ਜੀ ਕੋਲੋਂ ਪੁੱਛਾਂਗੇ, ਜੋ ਆਖਣਗੇ ਉਹੀ ਕਰਾਂਗੇ। ਜੇ ਇਹਨਾਂ ਵਿੱਚੋਂ ਕੋਈ ਵੀ ਤੁਹਾਡੇ ਨੇੜੇ ਤੇੜੇ ਨਾ ਹੋਵੇ, ਫਿਰ ਕੀ ਕਰੋਗੇ? ਫਿਰ ਅਸੀਂ ਆਖਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਹਾਂ, ਅਸੀਂ ਵੀ ਕਿਸ ਤੋਂ ਨਹੀਂ ਡਰਦੇ। ਤੇ ਜੇ ਉਹ ਆਖਣ ਜੇ ਨਹੀਂ ਮੰਨੋਗੇ ਤਾਂ ਗਲ ਵੱਢ ਦਿਆਂਗੇ, ਫਿਰ ਕੀ ਕਰੋਗੇ? ਮਾਤਾ ਜੀ ਨੇ ਘੋਖਵੀਂ ਨਜ਼ਰ ਨਾਲ ਤੱਕਦਿਆਂ ਜ਼ੋਰਾਵਰ ਨੂੰ ਪੁੱਛਿਆ। ਫਿਰ ਅਸੀਂ ਆਖਾਂਗੇ ਵੱਢ ਦਿਓ ਗੱਲ। ਸਾਡੇ ਦਾਦਾ ਜੀ ਦਾ ਵੀ ਤਾਂ ਉਹਨਾਂ ਨੇ ਗਲ ਵੱਢਿਆ ਸੀ, ਨਹੀਂ ਤਾਂ ਆਪਣੀਆਂ ਨਿੱਕੀਆਂ ਤਲਵਾਰਾਂ ਨਾਲ ਉਹਨਾਂ ਦਾ ਗਲ ਵੱਢ ਦਿਆਂਗੇ। ਮੈਂ ਫਤਿਹ ਦਾ ਹੱਥ ਫੜ ਲਾਂਗਾ ਤੇ ਆਖਾਂਗਾ, ਵੀਰੇ ਡਰਨ ਦੀ ਕੋਈ ਲੋੜ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ। ਸ਼ਾਬਾਸ਼ ਮੇਰੇ ਪੁੱਤਰ। ਉਹ ਗੱਲਾਂ ਕਰ ਹੀ ਰਹੇ ਸਨ ਕਿ ਅਜੀਤ ਉੱਧਰ ਆ ਗਿਆ ਤੇ ਉਹਨੇ ਜ਼ੋਰਾਵਰ ਨੂੰ ਆਵਾਜ਼ ਦੇ ਕੇ ਆਖਿਆ, ਆ ਜਾ, ਛੋਟੀ ਮਾਂ ਸੱਦਦੀ ਹੈ। ਝਟਕੂ ਮਗਰੋਂ ਚਾਰੇ ਛੋਟੀ ਮਾਂ ਕੋਲ ਬੈਠੇ ਸਨ। ਛੋਟੀ ਮਾਂ ਨੇ ਆਖਿਆ, ਮੈਂ ਤੁਹਾਡੇ ਲਈ ਅਖੰਡ ਪਾਠ ਵੇਲੇ ਇੱਕ ਸੁਖਣਾ ਸੁਖੀ ਹੈ ਕਿ ਮੇਰੇ ਬੱਚੇ ਕਦੇ ਕਿਸੇ ਦੀ ਈਨ ਨਾ ਮੰਨਣ। ਉੱਥੇ ਸੁਖਣਾ ਦਾ ਪ੍ਰਸ਼ਾਦ ਤੁਹਾਨੂੰ ਦੇਣਾ। ਆਖਦੀ ਸੁੰਦਰੀ ਨੇ ਦੋ ਦੋ ਪਤਾਸੇ ਚਾਰਾਂ ਨੂੰ ਦਿੱਤੇ, ਜੋ ਉਹਨਾਂ ਨੇ ਲੈ ਕੇ ਮੱਥੇ ਨੂੰ ਲਾ ਕੇ ਖਾ ਲਏ। ਇਹ ਤੋਂ ਮਗਰੋਂ ਜ਼ੋਰਾਵਰ ਨੇ ਦਾਦੀ ਨਾਲ ਹੋਈਆਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਉਹ ਕਿੱਡੇ ਸੋਹਣੇ ਲੱਗ ਰਹੇ ਸਨ, ਜਿਵੇਂ ਸਾਹਿਬ ਦੇ ਨਿੱਕੇ ਰੂਪ ਹੋਣ। ਸੁੰਦਰੀ ਨੂੰ ਇਹ ਯਾਦ ਕਰਕੇ ਕਿ ਜਾਣ ਤੋਂ ਪਹਿਲਾਂ ਜੀਤਾ ਬੱਚੇ ਉਹਨੂੰ ਸੰਭਾਲ ਕੇ ਗਈ ਹੈ, ਮਨ ਭਰ ਆਇਆ, ਪਰ ਉਹਨੇ ਬੱਚਿਆਂ ਨੂੰ ਕੁਝ ਜ਼ਾਹਰ ਨਾ ਹੋਣ ਦਿੱਤਾ। ਇੱਕ ਅਜੀਤ ਬੋਲਿਆ, ਛੋਟੀ ਮਾਂ, ਆਪਾਂ ਲਾਹੌਰ ਨਾ ਚੱਲੀਏ ਨਾਨਾ ਨਾਨੀ ਜੀ ਨੂੰ ਮਿਲਣ? ਨਹੀਂ, ਆਪਾਂ ਲਾਹੌਰ ਨਹੀਂ ਜਾ ਸਕਦੇ, ਰਸਤਾ ਬੜਾ ਲੰਮਾ ਹੈ ਤੇ ਥਾਂ ਪਰ ਥਾਂ ਸ਼ਤਰੂ ਬੈਠੇ ਨੇ, ਕਿਤੇ ਵੀ ਖਤਰਾ ਹੋ ਸਕਦਾ। ਮਾਂ ਜੀ ਨੇ ਸਾਨੂੰ ਜਾਣ ਵੀ ਨਹੀਂ ਦੇਣਾ। ਪਰ ਛੋਟੀ ਮਾਂ, ਇਹ ਕਿਹੜੇ ਸ਼ਤਰੂ ਨੇ? ਇਹ ਕੌਣ ਨੇ? ਅਸੀਂ ਇਹਨਾਂ ਦਾ ਕੀ ਵਿਗਾੜਿਆ? ਜਿਵੇਂ ਹਨੇਰੇ ਤੋਂ ਚਾਨਣ ਜਰ ਨਹੀਂ ਹੁੰਦਾ, ਉਸੇ ਤਰ੍ਹਾਂ ਹਾਕਮ ਲੋਕ ਸਾਥੋਂ ਡਰਦੇ ਨੇ ਤੇ ਸਾਨੂੰ ਖਤਮ ਕਰਨਾ ਚਾਹੁੰਦੇ ਨੇ। ਛੋਟੀ ਮਾਂ, ਉਹਨਾਂ ਕੋਲ ਤਾਂ ਇੰਨੀਆਂ ਫੌਜਾਂ ਨੇ, ਇੰਨੇ ਹਥਿਆਰ ਨੇ, ਉਹ ਸਾਡੇ ਕੋਲੋਂ ਕਿਉਂ ਡਰਨਗੇ? ਇਸ ਲਈ ਕਿ ਉਹਨਾਂ ਨੂੰ ਲੱਗਦਾ ਜਿਵੇਂ ਦੀਵੇ ਦੀ ਰੋਸ਼ਨੀ ਨਾਲ ਹਨੇਰਾ ਭੱਜ ਜਾਂਦਾ, ਉਸੇ ਤਰ੍ਹਾਂ ਸਾਡਾ ਖਾਨਦਾਨ ਲੋਕਾਂ ਦੇ ਮਨਾਂ ਵਿੱਚ ਰੋਸ਼ਨੀ ਕਰਦਾ ਤੇ ਉਹਨਾਂ ਨੂੰ ਜ਼ਾਲਮਾਂ ਹਾਕਮਾਂ ਤੋਂ ਨਾ ਡਰਨ ਲਈ ਆਖਦਾ। ਇਸੇ ਲਈ ਉਹ ਸਾਡੇ ਵੈਰ ਪੈ ਗਏ ਨੇ। ਫਿਰ ਛੋਟੀ ਮਾਂ, ਆਪਾਂ ਕਿਤੇ ਹੋਰ ਚੱਲੀਏ? ਬਸ ਇੱਥੇ ਕਿਲੇ ਅੰਦਰ ਹੀ ਰਹਿੰਦੇ ਹਾਂ। ਅਜੀਤ, ਜ਼ਰੂਰੀ ਨਹੀਂ ਕਿਧਰੇ ਸਣ ਦੇ ਹੀ ਜਾਇਆ ਜਾਏ। ਕਰਨੀ ਵਾਲੇ ਲੋਕ ਦੇਹ ਨੂੰ ਪਿੱਛੇ ਛੱਡ ਕੇ ਆਪਣੀ ਸੂਖਮ ਦੇਹ ਨਾਲ ਤਿੰਨੇ ਹੀ ਲੋਕਾਂ 'ਚ ਘੁੰਮ ਆਉਂਦੇ ਨੇ। ਸੁੰਦਰੀ ਨੇ ਜਦੋਂ ਆਖਿਆ, ਬੱਚੇ ਹੈਰਾਨ ਹੋ ਕੇ ਉਸ ਵੱਲ ਝਾਕੇ ਤੇ ਅਜੀਤ ਨੇ ਆਖਿਆ, ਛੋਟੀ ਮਾਂ, ਤਿੰਨ ਲੋਕ ਕਿਹੜੇ ਹੁੰਦੇ ਨੇ? ਚਾਹੇ ਤਾਂ ਪਤਾਲ, ਧਰਤੀ ਤੇ ਆਕਾਸ਼ ਮੰਨ ਲਓ, ਜਾਂ ਪਸ਼ੂ ਮਨੁੱਖ ਤੇ ਦੇਵਤੇ ਗਿਣ ਲਓ, ਜਾਂ ਧਰਤੀ ਸਮੁੰਦਰ ਤੇ ਪਹਾੜ ਸਮਝ ਲਓ, ਉਹ ਜਿੱਥੇ ਚਾਹੁਣ ਮਨ ਦੀ ਸ਼ਕਤੀ ਨਾਲ ਪਹੁੰਚ ਜਾਂਦੇ ਨੇ। ਜਦੋਂ ਤੁਸੀਂ ਵੱਡੇ ਹੋ ਗਏ, ਗੁਰਬਾਣੀ ਨੂੰ ਸਮਝ ਲਿਆ, ਫਿਰ ਤੁਸੀਂ ਸਮਾਧੀ 'ਚ ਬੈਠੇ ਜਿੱਥੇ ਮਰਜ਼ੀ ਜਾ ਸਕਦੇ ਹੋ। ਛੋਟੀ ਮਾਂ, ਵੱਡੀ ਮਾਂ ਕੋਲ ਵੀ ਜਾ ਸਕਦੇ ਹਾਂ? ਜੁਝਾਰ ਨੇ ਪੁੱਛਿਆ। ਮਨ ਕਰਕੇ ਤਾਂ ਵੱਡੀ ਮਾਂ ਤੁਹਾਡੇ ਕੋਲ ਹੀ ਹੈ, ਸਾਡੇ ਨਾਲ ਹੀ ਹੈ। ਕਿਸੇ ਦੇ ਮਰਨ ਨਾਲ ਕੋਈ ਬੰਦਾ ਮੁੱਕ ਨਹੀਂ ਜਾਂਦਾ। ਫਿਰ ਉਹ ਸਾਨੂੰ ਦਿਸਦੀ ਕਿਉਂ ਨਹੀਂ? ਜ਼ੋਰਾਵਰ ਨੇ ਅੱਗੋਂ ਪੁੱਛਿਆ। ਸਾਡੀਆਂ ਅੱਖਾਂ ਸਿਰਫ ਸਥੂਲ ਵਸਤੂਆਂ ਨੂੰ ਦੇਖ ਸਕਦੀਆਂ ਨੇ, ਉਹ ਹੁਣ ਸਥੂਲ ਤੋਂ ਸੂਖਮ ਬਣ ਗਈ ਹੈ। ਗੰਗਾ ਭੂਆ ਆਖਦੀ ਸੀ ਹੁਣ ਉਹ ਤਾਰਾ ਬਣ ਗਈ ਹੈ। ਜੁਝਾਰ ਨੇ ਪੁੱਛਿਆ। ਉਹ ਜੋ ਮਰਜ਼ੀ ਬਣ ਸਕਦੀ ਹੈ, ਅਕਾਲ ਪੁਰਖ ਉਹਦੀ ਹਰੇਕ ਗੱਲ ਮੰਨ ਲੈਂਦਾ। ਉਹਦੀ ਕਮਾਈ ਜੋ ਬਹੁਤ ਵੱਡੀ ਹੈ। ਇਹ ਗੱਲਾਂ ਤੁਹਾਨੂੰ ਅਜੇ ਨਹੀਂ, ਵੱਡੇ ਹੋ ਕੇ ਸਮਝ ਲੱਗਣਗੀਆਂ, ਆਖ ਕੇ ਸੁੰਦਰੀ ਨੇ ਗੱਲ ਮੁਕਾਈ। ਅਖੀਰਲਾ ਅਧਿਆਇ 33ਵਾਂ। ਰਾਤ ਦਾ ਵੇਲਾ ਸੀ। ਦੀਵਾਨ ਦੀ ਸਮਾਪਤੀ ਵੇਲੇ ਇੱਕ ਸਿੱਖ ਨੇ ਗੁਰੂ ਸਾਹਿਬ ਨੂੰ ਆ ਕੇ ਸੁਨੇਹਾ ਦਿੱਤਾ
ਕਿ ਮਾਤਾ ਜੀ ਆਪਣੇ ਨਿਵਾਸ ਸਥਾਨ 'ਚ ਤੁਹਾਨੂੰ ਯਾਦ ਕਰਦੇ ਨੇ। ਗੁਰੂ ਜੀ ਨੇ ਸਿੱਖ ਵੱਲ ਝਾਕ ਕੇ ਸੋਚਿਆ ਮਾਤਾ ਜੀ ਨੇ ਕਿਸ ਲਈ ਬੁਲਾਇਆ, ਤੇ ਫਿਰ ਉੱਥੋਂ ਉੱਠ ਕੇ ਆਪਣੇ ਨਿਵਾਸ ਸਥਾਨ ਚਲੇ ਗਏ। ਉੱਥੇ ਪਹੁੰਚ ਕੇ ਉਹਨਾਂ ਨੇ ਸ਼ਸਤਰ ਵਸਤਰ ਲਾਏ, ਸਧਾਰਨ ਕੱਪੜੇ ਪਾਏ, ਫਿਰ ਦੋਵੇਂ ਹੱਥ ਆਪਣੇ ਚਿਹਰੇ ਤੇ ਫੇਰ ਕੇ ਮਾਤਾ ਜੀ ਦੇ ਨਿਵਾਸ ਸਥਾਨ ਵੱਲ ਪਹੁੰਚ ਗਏ। ਮਾਤਾ ਜੀ ਨੂੰ ਪ੍ਰਣਾਮ ਕੀਤਾ ਤੇ ਸਾਹਮਣੇ ਵਾਲੀ ਛੋਟੀ ਤਖਤਪੋਸ਼ ਉੱਪਰ ਚੁੱਪ ਕਰਕੇ ਬੈਠ ਗਏ। ਅਸੀਸਾਂ ਦਿੰਦੇ ਹੋਏ ਮਾਤਾ ਜੀ ਬੋਲੇ, ਲਾਲ ਜੀ, ਇਹ ਠੀਕ ਹੈ ਕਿ ਸੰਗਤ ਨੂੰ ਤੁਹਾਡਾ ਗੁਰੂ ਰੂਪ ਹੀ ਦਿਸਦਾ ਹੈ, ਪਰ ਮੈਂ ਮਾਂ ਜੋ ਹਾਂ, ਤੁਹਾਡਾ ਤੱਤਾ ਸਾਹ ਵੀ ਮੈਂ ਪਹਿਚਾਣਦੀ ਹਾਂ। ਇਹ ਆਖ ਕੇ ਮਾਤਾ ਜੀ ਧਿਆਨ ਨਾਲ ਸਾਹਿਬ ਵੱਲ ਝਾਕ ਕੇ ਅੱਗੋਂ ਅਡੋਲ ਬੈਠੇ ਰਹੇ। ਮਾਤਾ ਜੀ ਅੱਗੋਂ ਆਖਣ ਲੱਗੇ, ਲਾਲ ਜੀ, ਤੁਹਾਡੇ ਪਿਤਾ ਜੀ ਤੇ ਜੀਤਾ ਨੇ ਆਪਣੇ ਆਪ ਨੂੰ ਅਕਾਲ ਪੁਰਖ ਦੀ ਭੇਟਾ ਕਰ ਦਿੱਤਾ। ਸ਼ਾਇਦ ਇਹ ਅਕਾਲ ਪੁਰਖ ਦਾ ਹੀ ਹੁਕਮ ਸੀ। ਤੁਹਾਡਾ ਬਹੁਤ ਬਹੁਤ ਦੇਰ ਭੋਰੇ 'ਚ ਸਮਾਧੀ 'ਚ ਬੈਠਣਾ, ਬੇਵਕਤ ਉੱਠ ਕੇ ਪਾਠ ਕਰਨ ਬੈਠ ਜਾਣਾ, ਕਦੇ ਇੱਕ ਟੱਕ ਕਿਧਰੇ ਦੇਖੀ ਜਾਣਾ, ਵੇਲੇ ਕੁ ਵੇਲੇ ਅਗੰਮਪੁਰੇ ਵੱਲ ਸੈਰ ਕਰਨ ਨਿਕਲ ਜਾਣਾ, ਮੈਂ ਸਭ ਸਮਝਦੀ ਹਾਂ, ਪਰ ਮੇਰੇ ਲਾਲ ਇਹੀ ਤਾਂ ਸਾਡੇ ਇਮਤਿਹਾਨ ਦੀਆਂ ਘੜੀਆਂ ਨੇ। ਗੁਰੂ ਸਾਹਿਬ ਮਾਤਾ ਜੀ ਦੀਆਂ ਗੱਲਾਂ ਚੁੱਪਚਾਪ ਸੁਣਦੇ ਰਹੇ। ਫਿਰ ਮਾਤਾ ਜੀ ਆਖਣ ਲੱਗੇ, ਉਹ ਤਾਂ ਮੇਰੀ ਬਹਾਦਰ ਬੱਚੀ ਸੀ, ਬਘਿਆੜਾਂ ਦੇ ਇੱਜੜ ਮੂਹਰੇ ਡਟ ਖਲੋਤੀ। ਅਜਿਹੀ ਛੀਣੀ ਮਾਂ ਦਾ ਦੁੱਧ ਪੀ ਕੇ ਮੇਰੇ ਸ਼ੇਰ ਬੱਚੇ ਹਮੇਸ਼ਾ ਉਹਦੇ ਦੁੱਧ ਦੀ ਲਾਜ ਰੱਖਣਗੇ। ਮਰਨਾ ਤਾਂ ਇੱਕ ਦਿਨ ਸਭ ਨਹੀਂ ਹੁੰਦਾ, ਪਰ ਜਿਹੜਾ ਰਾਹ ਉਹਨੇ ਚੁਣਿਆ, ਅਜਿਹਾ ਮਰਨਾ ਤਾਂ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਉਂਦਾ। ਉਹਦਾ ਨਾਂ ਤਾਂ ਰਹਿੰਦੀ ਦੁਨੀਆ ਤੱਕ ਧਰੂ ਤਾਰੇ ਵਾਂਗ ਚਮਕੇਗਾ। ਮੇਰੀ ਜੀਤਾ ਨੇ ਸਾਡੇ ਖਾਨਦਾਨ ਦੀ ਰੀਤ ਨਿਭਾਈ। ਫਿਰ ਕਿੰਨਾ ਹੀ ਚਿਰ ਗੁਰੂ ਜੀ ਆਪਣੇ ਖਿਆਲਾਂ 'ਚ ਮਗਨ ਜਿਵੇਂ ਕਿਧਰੇ ਖੋਏ ਰਹੇ ਤੇ ਮਾਤਾ ਜੀ ਉਹਨਾਂ ਨੂੰ ਨਿਹਾਰਦੇ ਰਹੇ। ਫਿਰ ਬੋਲੇ, ਲਾਲ ਜੀ, ਤੇਰੀ ਪਤਨੀ ਕੋਈ ਤੁੱਛ ਜਿਹਾ ਜੀਵ ਨਹੀਂ ਸੀ ਹੋ ਸਕਦੀ। ਇੱਕ ਦਿਨ ਅਜੀਤ ਆਖਣ ਲੱਗਿਆ, ਮਾਂ ਜੀ, ਵੱਡੀ ਮਾਂ ਨੂੰ ਕੀ ਲੋੜ ਸੀ ਜੰਗ 'ਚ ਜਾਣ ਦੀ, ਮੈਂ ਚਲਿਆ ਜਾਂਦਾ। ਮੈਂ ਉਹਨੂੰ ਦੱਸਿਆ, ਪੁੱਤਰ ਜੀ, ਜਿਨ੍ਹਾਂ ਦੇ ਮਨ ਦੇ ਸ਼ੀਸ਼ੇ ਸ਼ੁੱਧ ਹੋਣ ਉਹ ਲੋਕ ਤ੍ਰੈਕਾਲਦਰਸ਼ੀ ਹੁੰਦੇ ਨੇ। ਜੀਤਾਂ ਦੀ ਪਵਿੱਤਰ ਰੂਹ ਨੇ ਭੂਤ ਤੋਂ ਭਵਿੱਖ ਤੱਕ ਨਜ਼ਰ ਲਿਜਾਂਦਿਆਂ ਦੇਖ ਲਿਆ ਹੋਣਾ ਕਿ ਕਲਯੁਗੀ ਜੀਵਾਂ ਦੀ ਧਾੜ ਚੜੀ ਆ ਰਹੀ ਹੈ, ਇੱਕ ਵੱਡੇ ਸਮੁੰਦਰੀ ਤੂਫਾਨ ਵਾਂਗ। ਮਾਂ ਦੇ ਖੂਨ ਨੇ ਉਬਾਲਾ ਖਾਧਾ। ਗੁਰੂ ਪਤਨੀ ਜੋ ਸੀ, ਕਿਵੇਂ ਸੁੱਤੀ ਰਹਿੰਦੀ, ਤਲਵਾਰ ਸੂਤ ਕੇ ਟਾਕਰਾ ਕੀਤਾ। ਮੈਂ ਅਜੀਤ ਨੂੰ ਦੱਸਿਆ, ਦੇਹ ਨੇ ਤਾਂ ਆਖਰਕਾਰ ਪਿੰਸਣਾ ਹੀ ਹੁੰਦਾ। ਉਹ ਇਹਨੂੰ ਲੇਖੇ ਲਾ ਗਈ। ਉਹ ਸਾਡੇ ਤੋਂ ਪਹਿਲਾਂ ਦੁਨੀਆ ਦੇ ਇਸ ਭਵਸਾਗਰ ਨੂੰ ਪਾਰ ਕਰ ਗਈ। ਬੱਚਿਆਂ ਦੇ ਮਨਾਂ 'ਚ ਪਤਾ ਨਹੀਂ ਕੀ ਕੀ ਸਵਾਲ ਆਉਂਦੇ ਹੋਣਗੇ। ਮੈਂ ਸੋਚਦੀ ਹਾਂ ਕਿਸੇ ਵੇਲੇ ਬਿਠਾ ਕੇ ਉਹਨਾਂ ਨਾਲ ਗੱਲਾਂ ਕਰਾਂ। ਇਹ ਆਖ ਕੇ ਮਾਤਾ ਜੀ ਚੁੱਪ ਕਰ ਗਏ। 2 ਪਲ ਸਾਹਿਬ ਉਹਨਾਂ ਵੱਲ ਵੇਖਦੇ ਰਹੇ, ਫਿਰ ਨਮਸਕਾਰ ਕਰਕੇ ਉੱਥੋਂ ਹੌਲੀ ਹੌਲੀ ਤੁਰ ਰਹੇ। ਜਦੋਂ ਤੁਰੇ ਜਾ ਰਹੇ ਸਨ, ਅਸਮਾਨ ਤੋਂ ਬੱਦਲ ਘੋਰਿਆ ਤੇ ਕੋਈ ਕਣੀ ਡਿੱਗਣ ਲੱਗ ਪਈ। ਸਾਹਿਬ ਦੇ ਮਨ ਵਿੱਚੋਂ ਪਤਾ ਨਹੀਂ ਕੀ ਲੰਘਿਆ ਤੇ ਉਹ ਉੱਚੀ ਉੱਚੀ ਪਾਠ ਕਰਨ ਲੱਗ ਪਏ। ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ 'ਚ। ਤੇ ਫਿਰ ਉਹ ਤੁਰਦੇ ਤੁਰਦੇ ਆਪਣੇ ਨਿਵਾਸ ਸਥਾਨ ਵੱਲ ਮੁੜਨ ਦੀ ਥਾਂ ਸੁੰਦਰੀ ਦੇ ਨਿਵਾਸ ਸਥਾਨ ਵੱਲ ਚਲੇ ਗਏ, ਜਿੱਥੇ ਉਹ ਬੱਚਿਆਂ ਨੂੰ ਕੋਈ ਕਹਾਣੀ ਸੁਣਾ ਰਹੀ ਸੀ। ਉਹਨਾਂ ਨੂੰ ਮਗਨ ਦੇਖ ਸਹਿਜੇ ਸਹਿਜੇ ਸਾਹਿਬ ਪਰਤ ਗਏ। ਪਤਾ ਨਹੀਂ ਕਿਉਂ ਉਹਨਾਂ ਦਾ ਧਿਆਨ ਅਗੰਮਪੁਰੇ ਵੱਲ ਚਲਾ ਗਿਆ। ਉਹਨਾਂ ਨੇ ਫੇਰ ਮਨ ਹੀ ਮਨ ਆਖਿਆ, ਇੱਥੇ ਸੁੱਤੇ ਹੋਏ ਨੇ ਇੱਕ ਵੀਰਾਂਗਨਾ। ਧੰਨਵਾਦ।